ਤੇ ਕੀਮਤ ਸਾਰਿਆਂ ਦੀ ਇੱਕੋ ਰੱਖੀ 5 ਰੁਪਏ। ਉਹ ਖਰੀਦਣ ਵਾਲਾ ਪੁੱਛਦਾ ਵੀ ਕਾਹਤੇ ਭਾਈ ਇੱਦਾਂ ਕਾਹਤੇ, ਕਹਿੰਦਾ ਹੱਥ ਲਾ ਕੇ ਦੇਖ ਲੈ, ਡੰਗ ਇੱਕੋ ਜਿਹਾ ਮਾਰਨਗੇ, ਖੂਨ ਇੱਕੋ ਜਿਹਾ ਚੂਸਣਗੇ। भी एक खूबसूरत शहर नहीं है, बदनसीब शहर है। और बदनसीब ऐसा शहर है भी जिहदा पंजाब है, जिहदी अपनी राजधानी है, उस राजधानी दे उहदी अपनी माँ बोली नहीं है इत्थे। ਉਹਦੀ ਮਾਂ ਇੱਕ ਦਿਨ ਉਹਨੂੰ ਕਾਲਜ 'ਚ ਮਿਲਣ ਆ ਗਈ। ਉਹ ਕਿਤੇ ਸ਼ਹਿਰ ਆਈ ਹੋਈ ਸੀ, ਉਹਨੇ ਕੁਝ ਫਰੂਟ ਲਿਆ, ਉਹਨੂੰ ਸੋਚਿਆ ਮੇਰਾ ਪੁੱਤ ਇੱਥੇ ਪੜ੍ਹਦਾ, ਮੈਂ ਉਹਨੂੰ ਦੇ ਜਾਵਾਂ। ਉਹ ਕਾਲਜ 'ਚ ਆ ਗਈ। ਉਸ ਮੁੰਡੇ ਨੇ ਬਹੁਤ ਬੁਰਾ ਬਣਾਇਆ ਕਿ ਤੂੰ ਮੇਰੇ ਦੋਸਤਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਤੀ, ਤੂੰ ਕਿਉਂ ਆਈ, ਤੂੰ ਸਿੱਧੀ ਹੈ, ਤੂੰ ਸਿੱਧੜ ਹੈ, ਦੇਸੀ ਹੈ, ਤੈਨੂੰ ਨਹੀਂ ਸੀ ਆਉਣਾ। ਇਹਦਾ ਕਾਰਨ ਇਹ ਵੀ ਸਾਡੀ ਮਾਨਸਿਕਤਾ ਬਣਾਈ ਜਾ ਰਹੀ ਹੈ ਜੀ, ਵੀ ਤੁਸੀਂ ਪੰਜਾਬੀ 'ਚ ਤਾਂ ਗੱਲੇ ਨਹੀਂ ਕਰਨੀ। ਆਪਣੇ ਘਰਾਂ ਨੂੰ ਤੁਸੀਂ ਮਿੱਠੀ ਜੇਲ੍ਹ ਮੰਨਦੇ, ਪੰਜਾਬੀ 'ਚ ਵੋਟਾਂ ਮੰਗਦੇ ਨੇ, ਪਰ ਜਦੋਂ ਉਹ ਚੰਡੀਗੜ੍ਹ ਆ ਜਾਂਦੇ ਨੇ, ਹੁਣ ਵੀ ਚਾਹੇ ਇਲੈਕਸ਼ਨ ਹੋ ਕੇ ਹਟਿਆ, ਆਉਣ ਵਾਲੇ ਸਮੇਂ 'ਚ ਵੀ MLA MP ਇਹਨਾਂ ਨੇ ਮੰਤਰੀ ਬਣਨਾ ਹੈ, ਇਹ ਸਾਰੇ ਨੇ ਚੰਡੀਗੜ੍ਹ ਦੇ ACA 'ਚ ਕਮਰੇ 'ਚ ਬੈਠ ਜਾਣਾ, ਇੱਥੇ ਬੋਲੀ ਇਹ ਕੇਂਦਰ ਦੀ ਬੋਲਣਗੇ। ਆਪਾਂ ਕਈ ਮਹੀਨਿਆਂ ਤੋਂ ਸਿਆਸੀ ਕੜਮਾਸ ਉੱਪਰ ਚਰਚਾ ਕਰਦੇ ਰਹੇ ਹਾਂ, ਔਰ ਲੱਗਦਾ ਵੀ ਹੁਣ ਲੋਕ ਵੀ ਅੱਕ ਗਏ ਨੇ ਤੇ ਵੋਟਾਂ ਵੀ ਜਿਹੜੀਆਂ ਨੇ EVM 'ਚ ਬੰਦ ਹੋ ਗਈਆਂ। ਨਵੇਂ ਚੈਪਟਰ ਖੋਲ੍ਹਦੇ ਹਾਂ। ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਹੈ, ਤੇ ਜੇ ਅੱਜ ਦੇ ਦਿਨ ਮਾਂ ਬੋਲੀ ਦੀ ਗੱਲ ਨਾ ਹੋਵੇ ਤੇ ਲੱਗਦਾ ਵੀ ਇਹ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ। ਔਰ ਗੱਲ ਕਰਨੀ ਇਸ ਲਈ ਵੀ ਜ਼ਰੂਰੀ ਹੈ, ਹਮੇਸ਼ਾ ਇੱਕੋ ਗੱਲ ਸਾਹਮਣੇ ਆਉਂਦੀ ਹੈ ਵੀ ਪੰਜਾਬ ਦੀ ਧਰਤੀ ਤੇ ਪੰਜਾਬੀ ਭਾਸ਼ਾ ਬਗਾਨੀ ਬਣਦੀ ਜਾ ਰਹੀ ਹੈ। ਪੰਜਾਬ ਦੀ ਰਾਜਧਾਨੀ ਵਿੱਚ ਪੰਜਾਬੀ ਭਾਸ਼ਾ ਨੂੰ ਨੁਕਰੇ ਲਾ ਕੇ ਸਰਕਾਰੀ ਭਾਸ਼ਾ ਅੰਗਰੇਜ਼ੀ ਕਰ ਦਿੱਤੀ ਹੈ। ਪਤਾ ਨਹੀਂ ਪੰਜਾਬੀ ਇਸੇ ਵਹਿਣ 'ਚ ਹੀ ਰੁੜੇ ਜੇ ਪਏ ਨੇ, ਆਪਣੀ ਮਾਂ ਬੋਲੀ ਨਹੀਂ ਸਾਂਭੀ ਜਾ ਰਹੀ, ਪੰਜਾਬ ਦੀ ਰਾਜਧਾਨੀ ਨਹੀਂ ਸਾਂਭੀ ਜਾ ਰਹੀ, ਬਾਕੀ ਗੱਲਾਂ ਤਾਂ ਅਸੀਂ ਕਰਦੇ ਨਹੀਂ ਵੀ ਹੋਰ ਕੀ ਕੁਛ ਨਹੀਂ ਸਾਂਭਿਆ ਜਾ ਰਿਹਾ। ਸੋ ਇਹਦੇ ਸੰਬੰਧ ਵਿੱਚ ਦੋ ਮੁੱਖ ਪ੍ਰਮੁੱਖ ਸ਼ਖਸੀਅਤਾਂ ਪੰਜਾਬੀ ਭਾਸ਼ਾ ਨਾਲ ਜੁੜੀਆਂ ਅੱਜ ਬੁਲਾਈਆਂ ਨੇ। ਇੱਕ ਨੇ ਡਾਕਟਰ ਸਾਹਿਬ ਸਿੰਘ। ਡਾਕਟਰ ਸਾਹਿਬ ਸਿੰਘ ਤੇ ਇਹਨਾਂ ਦੇ ਪਤਨੀ ਰਜਿੰਦਰ ਰੋਜੀ, ਇਹਨਾਂ ਨੂੰ ਤੁਸੀਂ ਪਿੰਡਾਂ 'ਚ ਨੁੱਕੜ ਨਾਟਕ ਕਰਦਿਆਂ ਔਰ ਫਿਲਮਾਂ ਵਿੱਚ ਵੱਡੇ ਰੋਲ ਕਰਦਿਆਂ ਦੇਖਿਆ ਹੋਊਗਾ। ਡਾਕਟਰ ਸਾਹਿਬ ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਜੀ। ਔਰ ਦੂਸਰਾ ਨਾਂ ਸੁਖਜੀਤ ਸਿੰਘ ਹੱਲੋ ਮਾਜਰਾ। ਜਦੋਂ ਕਿਤੇ ਮਾਂ ਬੋਲੀ ਦੀ ਗੱਲ ਆਉਂਦੀ ਹੈ ਤੇ ਸੁਖਜੀਤ ਦਾ ਹੱਥ ਇੱਦਾਂ ਘੁੱਟਿਆ ਹੁੰਦਾ ਤੇ ਉੱਪਰ ਹੁੰਦਾ ਤੇ ਨਾਅਰੇ ਲਾਉਂਦਾ, ਸਾਡੀ ਮਾਂ ਬੋਲੀ ਸਾਨੂੰ ਦਿਓ। ਸੁਖਜੀਤ ਜੀ ਤੁਹਾਡਾ ਵੀ ਜੀ ਆਇਆਂ ਨੂੰ। ਡਾਕਟਰ ਸਾਹਿਬ ਗੱਲ ਇੱਥੋਂ ਹੀ ਸ਼ੁਰੂ ਕਰ ਲਈਏ, ਕੀ ਕਾਰਨ ਹੈ? ਅਸੀਂ ਕਹਿੰਦੇ ਪੰਜਾਬੀ ਬੜੇ ਕਮਾਲ ਦੇ ਨੇ, ਪੰਜਾਬੀਆਂ ਨੇ ਦੁਨੀਆ ਭਰ 'ਚ ਧਾਂਕ ਪਾਤੀ, ਫਲਾਣਾ ਕਰਤਾ, ਢਿਕਾਣਾ ਕਰਤਾ, ਪਰ ਜਦੋਂ ਮਾਂ ਬੋਲੀ ਦੀ ਗੱਲ ਆਉਂਦੀ ਤਾਂ ਸਾਨੂੰ ਇੱਕੋ ਫਿਕਰ ਲੱਗ ਜਾਂਦਾ ਵੀ ਸਾਡੀ ਆਪਣੀ ਧਰਤੀ ਤੋਂ ਗਾਇਬ ਹੋ ਰਹੀ ਹੈ। ਇਹਦੇ ਕਾਰਨ ਕਈ ਸਾਰੇ ਨੇ ਅਸਲ ਵਿੱਚ। ਕਾਰਨ ਕਦੇ ਖੁਦ ਅਸੀਂ ਵੀ ਹਾਂ, ਸਾਨੂੰ ਜਿਹੜੀ ਰਵਾਨੀ ਦੇ ਰਹੀ ਸਿਆਸਤ ਹੈ ਉਹ ਵੀ ਹੈ। ਕਿਤੇ ਸਿਆਸਤ ਨੇ ਸਾਡੇ ਜਿਹੜੀਆਂ ਨਿੱਤ ਦੇ ਫਿਕਰ ਨੇ, ਜਿਹੜੀਆਂ ਸਾਡੀਆਂ ਲੋੜਾਂ ਨੇ, ਉਹਨਾਂ ਨੂੰ ਏਜੰਡੇ ਤੇ ਲਿਆਂਦਾ ਨਹੀਂ। ਜੇ ਮੰਨ ਲਓ ਤੁਸੀਂ ਸਾਡੀ ਪੰਜਾਬੀ ਬੋਲੀ ਨੂੰ ਇਸ ਤਰ੍ਹਾਂ ਨਾ ਰੋਲਿਆ ਹੁੰਦਾ ਤਾਂ ਅਦਾਲਤ ਦੀ ਭਾਸ਼ਾ ਪੰਜਾਬੀ ਹੁੰਦੀ, ਡਾਕਟਰੀ ਦੀ ਭਾਸ਼ਾ ਪੰਜਾਬੀ ਹੁੰਦੀ, ਇੰਜੀਨੀਅਰਿੰਗ ਜਦੋਂ ਨਕਸ਼ੇ ਬਣਦੇ ਤੇ ਉਹ ਪੰਜਾਬੀ 'ਚ ਹੁੰਦੀ, ਤੇ ਆਮ ਬੰਦੇ ਨੂੰ ਇਹ ਸਮਝ ਆਉਂਦਾ ਕਿ ਜਿਹੜਾ ਅਦਾਲਤ 'ਚ ਮੈਂ ਕੇਸ ਲੜਨ ਜਾ ਰਿਹਾ ਜਾਂ ਮੇਰੇ ਤੇ ਕੇਸ ਹੋਇਆ ਉਹਦੇ 'ਚ ਧਾਰਾ ਕਿਹੜੀ ਤੇ ਕਿੱਦਾਂ ਲੱਗੀ ਉਹਨੂੰ ਸਮਝ ਆਉਂਦੀ, ਉਹਨੂੰ ਡਾਕਟਰ ਦੀ ਭਾਸ਼ਾ ਸਮਝ ਆਉਂਦੀ। ਇਹ ਦੋ ਤਿੰਨ ਚੀਜ਼ਾਂ ਉਹਨੂੰ ਨਹੀਂ ਸਮਝ ਆਉਂਦੀਆਂ ਤੇ ਫਿਰ ਉਹ ਰੱਬੀ ਇਲਾਹੀ ਪ੍ਰਵਚਨ ਸਮਝ ਕੇ ਮੰਨ ਲੈਂਦਾ ਜੋ ਵੀ ਕੁਛ, ਉੱਥੋਂ ਉਹਦੀ ਲੁੱਟ ਸ਼ੁਰੂ ਹੋ ਜਾਂਦੀ ਹੈ। ਇਹ ਮੈਂ ਸਿਰਫ ਇੱਕ ਨਿੱਕੀ ਜਿਹੀ ਉਦਾਹਰਣ ਦੇ ਰਿਹਾ। ਹੁੰਦਾ ਇੱਦਾਂ ਹੀ ਹੈ। ਜਿੰਨੇ ਸਾਡੇ ਸਿਆਸਤਦਾਨ ਨੇ, ਵੱਡੇ ਵੱਡੇ ਸਿਆਸਤਦਾਨ ਨੇ, ਉਹ ਗੱਲ ਜਦੋਂ ਲੋਕਾਂ 'ਚ ਜਾ ਕੇ ਕਰਦੇ ਤਾਂ ਪੰਜਾਬੀ 'ਚ ਕਰਦੇ ਆ, ਲੇਕਿਨ ਜਿਵੇਂ ਲੋਕਾਂ ਤੋਂ ਦੂਰ ਹੁੰਦੇ ਤੇ ਉਹ ਅੰਗਰੇਜ਼ੀ 'ਚ ਗੱਲ ਸ਼ੁਰੂ ਕਰਦੇ ਆ, ਤੇ ਉੱਥੋਂ ਲੋਕਾਂ ਨੇ ਕਿਤੇ ਸੇਧ ਲੈਣੀ ਹੁੰਦੀ ਹੈ। ਤੀਸਰੀ ਗੱਲ ਇਹ ਹੈ ਕਿ ਅਸੀਂ ਪੰਜਾਬੀ ਆਪਣੇ ਪ੍ਰਤੀ ਬਹੁਤੇ ਫਿਕਰਮੰਦ ਰਹੇ ਨਹੀਂ। ਅਸੀਂ ਆਪਣੀ ਪੰਜਾਬੀ ਬੋਲੀ ਨੂੰ ਵੀ ਠੀਕ ਢੰਗ ਨਾਲ ਸਮਝਿਆ ਨਹੀਂ। ਕਿਹਾ ਤੇ ਇਹ ਜਾਂਦਾ ਪੰਜਾਬੀ ਅਣਖੀ ਬੜੇ ਨੇ। ਇਹੀ ਤਾਂ ਸਮੱਸਿਆ ਹੈ ਕਿ ਅਸੀਂ ਆਪਣੇ ਸੁਭਾਅ ਦਾ, ਆਪਣੇ ਆਚਰਣ ਦਾ ਇੱਕ ਅੱਧਾ ਸੈਗਮੈਂਟ ਲੈ ਕੇ ਬੈਠੇ ਹੋਏ ਹਾਂ ਕਿ ਅਸੀਂ ਬਹੁਤ ਅਣਖੀ ਹੁੰਦੇ ਹਾਂ। ਅਸੀਂ ਕੀਤਾ ਕੀ? ਅਸੀਂ ਖੁਦ ਹੀ ਪੰਜਾਬੀ ਬੋਲੀ ਨੂੰ ਕਾਹਦੇ ਨਾਲ ਜੋੜ ਲਿਆ ਕਿ ਪੰਜਾਬੀ 'ਚ ਗਾਲ ਬੜੀ ਖੂਬਸੂਰਤ ਨਿਕਲਦੀ ਹੈ, ਪੰਜਾਬੀ 'ਚ ਗਾਲ ਦਾ ਸਵਾਦ ਆ ਜਾਂਦਾ, ਮੂੰਹ ਭਰ ਜਾਂਦਾ ਪੰਜਾਬੀ ਦੇ ਵਿੱਚ। ਲੇਕਿਨ ਮੈਂ ਇਹ ਕਹਿੰਦਾ ਕਿ ਪੰਜਾਬੀ ਇੰਨੀ ਤਹਿਜ਼ੀਬ ਵਾਲੀ ਭਾਸ਼ਾ ਹੈ, ਜਿਹੜੀ ਬਾਬਾ ਫਰੀਦ ਨੇ ਸਾਨੂੰ ਦਿੱਤੀ ਹੈ ਬੋਲੀ, ਉਹਦੇ 'ਚ ਤਹਿਜ਼ੀਬ ਹੈ, ਉਹ 'ਚ ਨਫਾਸਤ ਹੈ, ਉਹ 'ਚ ਨਜ਼ਾਕਤ ਹੈ, ਉਹ 'ਚ ਤੁਸੀਂ ਮੁਹੱਬਤ ਬਿਆਨ ਕਰ ਸਕਦੇ ਹੋ, ਤੁਸੀਂ ਦੁੱਖ ਬਿਆਨ ਕਰ ਸਕਦੇ ਹੋ,
ਖੁਸ਼ੀ ਬਿਆਨ ਕਰ ਸਕਦੇ ਹੋ, ਰੋ ਸਕਦੇ ਹੋ, ਰੋਹ ਕਰ ਸਕਦੇ ਹੋ, ਵਿਦਰੋਹ ਕਰ ਸਕਦੇ ਮੈਂ ਹੋ। ਇੱਕ ਉਹ ਨਾਲ ਜੋੜਦਾ ਜੀ। ਆਪਾਂ ਰੋਂਦੇ ਵੀ ਕਿਉਂ ਨਹੀਂ, ਦੁੱਖ ਵੀ ਕਿਉਂ ਨਹੀਂ ਪ੍ਰਗਟ ਕਰਦੇ? ਪੰਜਾਬ ਨੂੰ ਤਾਂ ਭੁੱਲ ਜੀਏ ਨਾ, ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਹੈ ਤੇ ਰਾਜਧਾਨੀ 'ਚ ਸਰਕਾਰੀ ਭਾਸ਼ਾ ਵੀ ਅੰਗਰੇਜ਼ੀ ਹੈ 55 ਸਾਲਾਂ ਤੋਂ। ਸਾਨੂੰ ਰੋਲਿਆ ਗਿਆ ਨਾ, ਤੇ ਅਸੀਂ ਰੁਲੇ ਹਾਂ। ਤੇ ਅਸੀਂ ਜਦੋਂ ਇਹ ਲੜਾਈਆਂ ਲੜਦੇ ਹਾਂ, ਅਸੀਂ ਸਹੀ ਪੈਂਤੜਾ ਲੈ ਕੇ ਲੜਾਈ ਨਹੀਂ ਲੜਦੇ। ਜਦੋਂ ਅਸੀਂ ਪੰਜਾਬੀ ਬੋਲੀ ਦੀ ਲੜਾਈ ਲੜਦੇ ਹਾਂ ਤੇ ਪੰਜਾਬੀ ਬੋਲੀ ਪੰਜਾਬ ਦੀ ਬੋਲੀ ਹੈ, ਪੂਰੇ ਪੰਜਾਬ ਦੀ ਪੰਜਾਬੀ ਦੀ ਬੋਲੀ ਹੈ। ਉਹਦੇ 'ਚ ਫਿਰੋਜ਼ਦੀਨ ਸ਼ਰਫ ਵੀ ਹੈ, ਉਹਦੇ 'ਚ ਧਨੀ ਰਾਮ ਚਾਤਰਿਕ ਵੀ ਹੈ, ਉਹਦੇ 'ਚ ਬਾਬਾ ਬਲਵੰਤ ਵੀ ਨੇ, ਜੇ ਉਹਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੋਰੀ ਨੇ। ਇਹ ਦੋਨਾਂ ਨੂੰ ਮਿਲਾ ਕੇ ਲੜਾਈ ਲੜਨ ਦੀ ਲੋੜ ਹੈ। ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਵੀ ਤਾਂ ਪੰਜਾਬੀ ਹੈ। ਦੇ ਨੇ। ਫਿਰ ਉਹਨਾਂ ਨੇ ਮੁੱਖ ਮੰਤਰੀ ਦੀ ਸਹੁੰ 16 ਮਾਰਚ 2017 ਨੂੰ ਅੰਗਰੇਜ਼ੀ ਦੀ ਕਿਉਂ ਚੱਕੀ? ਇਹੀ ਤਾਂ ਮੈਂ ਕਹਿੰਦਾ ਨਾ ਕਿ ਜਦੋਂ ਤੁਸੀਂ ਵੋਟ ਮੰਗਣ ਜਾਂਦੇ ਹੋ, ਉਦੋਂ ਤੋਂ ਤੁਹਾਨੂੰ ਇਹ ਹੁੰਦਾ ਕਿ ਮੇਰੀ ਗੱਲ ਲੋਕਾਂ ਨੂੰ ਸਮਝ ਆਣੀ ਚਾਹੀਦੀ ਹੈ, ਉਦੋਂ ਤੁਸੀਂ ਪੰਜਾਬੀ 'ਚ ਬੋਲਦੇ ਹੋ। ਜਦੋਂ ਤੁਸੀਂ ਲੋਕਾਂ ਤੋਂ ਦੂਰ ਹੋ ਕੇ ਉੱਥੇ ਵਿਧਾਨ ਸਭਾ 'ਚ ਜਾ ਕੇ ਤੁਸੀਂ ਸਹੁੰ ਚੁੱਕਦੇ ਹੋ, ਉੱਥੇ ਪਤਾ ਕਿ ਲੋਕਾਂ ਦਾ ਤਾਂ ਜਿਹੜਾ ਕੰਮ ਕਰਨਾ ਸੀ ਉਹ ਤਾਂ ਹੋ ਗਿਆ, ਹੁਣ 5 ਸਾਲਾਂ ਬਾਅਦ ਫਿਰ ਲੋਕਾਂ ਕੋਲ ਜਾਣਾ, ਹੁਣ ਅਸੀਂ ਅੰਗਰੇਜ਼ੀ ਵਿੱਚ ਆ ਗਏ ਹਾਂ। ਸੋ ਇਹ ਲੜਾਈਆਂ, ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਨਾ, ਸਾਨੂੰ ਲੜਾਈ ਨੂੰ ਪੈਂਤੜਾ ਸਹੀ ਲੈਣਾ ਪਊਗਾ। ਜੇ ਅਸੀਂ ਪੰਜਾਬੀ ਬੋਲੀ ਦੀ ਗੱਲ ਕਰਨੀ ਹੈ ਤੇ ਪੰਜਾਬ ਦੇ ਵਿੱਚ ਇਹ ਇਕੱਲੇ ਸਿੱਖ ਦੀ ਬੋਲੀ ਨਹੀਂ ਹੈ, ਇਹ ਸਾਰੇ ਪੰਜਾਬੀ ਦੀ ਬੋਲੀ ਹੈ। ਇਹ ਸਾਰੀਆਂ ਧਿਰਾਂ ਨੂੰ ਸਮਝਣਾ ਪਊਗਾ। ਜਿਹੜੇ ਮਰਦਮਸ਼ੁਮਾਰੀ ਦੇ ਵਿੱਚ ਪੰਜਾਬੀ ਦੀ ਜਗ੍ਹਾ ਹਿੰਦੀ ਨੂੰ ਪਹਿਲੀ ਭਾਸ਼ਾ ਲਿਖਵਾ ਦਿੰਦੇ ਆ, ਉਹਨਾਂ ਨੂੰ ਵੀ ਸਮਝਣਾ ਪਊਗਾ ਤੇ ਉਸ ਧਿਰ ਨੂੰ ਵੀ ਸਮਝਣਾ ਪਊਗਾ, ਤਾਂ ਕਿਤੇ ਜਾ ਕੇ ਅਸੀਂ ਮਤਲਬ ਸੰਤੁਲਿਤ ਹੋ ਕੇ ਆਪਣੀ ਭਾਸ਼ਾ ਦੀ ਗੱਲ ਕਰ ਸਕਾਂਗੇ। ਸਭ ਨੇ ਮੈਂ ਕਹਿੰਦਾ ਥੋੜਾ ਜਿਹਾ ਚੰਡੀਗੜ੍ਹ ਦਾ ਦੁੱਖ ਵੀ ਸੁਣ ਲਈਏ। ਸੁਖਜੀਤ ਜੀ, ਤੁਸੀਂ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਜੇ, ਔਰ ਲੰਬੇ ਸਮੇਂ ਤੋਂ ਤੁਸੀਂ ਹਰੇਕ ਮੁੱਦੇ ਤੇ ਸੰਘਰਸ਼ ਕਰਦੇ ਆ ਰਹੇ ਜੇ। ਪਹਿਲੋਂ ਤੇ 28 ਪੰਜਾਬੀ ਪਿੰਡ ਉਜਾੜ ਕੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਉਸਾਰੀ ਤੇ 1 ਨਵੰਬਰ 1966 ਨੂੰ ਖੋਲ੍ਹੀ, ਇਹ ਕਹਿ ਕੇ ਵੀ ਇਹ ਯੂਨੀਅਨ ਟੈਰੀਟਰੀ ਰਹੇਗੀ। ਤੇ 1 ਨਵੰਬਰ 1966 ਤੋਂ ਹੀ ਇੱਥੋਂ ਦੀ ਸਰਕਾਰੀ ਭਾਸ਼ਾ ਜਿਹੜੀ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਕਰ ਦਿੱਤੀ। 1 ਨਵੰਬਰ 1966 ਤੇ ਅੱਜ 21 ਫਰਵਰੀ 2022। ਕੀ ਗੱਲ ਹੈ? ਮਤਲਬ ਕਿਉਂ ਇੰਨਾ ਵੱਡਾ ਖਲਾ? ਹੁਕਮਰਾਨਾਂ ਨੇ ਤੇ ਧੱਕਾ ਕਰਨਾ ਹੀ ਹੁੰਦਾ, ਤੇ ਕੀ ਪੰਜਾਬੀ ਧੱਕੇ ਵਿਰੁੱਧ ਬੋਲਣ ਜੋਗੇ ਰਹੇ ਨਹੀਂ? ਅਸਲ 'ਚ ਜਿਹੜਾ ਚੰਡੀਗੜ੍ਹ ਦਾ ਤੁਸੀਂ ਗੱਲ ਕੀਤੀ ਹੈ, ਜਿਹੜਾ ਇਹ ਖਿੱਤਾ ਹੈ, ਇਹਨੂੰ ਜਿਵੇਂ 47 ਦੀ ਗੱਲ ਆਪਾਂ ਲੈਂਦੇ ਆ, ਹੋਰਾਂ ਦਾ ਬੜਾ ਇਤਿਹਾਸ ਹੈ, ਪਰ ਸਾਨੂੰ ਇੱਥੇ ਬਾਰ-ਬਾਰ ਇਹ 47 ਵਰਗੇ ਮਾਹੌਲ 'ਚੋਂ ਗੁਜ਼ਰਨਾ ਪਿਆ। ਸਾਡੇ ਤੁਸੀਂ ਕਿਹਾ ਵੀ ਇਹ ਇਲਾਕਾ ਕਿਉਂ ਨਹੀਂ ਬੋਲਿਆ? ਇੱਕ ਤਾਂ ਇਲਾਕਾ ਪਹਿਲਾਂ ਹੀ ਬਹੁਤ ਪਛੜਿਆ ਹੋਇਆ ਸੀ, ਦੂਜਾ ਇਹਨੂੰ ਛਿਆੜ ਚਮਾਰਾਂ, ਇਹਨੇ ਹਰ ਸਮੇਂ ਲੜਾਈਆਂ ਲੜੀਆਂ ਜੀ ਇਸ ਇਲਾਕੇ ਨੇ। ਛਿਆੜ ਤਾਜ਼ਾ ਛਿਆੜ 'ਚ ਇਹਨੇ ਜਦੋਂ ਚੰਡੀਗੜ੍ਹ ਵਸਦਾ ਉੱਜੜਦਾ, ਮਤਲਬ ਕਿ ਇਹ ਪਿੰਡ ਉੱਜੜਦੇ ਆ, ਉਹ 'ਚੋਂ ਜਿਹੜੇ 22 ਪਿੰਡ ਬਚਦੇ ਵੀ ਹੈ, ਉਹ ਲੋਕ ਵੀ ਆਪਣਾ ਸਹਿਮ 'ਚ ਜੀ ਰਹੇ ਸੀ ਵੀ ਕਦੋਂ ਤਲਵਾਰ ਆ ਜਾਏ, ਕਦੋਂ ਸਾਡਾ ਪਿੰਡ ਵੀ ਉੱਠੂਗਾ, ਕਿਉਂਕਿ ਡਰਾਇਆ ਜਾ ਰਿਹਾ ਸੀ। ਉਹ ਵਿਚਾਰੇ ਆਪਣੇ ਘਰ ਬਚਾਉਣ ਵਾਸਤੇ ਉਹ ਬੋਲੀ ਦੀ ਗੱਲ ਕਦੀ ਕੀਤੀ ਨਹੀਂ। ਜਿਹੜੀ ਗੱਲ ਤੁਸੀਂ ਚੰਡੀਗੜ੍ਹ ਦੀ ਕਰ ਰਹੇ ਆ, ਅੱਜ ਅਸੀਂ ਆਵਾਜ਼ ਚੱਕ ਰਹੇ ਹਾਂ, ਪਰ ਇਹ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਪੂਰੇ ਸੰਸਾਰ ਨੂੰ ਇਹ ਦੱਸਣਾ ਚਾਹੁੰਦਾ, ਪੂਰੇ ਵਿਸ਼ਵ ਨੂੰ ਜਾਂ ਪੂਰੇ ਵਰਲਡ ਨੂੰ, ਪੰਜਾਬੀ ਦੀ ਗੱਲ ਛੱਡੋ, ਵੀ ਪੰਜਾਬ ਦਾ ਇੱਕ ਤੁਸੀਂ ਵੀ ਆਪਣੇ ਲਫ਼ਜ਼ਾਂ ਤੋਂ ਸੁਣਦੇ ਹੁੰਦੇ ਅਸੀਂ ਆਪਣੇ ਧਰਨਿਆਂ 'ਚ ਵੀ ਇਹ ਖੂਬਸੂਰਤ ਸ਼ਹਿਰ ਨਹੀਂ ਹੈ, ਬਦਨਸੀਬ ਸ਼ਹਿਰ ਹੈ। ਔਰ ਬਦਨਸੀਬ ਐਸਾ ਸ਼ਹਿਰ ਹੈ ਵੀ ਜਿਹਦਾ ਪੰਜਾਬ ਹੈ, ਜਿਹਦੀ ਆਪਣੀ ਰਾਜਧਾਨੀ ਹੈ, ਉਸ ਰਾਜਧਾਨੀ ਦੇ ਉਹਦੀ ਆਪਣੀ ਮਾਂ ਬੋਲੀ ਨਹੀਂ ਹੈ ਇੱਥੇ। ਤੇ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਪੂਰੇ ਪੰਜਾਬੀ ਨੂੰ ਬਚਾਉਣ ਦੀ ਗੱਲ ਕਰਦੇ ਹਾਂ। ਪੰਜਾਬ 'ਚ ਵੀ ਬੜੇ ਪੰਜਾਬੀ ਦੇ ਪ੍ਰੇਮੀ ਉੱਠਦੇ ਆ, ਪਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਤੁਹਾਡੀ ਰਾਜਧਾਨੀ 'ਚ ਆਹ ਹਾਲ ਹੈ, ਕਿਉਂਕਿ ਇੱਥੇ ਸਾਨੂੰ ਜਿਹੜੇ ਇੱਥੇ ਦੇ ਲੋਕ ਆ ਉਹ ਵਿਚਾਰੇ ਅਜਾੜਿਆਂ 'ਚ ਗੁਜ਼ਰਦੇ ਰਹੇ ਜੀ। ਹੁਣ 22 ਪਿੰਡ ਬਚੇ ਆ, ਉਹਨਾਂ ਦੇ ਨਾਲ ਵੀ ਉਹ ਹਾਲ ਹੋ ਰਿਹਾ ਵੀ ਉਹ ਇੱਕ ਆਪਾਂ ਕਹਿੰਦੇ ਮਿੱਠੀ ਜੇਲ੍ਹ 'ਚ ਰਹਿ ਰਹੇ ਹਾਂ ਅਸੀਂ। ਮੈਂ ਖੁਦ ਮਤਲਬ ਚੰਡੀਗੜ੍ਹ ਆ, ਇੱਕ ਇਹੋ ਜਿਹਾ ਪਿੰਡਾਂ ਦੇ ਲੋਕ ਹੈ ਜਿਹੜੇ ਸਾਡੇ ਪੰਜਾਬੀ ਲੋਕ ਆ, ਇੱਕ ਮਿੱਠੀ ਜੇਲ੍ਹ 'ਚ ਰਹਿ ਰਹੇ ਆ ਜੀ। ਮਤਲਬ ਆਪਣੇ ਘਰਾਂ ਨੂੰ ਤੁਸੀਂ ਮਿੱਠੀ ਜੇਲ੍ਹ ਮੰਨਦੇ? ਮਿੱਠੀ ਜੇਲ੍ਹ ਮੰਨਦੇ, ਕਿਉਂਕਿ ਸਾਡੀ ਆਪਣੀ ਮਾਂ ਬੋਲੀ ਤਾਂ ਹੈ ਹੀ ਨਹੀਂ ਜੀ ਇੱਥੇ। ਸਾਡੇ ਕਿੱਤੇ ਖੋਲੇ, ਸਾਡਾ ਹਰ ਚੀਜ਼ੋਂ ਸਾਨੂੰ ਅੱਜ ਵੀ ਸਾਡੇ ਉੱਪਰ ਜਿਹੜੇ ਰਾਜ ਕਰਨ ਵਾਲੇ ਉਹ ਯੂਪੀ ਬਿਹਾਰ ਤੋਂ ਆ ਰਹੇ ਆ, ਜਿਹੜੇ ਸਾਨੂੰ ਆਰਡਰ ਦੇ ਰਹੇ ਆ ਜੀ, ਸਾਨੂੰ ਹੁਕਮਨਾਮਾ, ਉਹ ਜਿਹੜੇ ਅੰਗਰੇਜ਼ੀ 'ਚ ਸਾਡੇ ਕੋਲ ਲੈਟਰਾਂ ਆ ਰਹੀਆਂ ਨੇ, ਜਾਂ ਸਾਡੇ ਕੋਲ ਟੈਕਸ ਲੱਗ ਰਹੇ ਆ, ਕਦੇ ਕਿਸੇ ਚੀਜ਼ ਦੇ ਕਦੇ ਕਿਸੇ ਚੀਜ਼ ਦੇ, ਜੋ ਸਾਡੇ ਪਹਿਲੇ ਲੋਕ ਸਮਝ ਨਹੀਂ ਪਏ, ਹੁਣ ਲੋਕ ਥੋੜ੍ਹੇ ਸਮਝਣ ਲੱਗੇ ਸਾਡੇ ਵਰਗੇ, ਉਹ ਉਹਨਾਂ ਨੂੰ ਪੜ੍ਹਨ ਲੱਗੇ ਆ, ਫਿਰ ਅਸੀਂ ਬੋਲਣ ਲੱਗੇ ਆਪਣੀ ਮਾਂ ਬੋਲੀ ਦੀ ਵੀ ਸਾਡੀ ਮਾਂ ਬੋਲੀ 'ਚ ਸਾਨੂੰ ਦਿਓ ਜੋ ਵੀ ਸਾਨੂੰ ਦੇਣਾ ਹੈ, ਤੁਸੀਂ ਟੈਕਸ ਦੇਣਾ ਜਾਂ ਸਾਨੂੰ ਨੋਟਿਸ ਭੇਜਣੇ, ਸਾਡੀ ਮਾਂ ਬੋਲੀ ਸਹੀ ਕੋਈ ਜਵਾਬ ਦੇਣ ਜੋਗੇ ਤਾਂ ਹੋਈਏ ਜੀ। ਪਰ ਸੁਖਜੀਤ, ਆਪਾਂ ਚੰਡੀਗੜ੍ਹ ਦੇ ਸਿਆਸਤਦਾਨਾਂ ਦੀ ਗੱਲ ਬਾਅਦ 'ਚ ਕਰਦੇ ਹਾਂ। ਪੰਜਾਬ ਸਰਕਾਰਾਂ ਤੇ ਇੱਥੇ ਹੀ ਚੱਲਦੀਆਂ ਨੇ, ਚੰਡੀਗੜ੍ਹ ਤੋਂ ਪੰਜਾਬ ਸਕੱਤਰੇਤ ਇੱਥੇ ਆ, ਪੰਜਾਬ ਵਿਧਾਨ ਸਭਾ ਇੱਥੇ ਆ, ਉਹਨਾਂ ਦੀਆਂ ਕੋਠੀਆਂ ਇੱਥੇ ਨੇ, ਤੇ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਨੇ, ਵੱਖ-ਵੱਖ ਸਰਕਾਰਾਂ ਨੇ, ਇਹ ਉਹਨਾਂ ਦੀ ਡਿਊਟੀ ਬਣਦੀ ਸੀ ਕਿਤੇ ਉਹ ਤੁਹਾਡੀ ਆਵਾਜ਼ 'ਚ ਆਵਾਜ਼ ਨਹੀਂ ਬਣੇ? ਬਿਲਕੁਲ ਨਹੀਂ ਜੀ ਬਣੇ। ਬੜੇ ਚਿਰ ਤੋਂ ਪੰਜਾਬੀ ਮੰਚ ਇਸ ਗੱਲ ਤੇ ਉਹਨਾਂ ਤੱਕ ਪਹੁੰਚ ਵੀ ਕਰਦਾ ਰਿਹਾ,
ਤੇ ਪਰ ਉਹਨਾਂ ਨੇ ਕਦੇ ਵੀ ਇੱਕ ਦੋ ਵਾਰੀ ਸ਼ਾਇਦ ਤੁਹਾਡੇ ਰਾਹੀਂ ਚਰਨਜੀਤ ਚੰਨੀ ਨੇ ਇੱਕ ਵਾਰੀ ਆਵਾਜ਼ ਚੁੱਕੀ ਸੀ ਪੁਰਾਣੇ ਟਾਈਮ 'ਚ, ਉਹਨਾਂ ਨੇ ਉੱਥੇ ਚੰਡੀਗੜ੍ਹ ਦੀ ਗੱਲ ਚੁੱਕੀ ਸੀ, ਪਰ ਕਿਸੇ ਨੇ ਨਹੀਂ ਚੁੱਕੀ। ਪਰ ਗੱਲ ਇਹੀ ਹੈ ਵੀ ਇੱਥੇ ਆ ਕੇ ਏਸੀਆਂ 'ਚ ਕਮਰੇ 'ਚ ਰਹਿੰਦੇ ਆ ਪੰਜਾਬ ਵਾਸੀ ਜਿਹੜੇ ਪੰਜਾਬੀ 'ਚ ਵੋਟਾਂ ਮੰਗਦੇ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਪੰਜਾਬੀ 'ਚ ਵੋਟਾਂ ਮੰਗਦੇ ਨੇ, ਪਰ ਜਦੋਂ ਉਹ ਚੰਡੀਗੜ੍ਹ ਆ ਜਾਂਦੇ ਨੇ, ਹੁਣ ਵੀ ਚਾਹੇ ਇਲੈਕਸ਼ਨ ਹੋ ਕੇ ਹਟਿਆ, ਆਉਣ ਵਾਲੇ ਸਮੇਂ 'ਚ ਵੀ MLA MP ਇਹਨਾਂ ਨੇ ਮੰਤਰੀ ਬਣਨਾ, ਇਹ ਸਾਰੇ ਨੇ ਚੰਡੀਗੜ੍ਹ ਦੇ ਏਸੀਏ 'ਚ ਕਮਰੇ 'ਚ ਬੈਠ ਜਾਣਾ, ਇੱਥੇ ਬੋਲੀ ਇਹ ਕੇਂਦਰ ਦੀ ਬੋਲਣਗੇ। ਤੁਹਾਡਾ ਮਤਲਬ ਏਸੀ ਦੇ ਕਮਰੇ 'ਚ ਬਹਿ ਕੇ ਪੰਜਾਬੀ ਨੂੰ ਠੰਡਾ ਕਰ ਦਿੰਦੇ। ਡਾਕਟਰ ਸਾਹਿਬ ਇੱਕ ਦੱਸੋ, ਤੁਸੀਂ ਗੱਲ ਕੀਤੀ ਹੈ, ਜੇ ਆਪਾਂ ਅਦਾਲਤਾਂ ਦੀ ਗੱਲ ਕਰੀਏ, ਜੱਜ ਅੰਗਰੇਜ਼ੀ 'ਚ ਕੰਮ ਕਰਦੇ ਨੇ, ਜੱਜਾਂ ਨੂੰ ਪ੍ਰੋਬਲਮ ਕੀ ਹੈ ਤੇ ਉਹ ਪੰਜਾਬੀ ਨੇ, ਵਕੀਲ ਪੰਜਾਬੀ ਨੇ, ਮੁਲਜ਼ਮ ਪੰਜਾਬੀ ਨੇ, ਠੀਕ ਹੈ ਜੀ, ਫਿਰ ਇਹ ਕਿਉਂ ਅੰਗਰੇਜ਼ੀ ਉੱਥੋਂ ਨਿਕਲ ਨਹੀਂ ਰਹੀ? ਦੂਸਰੀ ਗੱਲ, ਤੁਸੀਂ ਡਾਕਟਰਾਂ ਦੀ ਗੱਲ ਕੀਤੀ, ਡਾਕਟਰ ਵੀ ਪੰਜਾਬੀ ਨੇ ਤੇ ਮਰੀਜ਼ ਵੀ ਪੰਜਾਬੀ ਨੇ। ਮੈਂ ਅਗਲੀ ਗੱਲ ਇੱਕ ਹੋਰ ਕਰਦਾ, ਇੰਜੀਨੀਅਰਿੰਗ ਕਾਲਜਾਂ ਵਿੱਚ ਵਿਦਿਆਰਥੀ ਵੀ ਪੰਜਾਬੀ ਨੇ, ਪੜ੍ਹਾਉਣ ਵਾਲੇ ਵੀ ਪੰਜਾਬੀ ਨੇ, ਤੇ ਫਿਰ ਇਸ ਪੜ੍ਹਾਈ ਪੰਜਾਬੀ 'ਚ ਕਿਉਂ ਨਹੀਂ ਹੁੰਦੀ? ਡਾਕਟਰ ਜਿਹੜੇ ਨੇ ਉਹ ਪੰਜਾਬੀ 'ਚ ਕਿਉਂ ਨਹੀਂ ਸਮਝਾਉਂਦੇ ਮਰੀਜ਼ਾਂ ਨੂੰ, ਤੇ ਜੱਜ ਜਿਹੜੇ ਨੇ ਪੰਜਾਬੀ 'ਚ ਕਿਉਂ ਨਹੀਂ ਨੋਟਿਸ ਤੇ ਫੈਸਲੇ ਕਰਦੇ? ਮੇਰੇ ਨਾਲ ਨਾ ਇੱਕ ਮੁੰਡਾ ਪੜ੍ਹਦਾ ਹੁੰਦਾ ਸੀ ਜੀ, ਉਹਦੀ ਮਾਂ ਇੱਕ ਦਿਨ ਉਹਨੂੰ ਕਾਲਜ 'ਚ ਮਿਲਣ ਆ ਗਈ। ਉਹ ਕਿਤੇ ਸ਼ਹਿਰ ਆਈ ਹੋਈ ਸੀ, ਉਹਨੇ ਕੁਝ ਫਰੂਟ ਲਿਆ, ਉਹਨੂੰ ਸੋਚਿਆ ਮੇਰਾ ਪੁੱਤ ਇੱਥੇ ਪੜ੍ਹਦਾ, ਮੈਂ ਉਹਨੂੰ ਦੇ ਜਾਵਾਂ। ਉਹ ਕਾਲਜ 'ਚ ਆ ਗਈ। ਉਸ ਮੁੰਡੇ ਨੇ ਬਹੁਤ ਬੁਰਾ ਬਣਾਇਆ ਕਿ ਤੂੰ ਮੇਰੇ ਦੋਸਤਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਤੀ, ਤੂੰ ਕਿਉਂ ਆਈ, ਤੂੰ ਸਿੱਧੀ ਹੈ, ਤੂੰ ਸਿੱਧੜ ਹੈ, ਦੇਸੀ ਹੈ, ਤੈਨੂੰ ਨਹੀਂ ਸੀ ਆਉਣਾ ਚਾਹੀਦਾ, ਤੂੰ ਪੰਜਾਬਣ ਲੱਗਦੀ ਹੈ। ਹਾਂ, ਮਤਲਬ ਉਹਨੇ ਤਾਂ ਨਹੀਂ ਸੀ ਇਹ ਸ਼ਬਦ ਕਹੇ, ਪਰ ਇਹੀ ਗੱਲ ਢੁੱਕਦੀ ਹੈ ਸਾਡੇ ਉੱਤੇ ਕਿ ਅਸੀਂ ਜਿਸ ਮਾਂ ਨੇ ਸਾਨੂੰ ਜਨਮ ਦਿੱਤਾ, ਜਿਹਨੇ ਸਾਨੂੰ ਦੁੱਧ ਪਿਆ ਕੇ ਵੱਡੇ ਕੀਤਾ, ਤਾਕਤ ਦਿੱਤੀ, ਜਦੋਂ ਅਸੀਂ ਕੁਝ ਬਣ ਜਾਂਦੇ ਆ ਤੇ ਅਸੀਂ ਇਹ ਭੁੱਲ ਜਾਂਦੇ ਆ ਕਿ ਸਾਡੀ ਮਾਂ ਦੀ ਜਿਹੜੀ ਸੰਵੇਦਨਸ਼ੀਲਤਾ, ਜਿਹੜਾ ਉਹਦਾ ਖੂਨ ਹੈ, ਉਹਦਾ ਦੁੱਧ ਹੈ, ਉਹ ਸਾਡੇ ਅੰਦਰ ਹੈ। ਕ੍ਰਿਤਿਕਲ ਹੋ ਜਾਂਦੇ ਆ। ਹਾਂ, ਆਧਾਰ ਕਿਤੇ ਸਾਡਾ ਉਹ ਹੈ। ਫਸਟ ਅਸੀਸ ਤੁਹਾਨੂੰ ਜ਼ਿੰਦਗੀ 'ਚ ਤੁਹਾਡੀ ਮਾਂ ਨੇ ਦਿੱਤੀ ਹੈ, ਬਾਕੀ ਚੀਜ਼ਾਂ ਸਾਰੀਆਂ ਬਾਅਦ 'ਚ ਨੇ। ਸੋ ਹੁਣ ਜਦੋਂ ਉਸੇ ਮਾਂ ਬੋਲੀ ਦੇ ਵਿੱਚੋਂ ਰਿੜ ਕੇ ਸਿੱਖ ਕੇ ਤੁਸੀਂ ਬਣ ਗਏ ਕੁਝ, ਜਦੋਂ ਤੁਸੀਂ ਬਣ ਜਾਂਦੇ ਆ, ਤੁਸੀਂ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦੇ ਆ। ਤੁਹਾਨੂੰ ਲੱਗਦਾ ਨਹੀਂ, ਜੇ ਮੈਂ ਹੁਣ ਪੰਜਾਬੀ 'ਚ ਗੱਲ ਕਰਾਂਗਾ, ਮੈਂ ਪੜ੍ਹਿਆ ਲਿਖਿਆ ਨਹੀਂ ਗਿਣਿਆ ਜਾਊਂਗਾ। ਇਹ ਕਿੱਡੀ ਵੱਡੀ ਵਿਡੰਬਨਾ ਆ ਕਿ ਤੁਸੀਂ ਜਿਸ ਭਾਸ਼ਾ ਨਾਲ ਸੰਬੰਧਿਤ ਹੋ, ਉਸ ਭਾਸ਼ਾ ਦੀ ਪੜ੍ਹਾਈ ਕਰਕੇ ਹੋਣਾ ਤਾਂ ਇਹ ਚਾਹੀਦਾ ਕਿ ਪੜ੍ਹਿਆ ਲਿਖਿਆ ਬੰਦਾ ਜ਼ਿਆਦਾ ਵਧੀਆ ਪੰਜਾਬੀ ਬੋਲੇ, ਬਿਲਕੁਲ ਠੀਕ। ਆਮ ਬੰਦੇ ਸਿੱਧੇ ਅਨਪੜ੍ਹ ਨਾਲੋਂ, ਪਰ ਉਹ ਪੰਜਾਬੀ ਤੋਂ ਕਿਨਾਰਾ ਕਰ ਜਾਂਦਾ, ਉਹ ਹਿੰਦੀ ਬੋਲਦਾ, ਅੰਗਰੇਜ਼ੀ ਬੋਲਦਾ, ਹੋਰ ਕਿੰਨੀਆਂ ਭਾਸ਼ਾਵਾਂ ਬੋਲਦਾ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਅੱਜ ਤੱਕ ਜੋ ਖੱਟਿਆ, ਜੋ ਕਮਾਇਆ, ਇੱਜ਼ਤ ਵੀ, ਮਾਣ ਵੀ, ਪੈਸਾ ਵੀ, ਸਾਰਾ ਆਪਣੀ ਮਾਂ ਬੋਲੀ ਦੇ ਸਿਰ ਤੇ ਬੜਾ ਨਾਮ ਕਮਾਇਆ ਤੁਸੀਂ। ਮੇਰੀ ਮਾਂ ਬੋਲੀ ਦੇ, ਮੇਰੀ ਤਾਕਤ ਕੀ ਹੈ? ਮੇਰੀ ਮਾਂ ਬੋਲੀ ਹੈ। ਮੈਂ ਆਪਣੀ ਮਾਂ ਬੋਲੀ 'ਚ ਲਿਖਦਾ, ਆਪਣੀ ਮਾਂ ਬੋਲੀ 'ਚ ਪੜ੍ਹਦਾ, ਆਪਣੀ ਮਾਂ ਬੋਲੀ 'ਚ ਨਾਟਕ ਕਰਦਾ। ਮੈਂ ਚਾਹੇ ਇੰਗਲੈਂਡ ਗਿਆ, ਉੱਥੇ ਵੀ ਆਪਣੀ ਮਾਂ ਬੋਲੀ 'ਚ ਹੈ, ਤੇ ਇਹਦਾ ਮਤਲਬ ਮੇਰੀ ਮਾਂ ਬੋਲੀ ਬਹੁਤ ਅਮੀਰ ਹੈ। ਡਾਕਟਰ ਸਾਹਿਬ, ਤੁਸੀਂ ਤੋੜਾ ਸਾਰਾ ਆਮ ਪੰਜਾਬੀ ਤੇ ਜਿਹੜਾ ਸੁੱਟ ਰਹੇ ਜੇ, ਗੱਲ ਇਹ ਹੈ ਵੀ ਆਮ ਬੰਦਾ ਮੁਲਜ਼ਮ ਤਾਂ ਨਹੀਂ ਕਹਿੰਦਾ ਵੀ ਜੱਜ ਸਾਹਿਬ ਮੈਨੂੰ ਅੰਗਰੇਜ਼ੀ 'ਚ ਆਰਡਰ ਦਿਓ, ਜਾਂ ਮਰੀਜ਼ ਤੇ ਨਹੀਂ ਕਹਿੰਦਾ ਵੀ ਡਾਕਟਰ ਸਾਹਿਬ ਮੈਨੂੰ ਅੰਗਰੇਜ਼ੀ 'ਚ ਤੁਸੀਂ ਬਿਮਾਰੀਆਂ ਜਾਂ ਦਵਾਈਆਂ ਲਿਖ ਕੇ ਦਿਓ, ਜਾਂ ਜਿਹੜਾ ਬੱਚਾ ਸਾਡਾ ਇੰਜੀਨੀਅਰਿੰਗ ਕਾਲਜ ਪੜ੍ਹਦਾ, ਉਹਦੀ ਡਿਮਾਂਡ ਤੇ ਨਹੀਂ ਵੀ ਮੈਨੂੰ ਕਿਤਾਬਾਂ ਵੀ ਅੰਗਰੇਜ਼ੀ 'ਚ ਮਿਲਣ। ਇਹ ਤਾਂ ਸਰਕਾਰ ਜ਼ਿੰਮੇਵਾਰ ਨਹੀਂ। ਮੈਨੂੰ ਯਾਦ ਹੈ ਚਰਨਜੀਤ ਚੰਨੀ ਜਿਹੜੇ ਹੁਣ ਮੁੱਖ ਮੰਤਰੀ ਨੇ, ਉਹ ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਰਹੇ ਸੀ ਇਸ ਤੋਂ ਪਹਿਲਾਂ, ਤੇ ਉਹਨਾਂ ਨੇ ਐਲਾਨ ਕੀਤਾ ਸੀ ਵੀ ਕਿਉਂ ਨਹੀਂ ਇੰਜੀਨੀਅਰਿੰਗ ਦੀਆਂ, ITI ਦੀਆਂ ਜਿਹੜੀਆਂ ਤਕਨੀਕੀ ਸਿੱਖਿਆ ਹੈ, ਸਾਰੀ ਮੈਂ ਪੰਜਾਬੀ ਭਾਸ਼ਾ 'ਚ ਪੁਸਤਕਾਂ ਲਿਖੂੰਗਾ। ਜਦੋਂ ਪੁਸਤਕ ਹੀ ਅੰਗਰੇਜ਼ੀ 'ਚ ਮਿਲੇਗੀ ਤੇ ਉਹਦੇ ਲਈ ਤਾਂ ਸਰਕਾਰ, ਹਾਕਮ ਨਹੀਂ ਜ਼ਿੰਮੇਵਾਰ। ਮੈਂ ਆਮ ਬੰਦੇ ਨੂੰ ਕਸੂਰਵਾਰ ਨਹੀਂ ਕਹਿੰਦਾ। ਆਮ ਬੰਦਾ ਤਾਂ ਪਿੰਡ 'ਚ ਬੈਠਾ ਨਾ, ਜਾਂ ਸ਼ਹਿਰ 'ਚ ਮੱਧ ਵਰਗ ਦਾ ਜਿਹੜਾ ਬੈਠਾ, ਉਹ ਤਾਂ ਆਪਣੀ ਭਾਸ਼ਾ ਯੂਜ਼ ਕਰ ਰਿਹਾ, ਲੇਕਿਨ ਉਸੇ ਦੇ ਵਿੱਚੋਂ ਜਦੋਂ ਨਿਕਲ ਕੇ ਬੰਦਾ, ਆਪਾਂ ਖਾਸ ਹੋ ਜੰਨੇ ਆ, ਕਿਉਂਕਿ ਲੋਕਾਂ ਨੇ ਸੇਧ ਕਿਹਦੇ ਤੋਂ ਲੈਣੀ ਹੈ? ਲੋਕਾਂ ਨੇ ਸੇਧ ਲੈਂਦੇ ਕੁਰਸੀ ਤੋਂ ਬੈਠੇ ਤੋਂ, ਚਾਹੇ ਉਹ ਅਫਸਰ ਹੈ, ਚਾਹੇ ਉਹ ਵੱਡਾ ਲੇਖਕ ਹੈ, ਚਾਹੇ ਸਿਆਸਤਦਾਨ। ਲੋਕੀ ਉੱਪਰੋਂ ਆਦੀ ਸਾਰੀ ਥੱਲੇ ਨੂੰ। ਲੋਕੀ ਕਹਿੰਦੇ ਲੋਕ ਕਰਪਟ ਹੋ ਗਏ, ਮੈਂ ਕਹਿੰਦਾ ਲੋਕ ਤਾਂ ਕਰਪਟ ਹੋਏ ਕਿ ਉੱਪਰ ਕਰਪਟ ਹੋਏ, ਉੱਪਰੋਂ ਥੱਲੇ ਨੂੰ ਆਦੀ ਕਰਪਸ਼ਨ। ਇਦਾਂ ਇਹ ਚੀਜ਼ਾਂ ਵੀ ਨਾ ਲੋਕੀ ਸੇਧ ਲੈਂਦੇ ਆ। ਲੋਕੀ ਇਹ ਸੋਚਦੇ ਯਾਰ ਉਹ ਸਾਡੇ ਪਿੰਡ ਦਾ ਹੀ ਸੀ, ਉਹ ਐਡਾ ਵੱਡਾ ਅਫਸਰ ਬਣ ਗਿਆ, ਡਾਕਟਰ ਬਣ ਗਿਆ, ਇੰਜੀਨੀਅਰ ਬਣ ਗਿਆ, ਹੁਣ ਕਿੰਨੀ ਫਰਾਟੇਦਾਰ ਅੰਗਰੇਜ਼ੀ ਬੋਲਦਾ। ਮਾਣ ਇਸ ਗੱਲ ਦਾ ਅਸੀਂ ਮਹਿਸੂਸ ਕਰਦੇ, ਆਪਾਂ ਸੇਧ ਲੈਂਦੇ ਆ। ਦੂਸਰੀ ਗੱਲ, ਅਸੀਂ ਪੰਜਾਬੀ ਨੂੰ ਕਿੱਤੇ ਦੀ ਭਾਸ਼ਾ ਨਹੀਂ ਬਣਨ ਦਿੱਤਾ। ਵੱਡੀ ਪ੍ਰੋਬਲਮ, ਵੱਡੀ ਸਮੱਸਿਆ ਹੈ। ਹਰ ਮਾਂ-ਬਾਪ ਇਹ ਸੋਚਦਾ ਮੇਰਾ ਬੱਚਾ ਪੜ੍ਹੇ ਤੇ ਇਹ ਕਿੱਤਾ ਮੁਖੀ ਪੜ੍ਹਾਈ ਹੋਵੇ, ਇਹ ਕਿਸੇ ਕੱਲ੍ਹ ਨੂੰ ਪੇਸ਼ਾ ਬਣੇ, ਇਹਨੂੰ ਨੌਕਰੀ ਮਿਲੇ। ਤੇ ਅਸੀਂ ਕੀ ਕਰਤਾ, ਸਾਡੇ ਸਿਸਟਮ ਨੇ, ਅਸੀਂ ਇਹ ਕ੍ਰੀਏਟ ਕਰਤਾ ਵੀ ਜੇ ਕਿਸੇ ਨੇ ਨੌਕਰੀ ਲੈਣੀ ਹੈ ਤਾਂ ਉਹਨੂੰ ਅੰਗਰੇਜ਼ੀ ਚਾਹੀਦੀ, ਜਾਂ ਉਹਨੂੰ ਹਿੰਦੀ ਚਾਹੀਦੀ, ਪੰਜਾਬੀ ਨਹੀਂ ਚਾਹੀਦੀ। ਤੇ ਉਹ ਕਿੱਤਾ ਹੈ ਨਹੀਂਗਾ, ਉਹਦੇ ਨਾਲ ਜੋੜਿਆ ਨਹੀਂ, ਨਾ ਤਾਂ ਕਿੱਤਾ ਜੋੜਿਆ, ਨਾ ਸਾਡੇ
ਨਿੱਤ ਵਿਵਹਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਕੰਮ ਆਣੀਆਂ, ਅਸੀਂ ਜਿੱਥੇ ਜਿੱਥੇ ਜਾਣਾ ਜਿਹਨਾਂ ਬਾਰੇ ਮੈਂ ਪਹਿਲਾਂ ਇਸ਼ਾਰਾ ਕਰ ਚੁੱਕਾ ਨਾ, ਉੱਥੇ ਪੰਜਾਬੀ ਸਾਡੀ ਹੋ ਗਈ। ਇਸ ਕਰਕੇ ਸਾਨੂੰ ਤੱਕ ਪਿੱਛੇ ਨੂੰ ਦੁਖਾਂਤ ਤੇ ਇਹ ਹੈ ਵੀ ਦੇਖੋ 117 ਜਿਹੜੇ ਸਾਡੇ ਵਿਧਾਇਕ ਨੇ, ਉਹਨਾਂ ਚੋਂ ਮੁੱਖ ਮੰਤਰੀ ਬੰਦਾ, ਉਹਨਾਂ ਚੋਂ ਸਪੀਕਰ ਬੰਦਾ ਤੇ ਉਹਨਾਂ ਚੋਂ ਮੰਤਰੀ ਬੰਦੇ ਨੇ। ਜਿਹੜੇ 117 ਵਿਧਾਇਕ ਪਿਛਲਿਆਂ ਤੇ ਝਾਤੀ ਮਾਰਦੀ ਹੈ ਸਾਰਿਆਂ ਤੇ, ਉਹਨਾਂ ਚੋਂ ਕਿਹੜਾ ਅੰਗਰੇਜ਼ ਸੀ? ਉਹ ਕਿਉਂ ਨਹੀਂ ਚੀਕ ਮਾਰਦੇ ਵਿਧਾਨ ਸਭਾ ਜਾ ਕੇ, ਸਕੱਤਰ ਤੇ ਜਾ ਕੇ ਕਿਉਂ ਨਹੀਂ ਕੰਧ ਨਾਲ ਮੱਥਾ ਮਾਰਦੇ ਵੀ ਯਾਰ ਅਸੀਂ ਪੰਜਾਬੀ ਆ, ਸਾਡੇ ਬੱਚਿਆਂ ਨੂੰ ਪੰਜਾਬੀ ਚ ਪੜ੍ਹਨ ਦਾ ਜਿਹੜਾ ਅਧਿਕਾਰ ਦਿੱਤਾ ਜਾਵੇ। ਜਿਹੜੇ ਕਨਵੈਂਟ ਸਕੂਲ ਨੇ, ਜਿਹੜੇ ਕਹਿੰਦੇ ਵੀ ਜੇ ਸਕੂਲ ਦੀ ਚਾਰ ਦੀਵਾਰੀ ਚ ਬੱਚਾ ਜਿਹੜਾ ਪੰਜਾਬੀ ਚ ਪੜ੍ਹੂਗਾ ਤੇ ਉਹ ਮੁਲਜ਼ਮ ਹੋਊਗਾ, ਉਹਨੂੰ ਜੁਰਮਾਨਾ ਲਵਾਂਗੇ, ਉਹ ਕਿਉਂ ਨਹੀਂ ਬੋਲਦੇ? ਤੇ ਇਹੀ ਤਾਂ ਗੱਲ ਹੈ ਨਾ ਕਿ ਇਹ ਜਿਹੜੀ ਸਾਡੀ ਸਿਆਸਤ ਹੈ ਉਹ ਮੁੱਦਾ ਰਹਿਤ ਸਿਆਸਤ ਹੈ। ਜੇ ਮੁੱਦਾ ਸਹਿਤ ਸਿਆਸਤ ਹੋਵੇ ਕਿ ਮੁੱਦਿਆਂ ਤੇ ਸਿਆਸਤ ਹੋ ਰਹੀ ਹੋਵੇ, ਮੁੱਦਿਆਂ ਤੇ ਲੜ ਕੇ ਸਿਆਸਤਦਾਨ 117 ਦੇ ਵਿੱਚ ਚੁਣਿਆ ਜਾਵੇ, ਫਿਰ ਉਹ ਮੁੱਦਿਆਂ ਤੇ ਰਹੇਗਾ। ਤੁਸੀਂ ਹੁਣੇ ਸਿਆਸਤ ਦੀ ਗੱਲ ਕੀਤੀ, ਜਦੋਂ ਅਸੀਂ ਇੰਟਰਵਿਊ ਸ਼ੁਰੂ ਕੀਤੀ ਹੈ ਕਿ ਸਿਆਸਤ ਦੇ ਕੜਮਾਸ ਚੋਂ ਨਿਕਲ ਕੇ ਇੱਥੇ ਆਏ ਆ, ਉਹ ਸਾਰੇ ਕੜਮਾਸ ਵਿੱਚ ਤੁਸੀਂ ਜਾਂ ਮੈਂ ਕੋਈ ਮੁੱਦਾ ਸੁਣਿਆ ਪੰਜਾਬ ਦੇ ਵਿੱਚ? ਕੋਈ ਮੁੱਦਾ ਨਹੀਂ ਸੁਣਿਆ। ਜਸਟ ਟੌਫੀਆਂ, ਚਾਕਲੇਟ, 1000 ਰੁਪਇਆ, 2000 ਰੁਪਏ, ਕੋਈ ਕਿਰਪਾਨ ਚੁੱਕੀ ਫਿਰਦਾ, ਕੋਈ ਝਾੜੂ ਚੁੱਕੀ ਫਿਰਦਾ, ਵਾਹੀਆ ਜੀਆਂ ਗੱਲਾਂ ਹੋ ਰਹੀਆਂ ਜਿਹੜੀਆਂ ਕਿ ਵਿਚਾਰਧਾਰਕ ਪੱਖੋਂ ਕੋਈ ਪਕਿਆਈ ਨਹੀਂ, ਲੋਕਾਂ ਦੇ ਮੁੱਦੇ ਨਹੀਂ। ਲੋਕਾਂ ਦੇ ਮੁੰਡੇ ਬੇਰੁਜ਼ਗਾਰ ਤੁਰੇ ਫਿਰਦੇ ਆ, ਲੋਕਾਂ ਦੇ ਮੁੰਡਿਆਂ ਨੂੰ ਸਿੱਖਿਆ ਨਹੀਂ ਮਿਲ ਰਹੀ, ਲੋਕਾਂ ਦੇ ਮੁੰਡੇ ਨਸ਼ੇ ਦੇ ਵਿੱਚ ਗਲਤਾਨ ਹੋਏ ਆ, ਬਾਹਰ ਜਾ ਰਿਹਾ। ਮਜ਼ਦੂਰ ਵਰਗ ਵਿਚਾਰਾ ਵੈਸੇ ਪਿਸਿਆ ਪਿਆ। ਉਹ ਪੰਜਾਬ ਦੀ ਏਡੀ ਵੱਡੀ ਆਬਾਦੀ ਹੈ, ਪੰਜਾਬ ਦੀ 35% ਦਲਿਤ ਆਬਾਦੀ ਹੈ, ਉਹਦਾ ਕੋਈ ਮੁੱਦਾ ਨਹੀਂ। ਵਾਅਦੇ ਕੀਤੇ ਆਪਾਂ ਕਿਸੇ ਪਾਰਟੀ ਦਾ ਜੇ ਨਾਂ ਵੀ ਨਾ ਲਈਏ, ਸਾਰੀਆਂ ਪਾਰਟੀਆਂ ਨੇ, ਨਾਂ ਲੈਣ ਦੀ ਲੋੜ ਹੀ ਨਹੀਂ, ਸਾਰੀਆਂ ਉਹਦੇ ਤੋਂ ਤੇ ਇਹ ਨਹੀਂ ਲੱਗਦਾ ਵੀ ਜਿਵੇਂ ਜਿਹੜੇ ਵਾਅਦੇ ਕੀਤੇ ਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਕਿੱਤੇ ਛੱਡ ਕੇ ਘਰ ਬਹਿ ਜਾਣਾ ਚਾਹੀਦਾ, ਘਰ ਹੀ ਸਿਲੰਡਰ ਆ ਜਾਣਾ, ਘਰ ਹੀ ਤੁਹਾਡੇ ਬੈਂਕ 'ਚ ਪੈਸੇ ਆ ਜਾਣੇ ਆ, ਦਾਲ ਰੋਟੀ ਸਾਰਾ ਕੁਝ ਘਰ ਆ ਜਾਣਾ, ਤੁਹਾਡੇ ਬੱਚਿਆਂ ਨੂੰ ਫ੍ਰੀ ਪੜ੍ਹਾ ਦੇਣਾ। ਹਾਂ, ਤੇ ਇਹ ਗੱਪਾਂ ਹੀ ਨੇ ਸਾਰੀਆਂ, ਇਹ ਗੱਪਾਂ ਹੀ ਨੇ। ਸਿਆਸਤਦਾਨ ਗੱਪ ਤੇ ਪਹੁੰਚ ਗਈ ਹੈ ਤੇ ਸਾਡੀ ਬਦਕਿਸਮਤੀ ਹੈ ਕਿ ਅਸੀਂ ਗੱਪਾਂ 'ਚੋਂ ਨਜ਼ਾਰਾ ਲੈਂਦੇ ਹਾਂ। ਸੁਖਜੀਤ ਜੀ, ਤੁਸੀਂ ਇੱਕ ਦੱਸੋ, ਬਹੁਤ ਵੱਡਾ ਦੁਖਾਂਤ ਆਪਾਂ ਕਈ ਵਾਰੀ, ਮੈਂ ਵੀ ਤੁਹਾਡੇ ਧਰਨਿਆਂ 'ਚ ਆਇਆ, ਜ਼ਿਕਰ ਕੀਤਾ ਵੀ ਚੰਡੀਗੜ੍ਹ ਦਾ ਤੁਸੀਂ ਸਵਾਲ ਕਰਦੇ ਜੇ ਵੀ 12-13 ਲੱਖ ਜਿਹੜੇ ਵਸਨੀਕ ਨੇ, ਉਹਨਾਂ ਵਿੱਚੋਂ ਇੱਕ ਵੀ ਜਿਹੜਾ ਉਹਦੀ ਮਦਰ ਟੰਗ ਮਾਂ ਬੋਲੀ ਪੰਜਾਬੀ ਨਹੀਂ ਗੀ, ਫਿਰ ਸਰਕਾਰੀ ਭਾਸ਼ਾ ਅੰਗਰੇਜ਼ੀ ਕਿਉਂ ਹੈ? ਇਹਨੂੰ ਤੁਸੀਂ ਕਿਹੜੇ ਨਜ਼ਰੀਏ ਨਾਲ ਦੇਖਦੇ, ਕੀ ਕਾਰਨ ਹੈ ਇਹਦਾ? ਕਾਰਨ ਇਹ ਵੀ ਸਾਡੀ ਮਾਨਸਿਕਤਾ ਬਣਾਈ ਜਾ ਰਹੀ ਹੈ ਜੀ, ਵੀ ਤੁਸੀਂ ਪੰਜਾਬੀ 'ਚ ਤਾਂ ਗੱਲੇ ਨਹੀਂ ਕਰਨੀ, ਠੀਕ ਹੈ ਨਾ ਜੀ। ਤੇ ਜਿਹੜੀ ਤੁਸੀਂ ਕਹਿ ਰਹੇ ਵੀ ਇੱਥੇ ਸਿਰਫ ਸਾਰਿਆਂ ਦੀ ਬੋਲੀ ਹੈ ਜਿਹੜੀ ਆ, ਕੁਝ ਹਿੰਦੀ ਹੈ, ਬਾਕੀ ਜ਼ਿਆਦਾ ਵਸੋਂ ਹੈ ਜਿਹੜਾ ਉਹ ਪੰਜਾਬੀਆਂ ਦੀ ਹੈ, ਕਿਉਂਕਿ ਪੰਜਾਬੀ ਖਿੱਤਾ ਹੈ। ਇੱਥੇ ਤਾਂ ਸੰਵਿਧਾਨ ਨੂੰ ਵੀ ਜੀ ਛਿੱਕੇ ਟੰਗਿਆ ਜਾ ਰਿਹਾ। ਜੇ ਆਪਾਂ ਸੰਵਿਧਾਨ ਦੀ ਵੀ ਗੱਲ ਕਰੀਏ, ਉੱਥੇ 22 ਖੇਤਰੀ ਭਾਸ਼ਾ, ਉਹਨਾਂ ਦੇ ਵਿੱਚ ਵੀ ਕਿਤੇ ਆਪਾਂ ਨੂੰ ਅੰਗਰੇਜ਼ੀ ਤਾਂ ਹੈ ਹੀ ਨਹੀਂ, ਠੀਕ ਹੈ। ਉੱਥੇ ਪੰਜਾਬੀ ਜਿਹੜਾ ਖਿੱਤਾ ਹੈ, ਤੇ ਪੰਜਾਬੀ ਨੂੰ ਦਰਕਿਨਾਰ ਕਰਨ ਵਾਸਤੇ ਇਹਨਾਂ ਨੇ ਇੱਥੇ ਅੰਗਰੇਜ਼ੀ ਪਹਿਲਾ ਸੂਬਾ ਹੈ, ਮੈਂ ਕਹਿੰਦਾ ਪੂਰੇ ਆਪਣੇ ਹਿੰਦੁਸਤਾਨ ਦਾ ਇਹੀ ਸੂਬਾ ਹੈ ਜਿਹਦੀ ਚੰਡੀਗੜ੍ਹ, ਜਿਹਦੀ ਆਪਣੀ ਭਾਸ਼ਾ ਅੰਗਰੇਜ਼ੀ ਹੈ। ਬਾਕੀ ਮੈਨੂੰ ਲੱਗਦਾ ਕਿਸੇ ਵੀ ਹੈ ਹੀ ਨਹੀਂ ਜੀ। ਆਪਾਂ ਆਮ ਆਪਣੇ ਪੋਸਟਰਾਂ 'ਚ ਵੀ ਛਾਪਦੇ ਆ ਸਾਰੇ ਪੰਜਾਬੀ ਮੰਚ ਵੱਲੋਂ ਵੀ ਕਿਸੇ ਵੀ ਕੇਂਦਰਤ ਕੀ ਹੈ ਫਿਰ, ਮਤਲਬ ਕੀ ਸਰਕਾਰ ਕੀ ਚਾਹੁੰਦੀ ਹੈ ਤੁਹਾਡੇ? ਅਸਲ 'ਚ ਜੀ ਪੰਜਾਬੀਆਂ ਨੂੰ ਵੱਢ ਲਿਆ, ਸਾਰਾ ਕੁਝ ਕਰਕੇ ਦੇਖ ਲਿਆ। ਇਹ ਪੰਜਾਬੀ ਹੋ ਹੈ, ਹਰ ਇੱਕ ਇਹ ਕੌਮ ਹੀ ਇਹੀ ਜੀ ਹੈ ਵੀ ਇਹ ਚਾਹੇ ਹੁਣ ਵੀ ਚਾਹੇ ਕਿਸਾਨੀ ਮਸਲਾ ਸੀ, ਤੋਂ ਪੁਰਾਣੇ ਵੀ ਮਸਲੇ, ਆਪਾਂ ਪੁਰਾਣੇ ਵੀ ਇਤਿਹਾਸ ਬੋਲਦੇ ਆ ਵੀ ਹਰੇਕ ਸਰਕਾਰ ਅੱਗੇ ਚਾਹੇ ਕੋਈ ਵੀ ਆਂਦਾ ਉਹਦੇ ਅੱਗੇ ਅੜਦੇ ਆ। ਤੇ ਹੁਣ ਇਹਨਾਂ ਨੇ ਮਾਰ ਟੁੱਕ ਕੇ ਵੱਢ ਕੇ ਸਭ ਕੁਝ ਦੇਖ ਲਿਆ, ਸਾਡੇ ਟੁਕੜੇ ਕਰ ਲਏ। ਜਿਵੇਂ ਪੰਜਾਬ ਦੇ ਆਪਾਂ ਦੇਖਦੇ ਆ ਟੁਕੜੇ ਹੋ ਗਿਆ। ਪਹਿਲਾਂ ਸਾਡੀ ਰਾਜਧਾਨੀ ਲਾਹੌਰ ਹੈ, ਉਹ ਖੋਲੀ, ਠੀਕ ਹੈ, ਫਿਰ ਸ਼ਿਮਲਾ ਬਣੀ ਮੇਗਾ, ਉਹ ਖੋਲੀ। ਹੁਣ ਇਹ ਚੰਡੀਗੜ੍ਹ, ਇਹ ਵੀ ਵਿੱਚ ਮਤਲਬ ਕਿ ਦੋ ਪਾਈਆਂ ਦੀ ਖੋਈ ਪਈ ਹੈ ਜੀ। ਤੇ ਉਹਨਾਂ ਨੇ ਦੇਖ ਲਿਆ ਵੀ ਇਹਨਾਂ ਨੂੰ ਪਾੜ ਪੂੜ ਕੇ ਦੇਖ ਲਿਆ। ਹੁਣ ਇਹਨਾਂ ਦੀ ਮਾਂ ਬੋਲੀ ਤੇ ਸਾਡੀ ਅੱਖ ਹੈ ਜੀ। ਤੁਸੀਂ 55 ਸਾਲ ਤੋਂ ਉਹਨਾਂ ਨੇ ਇਹੀ ਜਿਹੜੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਵਿੱਚੋਂ ਪੰਜਾਬੀਅਤ ਨੂੰ ਮਾਰਨਾ ਚਾਹੁੰਦੇ ਨੇ। ਮਾਰਤੀ ਜੀ ਇਹਨਾਂ ਨੇ, ਮਾਰਤੀ। ਹੁਣ ਜੇ ਪੰਜਾਬ ਦੀ ਆਪਾਂ ਗੱਲ ਕਰਦੇ ਆ ਵੀ ਪੰਜਾਬ 'ਚ ਅਸੀਂ ਬਚਾ ਲਾਂਗੇ, ਮੈਂ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਤੁਹਾਡੇ ਚੈਨਲ ਰਾਹੀਂ ਵੀ ਤੁਸੀਂ ਨਹੀਂ ਪੰਜਾਬ 'ਚ ਬਚਾ ਸਕਦੇ। ਤੁਹਾਡੀ ਰਾਜਧਾਨੀ 'ਚ ਤਾਂ ਖਤਮ ਕਰਤੀ ਉਹਨਾਂ ਨੇ, ਔਰ ਰਾਜਧਾਨੀ ਦੇ ਨਾਲ ਨਾਲ ਜਿੰਨਾ ਚੰਡੀਗੜ੍ਹ ਫੈਲ ਰਿਹਾ, ਕੋਈ ਨਿਊ ਚੰਡੀਗੜ੍ਹ ਬਣ ਗਿਆ, ਮੋਹਾਲੀ ਬਣ ਗਿਆ, ਤੁਸੀਂ ਇੱਥੇ ਆ ਕੇ ਦੇਖ ਲਓ ਆਪਣੀ ਪੰਜਾਬੀ ਤੁਹਾਡੀ ਕਿੱਥੇ ਰਹਿ ਗਈ ਹੈ, ਕਿਹੜੇ ਸਕੂਲਾਂ 'ਚ ਰਹਿ ਗਈ ਹੈ, ਕਿੱਥੇ ਬੋਲੀ ਜਾ ਰਹੀ ਹੈ। ਇੱਥੇ ਜਿਹੜੇ ਵਰਕਰ ਹੈ, ਕੰਮ, ਜਿੱਦਾਂ ਜਨਾਬ ਨੇ ਦੱਸਿਆ ਵੀ ਤੁਹਾਡੀ ਜਦ ਤੱਕ ਕਿੱਤੇ ਦੀ ਕੰਮਕਾਰ ਦੀ ਭਾਸ਼ਾ ਨਹੀਂ ਬਣਦੀ। ਅੱਜ ਵੀ ਪੋਸਟ ਇੱਕ ਬੜੀ ਕੌਮਾਂਤਰੀ ਮਾਂ ਬੋਲੀ ਤੇ ਘੁੰਮ ਰਹੀ ਹੈ ਵੀ ਆਉਣ ਵਾਲੇ ਟਾਈਮ 'ਚ ਜੇ ਤੁਸੀਂ ਇਹਨੂੰ ਆਪਣਾ ਕਿੱਤੇ ਦੀ ਭਾਸ਼ਾ ਜਾਂ ਆਪਣੀ ਪੜ੍ਹਾਈ ਦੀ ਭਾਸ਼ਾ ਇਹਨੂੰ ਨਾ ਬਣਾਈ ਤਾਂ ਸਿਰਫ ਪਾਠ ਪੂਜਾ ਵਾਲੀ ਭਾਸ਼ਾ ਤੱਕ ਰਹਿ ਜਾਣਾ ਹੈ। ਉਹ ਵੀ ਸੁਣਨ ਵਾਸਤੇ ਰਹਿ ਜਾਣਾ, ਤੁਸੀਂ ਕਰਨ ਤੋਂ ਵੀ ਜਾਣਾ, ਸੁਣਾਉਣ ਵਾਲੇ ਰਹਿ ਜਾਣੇ ਤੁਹਾਨੂੰ। ਪਾਠ ਜਿਹੜੀ ਪੰਜਾਬੀ ਆਪਣੀ ਗੁਰਮੁਖੀ ਹੈ, ਕਰਨ ਵਾਲੇ ਵੀ ਖਤਮ ਹੋ ਜਾਣੇ ਵਾਲੇ ਆ। ਡਾਕਟਰ ਸਾਹਿਬ, ਜਿਵੇਂ ਸੁਖਜੀਤ ਹੋਣੀ ਗੱਲ ਕਰ ਰਹੇ ਨੇ
ਇੱਕ ਗੱਲ ਬੜੀ ਅਸੀਂ ਕਈ ਵਾਰੀ ਉਭਾਰ ਕੇ ਕਹਿੰਦੇ ਆ ਵੀ ਸਾਡੀਆਂ ਪੰਜਾਬੀ ਫਿਲਮਾਂ, ਸਾਡੇ ਪੰਜਾਬੀ ਜਿਹੜੇ ਗੀਤ ਨੇ, ਨਾਟਕਾਂ 'ਚ ਮੈਂ ਬਾਅਦ ਚ ਆਊਂਗਾ, ਵੀ ਇਹਨਾਂ ਨੇ ਦੁਨੀਆ ਭਰ ਵਿੱਚ ਪੰਜਾਬੀ ਨੂੰ ਬਹੁਤ ਪ੍ਰਸਾਰਿਆ। ਤੁਸੀਂ ਇਹਨੂੰ ਕਿਵੇਂ ਲੈਂਦੇ ਜੇ? ਨਹੀਂ, ਪ੍ਰਸਾਰਿਆ ਜ਼ਰੂਰ ਹੈ, ਪਰ ਉਹੀ ਜਿਹੜੀ ਗੱਲ ਵੱਲ ਮੈਂ ਪਹਿਲਾਂ ਵੀ ਇਸ਼ਾਰਾ ਕੀਤਾ ਕਿ ਪੰਜਾਬੀ ਦੀ ਇੱਕ ਗਲਤ ਇਮੇਜ, ਇੱਕ ਉਲਾਰ ਤਸਵੀਰ ਪੇਸ਼ ਕੀਤੀ ਹੈ, ਜਿਹਦਾ ਨੁਕਸਾਨ ਸਾਨੂੰ ਹੋਇਆ ਹੈ। ਸਾਨੂੰ ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪਊਗੀ। ਅਸੀਂ ਪੰਜਾਬੀ ਬਹੁਤ ਸਿਆਣੇ ਹਾਂ, ਸਾਨੂੰ ਸਾਰੀ ਤਰ੍ਹਾਂ ਦੀ ਸਮਝ ਹੈ, ਅਸੀਂ ਸੂਖਮ ਵੀ ਹੈਗੇ ਹਾਂ, ਅਸੀਂ ਮਾੜੀ ਜੀ ਗੱਲ ਤੋਂ ਰੋਣ ਵਾਲੇ ਪੰਜਾਬੀ ਹਾਂ। ਅਸੀਂ ਸਭ ਤੋਂ ਜ਼ਿਆਦਾ, ਇਹ ਤੁਹਾਡੀ ਗੱਲ ਜਸਟੀਫਾਈ ਨਹੀਂ ਲੱਗਦੀ, ਤਰਕ ਨਹੀਂ ਲੱਗਦਾ, ਕਿਉਂਕਿ 55 ਸਾਲਾਂ ਤੋਂ ਚੰਡੀਗੜ੍ਹ ਦੀ ਹਾਲਤ ਦੇਖ ਲਓ ਤੁਸੀਂ। ਇੱਕ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ, ਕੋਈ ਪੰਜਾਬੀ ਰੋਇਆ ਹੀ ਨਹੀਂ। 200-400 ਪੰਜਾਬੀ ਰੋਂਦੇ ਆ, ਬਾਕੀ ਤੇ ਸਾਰੇ ਕਹਿੰਦੇ ਵੀ ਕਮਾਲ ਹੈ ਚੰਡੀਗੜ੍ਹ। ਮੈਂ ਕਿਸੇ ਹੋਰ ਕੋਣ ਤੋਂ ਗੱਲ ਕਰ ਰਿਹਾ, ਮੈਂ ਕਹਿ ਰਿਹਾ ਕਿ ਵੱਡੀ ਗੱਲ ਲਈ ਅਸੀਂ ਰੋਣਾ ਸ਼ੁਰੂ ਨਹੀਂ ਕੀਤਾ। ਅਸੀਂ ਉਦਾਂ ਜਜ਼ਬਾਤੀ ਹਾਂ, ਅਸੀਂ ਬੇਸਿਕਲੀ ਅਸੀਂ ਜਜ਼ਬਾਤੀ ਲੋਕ ਹਾਂ ਪੰਜਾਬੀ। ਅਸੀਂ ਕਿਸੇ ਦਾ ਦੁੱਖ ਦੇਖ ਕੇ ਇੱਕਦਮ ਆਪਣਾ ਸਾਰਾ ਕੁਝ ਭੁੱਲ ਜਾਂਦੇ ਹਾਂ। ਅਸੀਂ ਗਲੀ ਦੇ ਵਿੱਚੋਂ ਬੱਚਾ ਵੀ ਚੁੱਕ ਲਿਆਨੇ ਆ, ਕੋਈ ਵੀ ਦੁੱਖ ਹੋਵੇ ਕਿਸੇ ਤਰ੍ਹਾਂ ਦਾ। ਮੈਂ ਕਹਿੰਦਾ ਕਰੋਨਾ 'ਚ ਕਮਾਲ ਕੀਤੀ ਨਾ। ਸੋ ਬੇਸਿਕਲੀ ਅਸੀਂ ਜਜ਼ਬਾਤੀ ਹਾਂ, ਲੇਕਿਨ ਸਾਡੇ ਉਸ ਜਜ਼ਬਾਤੀ ਪੱਖ ਨੂੰ ਇਸਤੇਮਾਲ ਕੀਤਾ ਜਾ ਰਿਹਾ, ਚਾਹੇ ਉਹ ਗਾਇਕੀ ਇਸਤੇਮਾਲ ਕਰ ਰਹੀ ਹੈ, ਚਾਹੇ ਉਹ ਫਿਲਮ ਇਸਤੇਮਾਲ ਕਰ ਰਹੀ ਹੈ, ਸਾਡੇ ਉਲਾਰ ਪੱਖ ਨੂੰ ਜਿਹੜਾ ਥੋੜਾ ਜਿਹਾ ਹੈਗਾ, ਤੇ ਸਾਡੇ ਜਜ਼ਬਾਤੀ ਪੱਖ ਨੂੰ। ਲੇਕਿਨ ਜਿਹੜਾ ਸਾਡਾ ਵਿਵਹਾਰਕ ਪੱਖ ਹੈ, ਜਿਹੜਾ ਸਾਡਾ ਸੂਖਮ ਪੱਖ ਹੈ, ਜਿਹੜੇ ਸਾਡੇ ਮੁਹੱਬਤ ਦੇ ਕਿੱਸੇ ਨੇ, ਸਾਡੇ ਪੰਜਾਬੀਆਂ ਦੇ ਮਸ਼ਹੂਰ ਕਿੱਸੇ ਨੇ, ਐਡੇ ਮੁਹੱਬਤ ਦੇ ਸੂਖਮ ਸੀਗੇ ਸਾਰੇ। ਉਹਦੇ ਵਿੱਚ ਜਿਹੜਾ ਉਲਾਰ ਸੀਗਾ ਮਿਰਜ਼ਾ ਸਾਹਿਬਾਂ ਵਾਲਾ, ਉਹਨੂੰ ਸਭ ਤੋਂ ਜ਼ਿਆਦਾ ਪ੍ਰਚਾਰਿਆ। ਜਿਹੜੇ ਸੂਖਮ ਸੀਗੇ ਉਹਨਾਂ ਨੂੰ ਪਿੱਛੇ ਛੱਡ ਦਿੱਤਾ। ਜ਼ਿੰਦਗੀ ਕੱਲੀ ਸਥੂਲ ਨਹੀਂ ਚੱਲਦੀ, ਜ਼ਿੰਦਗੀ ਸੂਖਮ ਵੀ ਚੱਲਦੀ ਹੈ ਨਾ। ਤੁਸੀਂ 24 ਘੰਟੇ ਏਦਾਂ ਦਾੜ ਨਹੀਂ ਕਰ ਸਕਦੇ। ਪੰਜਾਬੀ ਗਾਇਕੀ ਨੇ ਕੀ ਕੀਤਾ, ਸਾਡੇ ਉਸ ਉਲਾਰ ਪੱਖ ਨੂੰ, ਸਾਡੇ ਜਿਹਨੂੰ ਕਹ ਲਓ ਮਿਲੀਟੈਂਟ ਪੱਖ ਨੂੰ, ਜਿਹੜਾ ਸਾਡਾ ਖਾੜਕੂ ਪੱਖ ਕਿ ਅਸੀਂ ਤਾਂ ਲੜਨਾ ਜਾਣਦੇ ਹਾਂ, ਅਸੀਂ ਕਹਿੰਦੇ ਉਹਨੂੰ ਜ਼ਿਆਦਾ ਉਭਾਰਿਆ। ਜਦੋਂ ਤੁਸੀਂ ਕਿਸੇ ਦੇ ਇਸ ਪੱਖ ਨੂੰ ਜ਼ਿਆਦਾ ਉਭਾਰ ਦਵੋ ਤਾਂ ਹੁੰਦਾ ਕੀ ਹੈ ਕਿ ਉਹ ਦੂਜੀਆਂ ਚੀਜ਼ਾਂ ਨੂੰ ਕਈ ਵਾਰੀ ਭੁੱਲ ਜਾਂਦਾ ਕਿ ਮੈਂ ਆ ਵੀ ਹੈਗਾ। ਹੁਣ ਪੰਜਾਬ ਦੇ ਕਿਸਾਨ ਦੀ ਤੁਸੀਂ ਗੱਲ ਕਰੋ, ਪੰਜਾਬ ਦਾ ਕਿਸਾਨ, ਅਸੀਂ ਪ੍ਰਚਾਰ ਇਹ ਦਿੱਤਾ ਗਾਇਕੀ ਦੇ ਵਿੱਚ ਕਿ ਪੰਜਾਬ ਦਾ ਜੱਟ ਤੇ ਟਰੈਕਟਰ ਤੇ ਗੱਡੀ ਤੇ ਤੁਰਿਆ ਫਿਰਦਾ, ਉਹ ਤਾਂ ਕਿਸੇ ਦਾ ਦਬਕਾ ਨਹੀਂ ਸਹਿੰਦਾ। ਲੇਕਿਨ ਪੰਜਾਬ ਦਾ ਜੱਟ ਉਸੇ ਵੇਲੇ ਖੁਦਕੁਸ਼ੀ ਵੀ ਕਰ ਰਿਹਾ, ਪੰਜਾਬ ਦਾ ਜੱਟ ਕਰਜ਼ਿਆਂ 'ਚ ਵੀ ਡੁੱਬਿਆ ਹੋਇਆ, ਪੰਜਾਬ ਦਾ ਜੱਟ ਦੀ ਧੀਆਂ ਪੁੱਤ ਵਿਆਹਣੇ ਔਖੇ ਹੋਏ ਆ, ਪੰਜਾਬ ਦੇ ਇਹੋ ਜਿਹੇ ਜੱਟ ਵੀ ਨੇ ਜਿੱਥੇ ਸਾਕ ਨਹੀਂ ਜੁੜਦਾ। ਇਹਦੇ ਲਈ ਪੰਜਾਬ ਦੀ ਗਾਇਕੀ ਮੇਰਾ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ। ਹਾਂਜੀ, ਇਨਫਲੂਐਂਸ ਕਰਦੀ ਹੈ ਨਾ ਜੀ, ਗਾਇਕੀ ਯੂਥ ਨੂੰ ਇਨਫਲੂਐਂਸ ਕਰਦੀ ਹੈ। ਇਹ ਨਹੀਂ ਕਹਿੰਦਾ ਮੈਂ ਕੱਲੀ ਗਾਇਕੀ ਹੀ ਸਾਰਾ ਕੁਝ। ਗਾਇਕੀ ਨੂੰ ਪ੍ਰਮੋਟ ਕੌਣ ਕਰ ਰਿਹਾ? ਮੰਡੀ, ਕਾਰਪੋਰੇਟਸ, ਉਹ ਸਾਰੇ ਉਹਨੂੰ ਪ੍ਰਮੋਟ ਕਰਦੇ ਆ। ਉਸ ਸਾਰੇ ਕੁਝ ਦੇ ਵਿੱਚ ਤੁਹਾਡੀ ਬੋਲੀ ਗਵਾਚਦੀ ਹੈ। ਜਿਹੜੀ ਬੋਲੀ ਦੇ ਖੂਬਸੂਰਤ ਸ਼ਬਦ ਨੇ ਤੁਹਾਡੇ, ਉਹ ਗਵਾਚਦੇ ਨੇ। ਜਿਹੜੇ ਅਬੈਡ ਸ਼ਬਦ ਨੇ, ਜਿਹੜੇ ਉਦਾਂ ਦੇ ਸ਼ਬਦ ਨੇ, ਉਹ ਅੱਗੇ ਆ ਗਏ। ਉਹ ਜਿਹੜਾ ਪੰਜਾਬੀ ਉਹਨੇ ਵੀ ਸਿੱਖ ਲਏ, ਅੰਗਰੇਜ਼ੀ ਨੇ ਵੀ ਸਿੱਖ ਲਏ। ਅੰਗਰੇਜ਼ੀ ਵਾਲੇ ਨੇ ਵੀ ਪੰਜਾਬੀ 'ਚ ਵੀ ਏਦਾਂ ਗਾਲ ਕੱਢਦੇ ਆ, ਜਾਂ ਪੰਜਾਬੀ 'ਚ ਏਦਾਂ ਬੋਲਦੇ ਆ, ਫੁਕਰਾ ਐਂ ਬੋਲਦੇ ਪੰਜਾਬੀ ਦੇ ਵਿੱਚ, ਜਾਂ ਪੰਜਾਬੀ 'ਚ ਵੈਲੀ ਬੋਲਦੇ ਆ। ਜਿਹਨੂੰ ਨਹੀਂ ਪਤਾ ਸੀ ਵੈਲੀ, ਉਹਨਾਂ ਨੂੰ ਵੀ ਸਮਝਾਤਾ ਸੀ ਕਿ ਵੈਲੀ ਕੀ ਹੁੰਦਾ। ਲੇਕਿਨ ਇਹ ਨਹੀਂ ਸਮਝਾਇਆ ਕਿ ਅਸੀਂ ਬਾਬੇ ਫਰੀਦ ਦੇ ਪੁੱਤ ਹਾਂ, ਬਾਬੇ ਨਾਨਕ ਦੇ ਪੁੱਤ ਹੈ। ਅਸੀਂ ਕੀ ਕੁਝ ਸਾਨੂੰ ਸਿਖਾਇਆ ਹੋਇਆ, ਅਮੀਰੀਆਂ ਨਹੀਂ ਦੱਸੀਆਂ, ਅਸੀਂ ਅਮੀਰੀਆਂ ਉਹ ਨਹੀਂ ਦੱਸੀਆਂ। ਹਾਂ, ਇਹ ਵੀ ਅਮੀਰੀ ਹੈ ਸਾਡੀ ਕਿ ਸਾਡੇ ਉੱਤੇ ਜਦੋਂ ਕੋਈ ਡਾਂਗ ਬੰਨ੍ਹਦਾ ਤੇ ਅਸੀਂ ਡਾਂਗ ਚੁੱਕਦੇ ਹਾਂ, ਇਹ ਵੀ ਸਾਡੀ ਅਮੀਰੀ ਹੈ। ਪਰ ਇੱਕੋ ਨਹੀਂ ਨਾ, ਕੱਲੀ ਅਮੀਰੀ ਨਾਲ ਨਹੀਂ ਚੱਲ ਸਕਦਾ ਨਾ, ਉਹ ਸਾਰੀਆਂ ਚੀਜ਼ਾਂ। ਸੋ ਉਹਨਾਂ ਚੀਜ਼ਾਂ ਨੂੰ, ਜਿਹੜਾ ਤਾਂ ਉੱਪਰ ਬੈਠਾ ਬੰਦਾ ਸਾਡਾ, ਜਿਹੜਾ ਸਾਡੇ ਚੋਂ ਹੀ ਨਿਕਲ ਕੇ ਗਿਆ, ਜਿਹੜਾ ਜਦੋਂ 117 ਵਿੱਚ ਨਹੀਂ ਚੁਣਿਆ ਗਿਆ ਹੁੰਦਾ, ਉਦੋਂ ਤਾਂ ਸਾਡੇ ਨਾਲ ਬੈਠੇ ਸਾਡੇ ਚੌਂਕੇ 'ਚ ਰੋਟੀ ਖਾਂਦਾ, ਸਾਡੀ ਭਾਸ਼ਾ ਬੋਲਦਾ, ਸਾਡੀ ਤਰ੍ਹਾਂ ਗੱਲ ਕਰਦਾ, ਸਾਡੀ ਤਰ੍ਹਾਂ ਦਾ ਕੁੜਤਾ ਪਜਾਮਾ ਪਾ ਕੇ ਆਉਂਦਾ, ਸਾਡੀ ਤਰ੍ਹਾਂ ਦੀ ਪੱਗ ਬੰਨ੍ਹ ਕੇ ਆਉਂਦਾ, ਦੇ ਨੇੜੇ ਜਿਹੜੀ ਕੋਠੀ ਹੁੰਦੀ ਉੱਥੇ ਚੱਲ ਜਾਂਦਾ। ਤੇ ਫਿਰ ਉਹ ਪਹਿਰਾਵਾ ਵੀ ਬਦਲ ਲੈਂਦਾ, ਬੋਲੀ ਵੀ ਬਦਲ ਲੈਂਦਾ, ਉਹਦਾ ਸੁਭਾਅ, ਲਹਿਜ਼ਾ, ਸਾਰਾ ਕੁਝ ਬਦਲ ਜਾਂਦਾ। ਉਸ ਤੋਂ ਬਾਅਦ ਉਹਨੂੰ ਪੰਜਾਬੀ ਬੋਲੀ ਦੀ ਲੋੜ ਹੀ ਨਹੀਂ, ਕਿਉਂਕਿ ਉਹਨੇ ਯਾਰੀ ਜਿਹਨਾਂ ਨਾਲ ਪਾਣੀ ਹੈ, ਜਿਹੜੀਆਂ ਹਵੇਲੀਆਂ ਵਾਲਿਆਂ ਨਾਲ ਯਾਰੀ ਪਾਣੀ ਹੈ, ਉਹਨਾਂ ਹਵੇਲੀਆਂ 'ਚ ਤਾਂ ਸਾਡਾ ਬਾਬਾ ਨਹੀਂ ਨਾ ਵਸਦਾ। ਜੀ ਇਹੀ ਦੁਖਾਂਤ ਨਹੀਂ ਲੱਗਦਾ ਵੀ ਜਿਹੜੇ ਇੱਥੇ ਵੱਡੀਆਂ ਵੱਡੀਆਂ ਗੱਡੀਆਂ ਦੇਖਦੇ ਨੇ, ਘੂਕਦੀਆਂ ਜਾਂਦੀਆਂ ਨੇ, ਪੰਜਾਬ ਦੇ ਵੱਡੇ ਵੱਡੇ ਲੀਡਰ ਨੇ ਜਿਹੜੇ, ਉਹ ਜਦੋਂ ਡਿਊਟੀ ਸੈਕਟਰੀਏਟ ਵੱਲੋਂ ਲੰਘਦੇ ਨੇ ਤੇ ਉਹਨਾਂ ਨੂੰ ਕੰਪਨੀ ਨਹੀਂ ਛੱਡਦੀ ਵੀ ਇੱਥੇ ਸਾਈਨ ਹੋਏ ਆ ਵੀ ਇੱਥੋਂ ਦੀ ਪੰਜਾਬੀ ਭਾਸ਼ਾ ਨੂੰ ਮਾਰ ਦੇਣਾ, ਅੰਗਰੇਜ਼ੀ ਸਰਕਾਰੀ ਭਾਸ਼ਾ ਹੋਊਗੀ। ਉਹ ਦੂਸਰੀ ਸਭ ਤੋਂ ਜਿਹੜੀ ਵੱਡੀ ਗੱਲ ਆ, ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ, ਮੈਂ ਕਿਤਾਬ ਲਿਖੀ ਸੀ, ਤੁਹਾਡਾ ਦੁੱਖ ਬੜਾ ਮੈਂ ਫਰੋਲਿਆ ਦੇਖਿਆ। ਪਹਿਲੋਂ ਉਜਾੜਾ ਹੋਇਆ ਤੁਹਾਡੇ ਖੇਤਾਂ ਦਾ, ਫਿਰ ਘਰਾਂ ਦਾ ਉਜਾੜਾ ਹੋਇਆ, ਉਸ ਤੋਂ ਬਾਅਦ ਤੁਹਾਡਾ ਕਿੱਤਾ, ਮੈਨੂੰ ਇਹ ਵੀ ਯਾਦ ਹੈ, ਮੈਂ ਬੜੀਆਂ ਖਬਰਾਂ ਲਾਈਆਂ ਸੀ ਵੀ ਫਿਰ ਤੁਸੀਂ ਦੁਧਾਰੂ ਪਸ਼ੂ ਰੱਖੇ, ਉਹ ਵੀ ਬਾਹਰ ਕੱਢਤੇ ਪਿੰਡਾਂ ਚੋਂ ਵੀ ਇਹ ਤੇ ਕਾਰਪੋਰੇਸ਼ਨ ਦੇ ਥੱਲੇ ਆ ਗਏ ਨੇ, ਤੇ ਜੇ ਤੁਸੀਂ ਪਸ਼ੂ ਰੱਖੋਗੇ ਤੇ ਚੰਡੀਗੜ੍ਹ ਗੰਦਾ ਹੋ ਜਾਊਗਾ। ਤੇ ਤੁਹਾਡੀ ਮਾਂ ਬੋਲੀ ਵੀ ਜਿਹੜੀ 1 ਨਵੰਬਰ 1966 ਤੋਂ ਖੋਈ ਹੈ। ਮੈਂ ਬਾਰ-ਬਾਰ ਇਹ ਸਵਾਲ ਕਰਨਾ ਚਾਹੁੰਦਾ ਵੀ
ਇੰਨਾ ਹਾਜ਼ਮਾ ਕਿਵੇਂ ਤੁਹਾਡਾ ਵੱਡਾ ਹੋ ਗਿਆ? ਮਤਲਬ ਤੁਸੀਂ ਇਸ ਗੱਲ ਨੂੰ 55 ਸਾਲਾਂ ਵਿੱਚ ਹਜਮ ਕਰ ਲਿਆ। ਤੁਹਾਡੀ ਨਵੀਂ ਪੀੜ੍ਹੀ ਜਿਹੜੀ ਆ ਮਾਂ ਬੋਲੀ ਤੋਂ ਦੂਰ ਜਾ ਰਹੀ ਹੈ। ਕਦੇ ਉਪਰਾਲਾ ਹੀ ਨਹੀਂ ਕੀਤਾ ਤੁਸੀਂ ਵੀ ਯਾਰ ਕਿਤੇ ਉੱਚੇ ਹੋ ਕੇ ਆਵਾਜ਼ ਉਠਾਈਏ, ਕੋਈ ਵੱਡੇ ਪੱਧਰ ਤੇ ਪੰਜਾਬ ਸਰਕਾਰ ਨੂੰ ਕੋਈ ਗੱਲ ਕਰੀਏ ਵੀ ਸਾਡੇ ਨਾਲ ਤੁਰਿਆ ਜਾਵੇ? ਦੇਖੋ ਇਹ ਗੱਲਾਂ ਹੁਣ ਹੋਣ ਲੱਗ ਗਈਆਂ ਜੀ, ਅੱਜ ਦੇ ਟਾਈਮ 'ਚ ਹੋਣ ਲੱਗ ਗਿਆ। ਨੌਜਵਾਨ ਜਿਹੜਾ ਮਾਂ ਬੋਲੀ ਦੇ ਜਿਵੇਂ ਪੰਜਾਬ 'ਚ ਉੱਠਦੇ ਆਵਾਜ਼, ਤਾਂ ਇੱਥੇ ਵੀ ਚੰਡੀਗੜ੍ਹ ਵੀ ਉੱਠਦਾ ਹੈ। ਜਿਵੇਂ ਤੁਹਾਡੇ ਰਾਹੀਂ ਆ ਤੁਸੀਂ ਪੱਤਰਕਾਰੀ ਕਰਦੇ ਰਹੇ, ਮੇਰੇ ਵਰਗੇ ਨੂੰ ਵੀ ਪੰਜਾਬੀ ਮਾਂ ਬੋਲੀ ਦਾ ਹੇਜ ਜਾਗਿਆ। ਮੇਰੇ ਵਰਗੇ ਹੋਰ ਨੌਜਵਾਨ ਬਹੁਤ ਹੈ ਜੀ ਜਿਹੜੇ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਆਵਾਜ਼ ਚੱਕਣ ਦੇ ਨਾਲ ਸਾਡੇ ਪੰਜਾਬੀ ਮੰਚ ਦੇ ਨਾਲ ਜੁੜ ਰਹੇ ਨੇ ਔਰ ਆਵਾਜ਼ ਚੱਕ ਰਹੇ ਨੇ। ਔਰ ਪੰਜਾਬ ਸਰਕਾਰ ਨੂੰ ਇਹ ਪੰਜਾਬੀਆਂ ਨੂੰ ਸਾਰਿਆਂ ਨੂੰ ਹਲੂਣਾ ਦੇ ਰਹੇ ਨੇ ਵੀ ਆਜੋ ਚੰਡੀਗੜ੍ਹ ਬਚਾ ਲਓ। ਹੁਣ ਜਿਵੇਂ ਇਲੈਕਸ਼ਨ ਦੀ ਗੱਲ ਸੀ, ਵੀ ਹੋਰ ਮੁੱਦੇ ਸੀਗੇ, ਜਿਵੇਂ ਦੱਸਿਆ ਵੀ ਲੋਲੀਪੌਪ ਦੇ ਰਹੇ ਸੀ। ਮੈਂ ਇਹ ਨੋਟ ਕਰ ਰਿਹਾ ਸੀ ਜੀ ਵੀ ਕਿਤੇ ਵੀ ਨਾ ਚੰਡੀਗੜ੍ਹ ਦੀ ਗੱਲ ਕੋਈ ਨਹੀਂ ਕਰ ਰਿਹਾ ਸੀ ਵੀ ਚੰਡੀਗੜ੍ਹ ਪੰਜਾਬ ਦਾ ਨਹੀਂ। ਕਿਸੇ ਨੇ ਵੀ ਕਿਤੇ ਵੀ ਉਹ ਮੁੱਦਾ ਹੈ ਹੀ ਨਹੀਂ ਸੀਗਾ ਜੀ। ਔਰ ਉਸ ਇਲੈਕਸ਼ਨ ਤੋਂ ਪਹਿਲਾਂ ਵੀ ਕਿਤੇ ਮੁੱਦਾ ਮੈਨੂੰ ਨਜ਼ਰ ਨਹੀਂ ਆਇਆ ਕਿਸੇ ਵੀ ਵੱਡੀ ਪਾਰਟੀ ਦੇ। ਇੱਕ ਪ੍ਰੋਗਰਾਮ ਇਸੇ ਥਾਂ ਤੇ ਕੀਤਾ, ਉਹ ਚੰਡੀਗੜ੍ਹ ਕਿੱਥੇ ਗਿਆ? ਹਾਂ, ਤੁਸੀਂ ਇੱਕ ਤੁਹਾਡੇ ਰਾਹੀਂ ਸੁਣਿਆ ਸੀ। ਉਹ ਇਹ ਵੀ ਦੁਖਾਂਤ ਹੈ ਜੀ ਵੀ ਸਾਡਾ ਮੀਡੀਆ ਵੀ ਨਾ ਕਿਤੇ ਤੁਹਾਡੇ ਵਰਗੇ ਇੱਕ ਦੋ ਚੈਨਲ ਨੇ, ਤੁਸੀਂ ਇਹ ਚੱਕਿਆ ਮੇਰੇ ਖਿਆਲ, ਮੈਨੂੰ ਲੱਗਿਆ ਨਹੀਂ ਕਿਤੇ ਵੀ ਚੰਡੀਗੜ੍ਹ ਦਾ ਐਡਾ ਬੜਾ, ਜਦੋਂ ਕਹਿੰਦੇ ਸੀ ਸੁਣਦੇ ਸੀ ਪੁਰਾਣੇ ਬਜ਼ੁਰਗ, ਤੁਹਾਡੇ ਰਾਹੀਂ ਵੀ ਸੁਣਦੇ ਵੀ ਖਿੜਿਆ ਫੁੱਲ ਕਲਾਬ ਦਾ ਚੰਡੀਗੜ੍ਹ ਪੰਜਾਬ ਦਾ, ਉਹ ਅਲੋਪ ਹੋ ਗਿਆ ਜੀ। ਉਹ ਖਿੜਿਆ ਹੀ ਨਹੀਂਗਾ, ਉਹ ਖਿੜਿਆ ਨਹੀਂ ਹੈ ਜੀ, ਕਿਤੇ ਵੀ ਨਹੀਂ ਹੈ। ਇਹ ਕਦੇ ਬਸ ਉਹੀ ਗੱਲ ਹੈ ਵੀ ਸਾਡੇ ਪਰ ਕਦੇ ਜਜ਼ਬਾਤੀ ਜੀ ਹੋ ਗਏ ਸੀ। ਕੋਈ ਲੀਡਰ ਬੋਲ ਗਿਆ ਮੁੜ ਕੇ ਜਦੋਂ ਆ ਗਿਆ ਇੱਥੇ ਚੰਡੀਗੜ੍ਹ ਆ ਗਿਆ, ਉਹਨੇ ਇੱਥੇ ਕੋਠੀ ਮਿਲ ਗਈ 38 ਚ ਉਹਨੂੰ, ਠੀਕ ਹੈ, ਤੇ ਉਹਨੂੰ ਸੈਕਟਰੀਏਟ ਆ ਗਿਆ। ਉਹ ਫਿਰ ਉਹ ਸੈਂਟਰ ਦੇ ਜੋ ਉਹਨਾਂ ਦਾ ਉੱਥੋਂ ਲੈਟਰ ਆਉਂਦੀ ਹੈ ਇੱਕ ਅੰਗਰੇਜ਼ੀ 'ਚ ਲਿਖੀ ਹੋਈ, ਬਸ ਫਿਰ ਉਹ ਅੰਗਰੇਜ਼ੀ 'ਚ ਆਪਣੀਆਂ ਭੇਜਣੀਆਂ ਸ਼ੁਰੂ ਕਰ ਦਿੰਦਾ। ਬਸ ਅੰਗਰੇਜ਼ੀ ਦੀ ਹੀ ਗੁਣ ਗਾਣਾ, ਉਹਨੂੰ ਆਪਣੀ ਮਾਂ ਬੋਲੀ ਕਿਤੇ ਨਾ ਕਿਤੇ ਭੁੱਲ ਜਾਂਦੀ। ਸਾਸਾ ਜੀ, ਮੈਨੂੰ ਯਾਦ ਆ ਗਈ ਗੱਲ ਜਿਹੜੀ ਉਹਨਾਂ ਨੇ ਦੱਸੀ। ਮੈਂ ਇੱਕ RTI ਤੋਂ ਇਨਫੋਰਮੇਸ਼ਨ ਲਈ ਸੀ, ਡਿਊਟੀ ਪ੍ਰਸ਼ਾਸਨ ਤੋਂ। 1967-68 ਦੀ ਗੱਲ ਹੈ। ਡਾਕਟਰ MS ਰੰਧਾਵਾ ਜੇ ਕਮਿਸ਼ਨਰ ਸਨ ਚੰਡੀਗੜ੍ਹ ਦੇ, ਔਰ ਬਹੁਤ ਉਹਨਾਂ ਨੇ ਜੇ ਚੰਡੀਗੜ੍ਹ ਹਰਿਆ ਭਰਿਆ ਤੇ ਉਹਨਾਂ ਦੇ ਕਿਰਤ ਕਰਕੇ ਹੋਰ ਕਈ ਕੁਛ ਰੋਜ਼ ਗਾਰਡਨ ਉਹਨਾਂ ਦਿੱਤਾ। ਇੱਕ ਉਹਨਾਂ ਨੂੰ 67 ਜਾਂ 68 ਚ ਮੈਨੂੰ ਪੂਰਾ ਨਹੀਂ ਯਾਦ ਹੈ, ਇੱਕ ਨੋਟਿਸ ਇਸ਼ੂ ਹੋਇਆ ਸੀ ਜਵਾਬ ਤਲਬੀ ਭਾਰਤ ਸਰਕਾਰ ਵੱਲੋਂ ਵੀ ਸਾਨੂੰ ਪਤਾ ਲੱਗਾ ਵੀ ਡਾਕਟਰ ਸਾਹਿਬ ਤੁਸੀਂ ਰੋਜ਼ ਗਾਰਡਨ ਦੇ ਬਾਹਰ ਗੇਟ ਤੇ ਇੱਕ ਪਲੇਟ ਲਾਈ ਹੈ ਤੇ ਉਹ ਕਵਿਤਾ ਪੰਜਾਬੀ ਚ ਤੁਸੀਂ ਇਕੱਲੀ ਲਿਖੀ ਭਾਈ ਵੀਰ ਸਿੰਘ ਦੀ, ਤੇ ਇਹ ਲੱਗ ਰਿਹਾ ਵੀ ਤੁਸੀਂ ਪੰਜਾਬੀ ਨੂੰ ਪ੍ਰਫੁੱਲਤ ਕਰ ਰਹੇ ਜੇ ਤੇ ਹੋਰ ਭਾਸ਼ਾਵਾਂ ਨੂੰ ਤੁਸੀਂ ਮਿੱਧ ਰਹੇ ਜੇ। ਤੇ ਫਿਰ ਡਾਕਟਰ ਰੰਧਾਵਾ ਨੇ ਉਹਦੀ ਜਵਾਬ ਤਲਬੀ ਦਾ ਜਵਾਬ ਦਿੱਤਾ ਹੈ ਵੀ ਨਹੀਂ ਸ਼੍ਰੀਮਾਨ ਜੀ, ਮੈਂ ਇਹ ਪੰਜਾਬੀ, ਹਿੰਦੀ ਤੇ ਉਰਦੂ ਦੇ ਜਿਹੜੇ ਹੈਗੇ ਸੀ ਸਾਹਿਤਕਾਰ, ਸਾਰਿਆਂ ਨੂੰ ਚਿੱਠੀ ਲਿਖੀ ਸੀ ਵੀ ਮੈਨੂੰ ਕਵਿਤਾਵਾਂ ਦਿਓ, ਮੈਂ ਤਿੰਨੇ ਲਾਉਣੀਆਂ ਸੀ ਪਰ ਮਿਲੀ ਇਕੱਲੇ ਪੰਜਾਬੀ ਦੀ ਮੈਂ ਤਾਂ ਲਾਈ ਹੈ। ਇਹ ਕਿਤੇ ਸਾਜ਼ਿਸ਼ ਦਹਾਕਿਆਂ ਤੋਂ ਚੱਲ ਰਹੀ ਹੈ। ਇਹ ਸਾਜ਼ਿਸ਼ ਚੱਲ ਤਾਂ ਰਹੀ ਹੈ, ਪਰ MS ਰੰਧਾਵਾ ਵਰਗੇ ਅਫਸਰ ਸਾਡੇ ਕੋਲ ਰਹੇ ਨਹੀਂ ਨਾ ਹੁਣ, ਜਿਹੜੇ ਸੱਚੀ ਮੁੱਚੀ ਮਾਂ ਬੋਲੀ ਦੀ ਸੇਵਾ ਕਰਦੇ ਸੀ। ਕਿੰਨਾ ਕੁਛ MS ਰੰਧਾਵਾ ਨੇ ਮਾਂ ਬੋਲੀ ਲਈ ਕੀਤਾ, ਬਿਲਕੁਲ ਠੀਕ, ਪੰਜਾਬ ਲਈ ਕੀਤਾ, ਮਾਂ ਬੋਲੀ ਲਈ ਕੀਤਾ। ਪੰਜਾਬ ਦਾ ਰਾਜਪਾਲ ਜਿਹੜਾ ਉਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੁੰਦਾ ਹੈ, ਔਰ ਉਹੀ ਪ੍ਰਸ਼ਾਸਕ ਜਿਹੜਾ 15 ਮਾਰਚ 2010 ਨੂੰ ਪੰਜਾਬ ਵਿਧਾਨ ਸਭਾ ਸਰਬਸੰਮਤੀ ਨਾਲ ਮਤਾ ਪਾਸ ਕਰਦੀ ਹੈ ਵੀ ਇੱਥੋਂ ਦੀ ਸਰਕਾਰੀ ਭਾਸ਼ਾ ਪੰਜਾਬੀ ਕੀਤੀ ਜਾਵੇ, ਤੇ ਉਹਨੂੰ ਦੱਬ ਕੇ ਬੈਠਾ। ਇਹ ਤੁਹਾਡੀ ਗੱਲ ਠੀਕ ਲੱਗਦੀ ਹੈ ਵੀ ਇੱਥੇ ਆ ਕੇ ਅੱਖ ਫੇਰ ਦਿੰਦੇ ਨੇ। ਪ੍ਰਸ਼ਾਸਕ, ਅਸਲ ਪ੍ਰਸ਼ਾਸਕ ਨੂੰ ਵੀ ਆਪਣੀ ਤਾਕਤ ਸਮਝਣ ਦੀ ਲੋੜ ਹੈ ਨਾ, ਕਿਉਂਕਿ ਜ਼ਰੂਰੀ ਤਾਂ ਨਹੀਂ ਕਿ ਹਰ ਇੱਕ ਦੀ ਡੋਰ ਸਿਆਸਤਦਾਨ ਦੇ ਹੱਥ 'ਚ ਹੀ ਹੋਵੇ। ਕਿਤੇ ਨਾ ਕਿਤੇ ਸਾਨੂੰ ਆਪਣੀ ਡੋਰ ਆਪਣੇ ਹੱਥ 'ਚ ਵੀ ਤਾਂ ਕਰਨੀ ਚਾਹੀਦੀ ਹੈ ਨਾ। ਪੰਜਾਬ ਤੋਂ ਡੈਪੂਟੇਸ਼ਨ ਤੇ ਜਿਹੜਾ ਵਿੱਤ ਮੰਤਰੀ ਵਿੱਤ ਸਕੱਤਰ ਹੈ, ਇਹ ਪੰਜਾਬ ਦਾ ਅਧਿਕਾਰੀ ਹੁੰਦਾ, ਲੇਕਿਨ ਉਹ ਪੰਜਾਬ ਦੀ ਗੱਲ ਨਹੀਂ ਸੁਣਦਾ, ਉਹ ਪੰਜਾਬ ਦੇ ਫਿਕਰ ਨਹੀਂ ਹੈ। ਸੋ ਅਸਲ ਦੇ ਵਿੱਚ ਇਹ ਹੋ ਗਿਆ ਕਿ ਜਦੋਂ ਤੁਸੀਂ ਕਿਸੇ ਰੁਤਬੇ ਤੇ ਜਾਂਦੇ ਹੋ ਤਾਂ ਰੁਤਬੇ ਤੇ ਤੁਸੀਂ ਹੁੰਦੇ ਹੋ ਸਿੰਗਲ, ਪਰ ਤੁਸੀਂ ਸਿੰਗਲ ਹੁੰਦੇ ਨਹੀਂ, ਤੁਸੀਂ ਬਹੁਤ ਸਾਰੇ ਲੋਕਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਹੋ, ਤੁਸੀਂ ਪ੍ਰਤੀਨਿਧ ਹੁੰਦੇ ਹੋ। ਸਾਡੇ ਇੱਥੇ ਮਸਲਾ ਕੀ ਹੈ, ਜਦੋਂ ਅਸੀਂ ਰੁਤਬੇ ਤੇ ਕਿਸੇ ਤੇ ਪਹੁੰਚ ਜਾਂਦੇ ਹਾਂ, ਅਸੀਂ ਉਸ ਰੁਤਬੇ ਨੂੰ ਸੰਭਾਲਣ ਲਈ ਤੇ ਉਹਨੂੰ ਹੋਰ ਲਿਸ਼ਕਾਉਣ ਲਈ ਸਾਰਾ ਕੁਝ ਕਰਦੇ ਹਾਂ। ਅਸੀਂ ਇਹ ਨਹੀਂ ਸਮਝਦੇ ਵੀ ਇਹ ਕਿੰਨੇ ਲੋਕਾਂ ਦਾ ਮੈਂ ਪ੍ਰਤੀਨਿਧ ਬਣ ਕੇ ਇੱਥੇ ਆਇਆ, ਉਹਨਾਂ ਦੀ ਗੱਲ ਵੀ ਮੈਂ ਕਿਤੇ ਕਰਨੀ ਹੈ। ਉਹ ਗੱਲ ਕਿਤੇ ਖਤਮ ਹੋਈ ਹੈ ਔਰ ਸਿਸਟਮ ਨੇ ਹੌਲੀ ਹੌਲੀ ਟੇਮ ਕੀਤਾ, ਸੰਗਲੀ ਪਾਈ ਹੈ ਗਲ ਦੇ ਵਿੱਚ ਵੀ ਕੀ ਪ੍ਰਸ਼ਾਸਨ, ਕੀ ਪੁਲਿਸ, ਕੀ ਨਿਆਂ, ਕੀ ਭਾਸ਼ਾ ਵਿਗਿਆਨੀ, ਸਾਰੇ ਮਿਲ ਕੇ ਤੁਸੀਂ ਜਿਹੜੇ ਤੁਹਾਡਾ ਆਪਣਾ ਮੁੱਦਾ ਹੈ, ਤੁਹਾਡੀ ਆਪਣੀ ਭਾਸ਼ਾ 'ਚ ਗੱਲ ਹੋਵੇ, ਤੁਹਾਡੇ ਆਪਣੇ ਖਿੱਤੇ ਦੇ ਫਿਕਰ ਜਿਹੜੇ ਹੈਗੇ ਆ ਉਹ ਸਾਂਝੇ ਹੋਣ, ਉਹਨਾਂ ਨੂੰ ਦਰਕਿਨਾਰ ਕੀਤਾ ਗਿਆ, ਦਰਕਿਨਾਰ ਕਰਕੇ ਕਿਸੇ ਹੋਰ ਪਾਸੇ ਨੂੰ ਤੋਰ ਗਿਆ। ਤੇ ਜਿਹੜਾ ਆਮ ਬੰਦੇ ਤੁਸੀਂ ਗੱਲ ਕਰਦੇ ਹੋ, ਆਮ ਬੰਦੇ ਨੂੰ ਤਾਂ ਇਹ ਗੱਲਾਂ ਸਮਝ ਹੀ ਨਹੀਂ ਆਈਆਂ ਵਿਚਾਰੇ ਨੂੰ।
ਉਹਨੂੰ ਤਾਂ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਚੰਗੀ ਭਲੀ ਮੇਰੀ ਪੰਜਾਬੀ ਬੋਲੀ ਜਿਹੜੀ ਹੈਗੀ ਆ, ਇਹ ਬੰਦਾ ਉੱਥੇ ਜਾ ਕੇ ਹੋਰ ਹੀ ਭਾਸ਼ਾ ਕਿਉਂ ਬੋਲਣ ਲੱਗ ਪੈਂਦਾ, ਉਹਨੂੰ ਤਾਂ ਸਮਝ ਨਹੀਂ ਆਉਂਦੀ। ਸਾਹਿਬ ਜੀ ਇੱਕ ਦੱਸੋ, ਤੁਸੀਂ ਆਮ ਲੋਕਾਂ ਦੀ ਗੱਲ ਵੀ ਕੀਤੀ, ਅਫਸਰਾਂ ਦੀ ਅਧਿਕਾਰੀਆਂ ਦੀ ਗੱਲ ਵੀ ਕਰ ਲਈ, ਸਰਕਾਰਾਂ ਦੀ ਗੱਲ ਵੀ ਕਰ ਲਈ, ਸੱਚੋ ਸੱਚ ਦੱਸਿਓ ਕਿਉਂਕਿ ਤੁਹਾਡੇ ਨਾਟਕ ਦੇਖ ਕੇ ਸਵਾਦ ਜਿਹਾ ਆ ਜਾਂਦਾ। ਤੁਸੀਂ ਸਮਾਜ ਦੀ ਗੱਲ ਵੀ ਕਰਦੇ ਜੇ, ਮਾਂ ਬੋਲੀ ਦੀ ਗੱਲ ਵੀ ਕਰਦੇ ਜੇ, ਔਰ ਤੁਸੀਂ ਇਹ ਨਹੀਂ ਕਿਤੇ 5 ਸਟਾਰ ਹੋਟਲ 'ਚ ਕਰਦੇ ਜੇ, ਤੁਸੀਂ ਪਿੰਡਾਂ 'ਚ ਜਾ ਕੇ ਹੁਣ ਵੀ ਨਾਟਕ ਕਰਕੇ ਆਏ ਜੇ। ਜਿਹੜੇ ਪੰਜਾਬ ਦੇ ਲੇਖਕ ਤੇ ਸਾਹਿਤਕਾਰ ਨੇ, ਜਿਹੜੇ ਰੋਜ਼ ਗੋਸ਼ਟੀਆਂ ਕਰਦੇ ਨੇ, ਰੋਜ਼ ਇੱਕ ਦੂਜੇ ਦੀ ਕਿਤਾਬ ਰਿਲੀਜ਼ ਕਰਦੇ ਨੇ, ਰੋਜ਼ ਇੱਕ ਦੂਜੇ ਨੂੰ ਸਨਮਾਨ ਮਾਣ ਦਿੰਦੇ ਨੇ, ਵੱਡੇ ਵੱਡੇ ਪੁਰਸਕਾਰ ਦਿੰਦੇ ਤੇ ਲੈਂਦੇ ਨੇ, ਉਹਨਾਂ ਨੂੰ ਕਿਤੇ ਦਰਦ ਨਹੀਂ ਉੱਠਦਾ ਉਹਨਾਂ ਦੇ ਮਨ 'ਚ ਸਾਡੀ ਪੰਜਾਬ ਦੀ ਰਾਜਧਾਨੀ ਜਿਹੜੀ ਉੱਥੋਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ, ਜਾਂ ਅਦਾਲਤਾਂ ਦੀ ਜਿਹੜੀ ਭਾਸ਼ਾ ਅੰਗਰੇਜ਼ੀ ਕਿਉਂ ਹੈ, ਜਾਂ ਕਾਲਜਾਂ 'ਚ ਸਾਡੇ ਨਵੀਂ ਪੌਂਦ ਨੂੰ ਪੰਜਾਬੀ 'ਚ ਕਿਉਂ ਨਹੀਂ ਪੜ੍ਹਾਇਆ ਜਾਂਦਾ? ਕਿਤੇ ਹੈ ਨਹੀਂ ਦਰਦ ਉਹਨਾਂ ਦੇ ਮਨ 'ਚ? ਦੇਖੋ, ਲੇਖਕ ਦਾ ਦਰਦ ਹੈ ਜਿਹੜਾ, ਲੇਖਕ ਦਾ ਦਰਦ ਵੱਡੀ ਗੱਲ ਜਿਹੜੀ ਚੀਕ ਤੁਸੀਂ ਕਹਿ ਰਹੇ ਹੋ ਨਾ, ਉਹ ਚੀਕ ਤਾਂ ਬਣੂਗਾ ਜੇ ਲੇਖਕ ਦੇ ਨਾਲ ਲੋਕ ਖੜੇ ਹੋਣਗੇ। ਲੇਖਕ ਨੇ ਹੌਲੀ ਹੌਲੀ ਕੀ ਕੀਤਾ, ਲੇਖਕਾਂ ਦੇ ਵੱਡੇ ਸੈਗਮੈਂਟ ਨੇ, ਵੱਡੇ ਵਰਗ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ, ਆਪਣੇ ਮਸਲਿਆਂ ਤੱਕ, ਆਪਣੇ ਅੰਦਰ ਦੀ ਬਾਤ ਕਹਿਣ ਦੇ ਕਹਿੰਦੇ ਅਸੀਂ ਲੋਕਾਂ ਨੂੰ ਟੁੱਟ ਗਏ। ਚਲੋ ਪੁਰਸਕਾਰ ਮਿਲ ਜਾਣ, ਮੈਨੂੰ ਕੋਈ ਇਤਰਾਜ਼ ਨਹੀਂ, ਲੋਕਾਂ ਨੂੰ ਟੁੱਟ ਗਏ, ਲੋਕਾਂ ਦੇ ਫਿਕਰਾਂ ਦੀ ਬਾਤ ਉਨੀ ਨਹੀਂ ਰਹੀ। ਪੁਰਸਕਾਰ ਲੈ ਕੇ ਸਰਕਾਰ ਵਿਰੁੱਧ ਕਿਵੇਂ ਬੋਲੋਗੇ ਤੁਸੀਂ? ਫਿਰ ਤੁਸੀਂ ਬੋਲੋਗੇ ਵੀ, ਜੇ ਤੁਸੀਂ ਬੋਲ ਵੀ ਦੋ ਤਾਂ ਲੇਖਕਾਂ ਦੀ ਗਿਣਤੀ ਕਿੰਨੀ ਹੈ? ਉਹ ਆਵਾਜ਼ ਨੂੰ ਕੌਣ ਸੁਣੇਗਾ ਉਹਨੂੰ? ਜਦ ਤੱਕ ਤੁਹਾਡੇ ਪਿੱਛੋਂ ਲੋਕਾਂ ਦੀ ਆਵਾਜ਼ ਤੁਹਾਡੀ ਆਵਾਜ਼ ਨਾਲ ਨਹੀਂ ਮਿਲਦੀ, ਉਦੋਂ ਤੱਕ ਗੱਲ ਹੀ ਨਾ ਬਣਨੀ। ਤੇ ਲੋਕਾਂ ਦੀ ਆਵਾਜ਼ ਤਾਂ ਬਣਨੀ ਹੈ ਜੇ ਤੁਸੀਂ ਲੋਕਾਂ ਦੇ ਸਰੋਕਾਰਾਂ ਦੀ ਗੱਲ ਕਰੋਗੇ, ਲੋਕਾਂ ਦੇ ਸਰੋਕਾਰ, ਲੋਕਾਂ ਵਿੱਚ ਜਾਓਗੇ, ਲੋਕਾਂ ਵਿੱਚ ਜਾ ਕੇ ਗੱਲ ਸਮਝਾਓਗੇ, ਤੁਹਾਡਾ ਸਾਹਿਤ ਵੀ ਲੋਕਾਂ ਨੂੰ ਸਮਝ ਆਵੇ, ਕੋਈ ਪੱਲੇ ਪਵੇ ਉਹਨਾਂ ਦੇ, ਉਹਨਾਂ ਨੂੰ ਕੋਈ ਸੇਧ ਦੇਣ ਵਾਲਾ ਹੋਵੇ, ਉਹਨਾਂ ਦੇ ਫਿਕਰਾਂ ਦੀ ਗੱਲ, ਉਹਨਾਂ ਦੇ ਜਜ਼ਬਾਤ ਦੀ ਗੱਲ, ਉਹਨਾਂ ਦੇ ਜਿਹੜੇ ਸੂਖਮ ਭਾਵਨਾਵਾਂ, ਉਹਨਾਂ ਦੀ ਗੱਲ ਕਿਤੇ ਕਰਦਾ। ਇਹ ਨਹੀਂ ਵੀ ਸਾਹਿਤ ਨਹੀਂ ਕਰਦਾ, ਸਾਹਿਤ ਸਾਰਾ ਕੱਚਾ ਮਾਲ ਤੇ ਲੋਕਾਂ 'ਚੋਂ ਹੀ ਲੈਂਦਾ ਨਾ, ਲੇਕਿਨ ਉਹ ਵੀ ਲੈਂਦਾ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਉਹ ਪੰਜਾਬੀ ਤੋਂ ਉੱਠ ਕੇ ਅੰਗਰੇਜ਼ੀ ਚਲ ਜਾਂਦੇ ਆ। ਤੇ ਸਾਡੇ ਬਹੁਤ ਸਾਰੇ ਸਾਹਿਤਕਾਰਾਂ ਨੂੰ ਵੀ ਇਹ ਆਦਤ ਹੈ ਕਿ ਉਹ ਥੱਲਿਓਂ ਉੱਠਦੇ ਆ, ਲੇਕਿਨ ਉੱਠਦੇ ਫਿਰ ਲਿਖਦੇ ਆ ਨਾ, ਜਦੋਂ ਲਿਖਣ ਵੇਲੇ ਆਪਣੀ ਭਾਸ਼ਾ ਨੂੰ ਇਦਾਂ ਬਣਾ ਲੈਂਦੇ ਵੀ ਯਾਰ ਬਾ ਇਦਾਂ ਲਿਖਣਾ ਵੀ ਨਾ ਸਮਝ ਨਹੀਂ ਆਉਣਾ ਚਾਹੀਦਾ ਕਿਸੇ ਨੂੰ ਨਾ, ਤੇ ਫਿਰ ਮੈਂ ਸਿਆਣਾ ਕਹਾਇਆ ਜਾਊਂਗਾ। ਜੇ ਮੇਰਾ ਆਮ ਹੀ ਸਮਝਣਾ ਫਿਰ ਯਾਰ ਤੂੰ ਤਾਂ ਸਿੱਧਾ ਜਿਹਾ ਲਿਖਦਾ। ਇਹ ਮਸਲਾ ਹੈ, ਜੇ ਤੁਸੀਂ ਸਿੱਧੇ ਸ਼ਬਦਾਂ 'ਚ ਪੰਜਾਬੀ ਦੀਆਂ 'ਚ ਲਿਖੋ, ਉਦਾਂ ਤੁਹਾਡੀ ਗੱਲ 'ਚ ਵਜ਼ਨ ਹੋਵੇ, ਲੋਕੀ ਕਿਉਂ ਨਹੀਂ ਤੁਹਾਨੂੰ ਰਿਸਪੈਕਟ ਦੇਣਗੇ? ਲੋਕਾਂ ਨੂੰ ਦਿੱਤੀ ਹੈ ਨਾ ਰਿਸਪੈਕਟ, ਜਿਹਨਾਂ ਨੂੰ ਦੇਣੀ ਸੀ। ਅਜਮੇਰ ਔਲਖ ਸਾਡਾ ਲੇਖਕ ਹੀ ਸੀ ਨਾ, ਪੰਜਾਬੀਆਂ ਦਾ ਹੀ ਸੀ ਨਾ। ਜਿੱਦਣ ਉਹਨੂੰ ਕੈਂਸਰ ਹੋ ਗਿਆ ਸੀ, ਪੰਜਾਬ ਦੇ ਛੋਟੇ ਛੋਟੇ ਨਰਮਾ ਚੁਗਣ ਵਾਲੀਆਂ ਨੇ ਵੀ ਆਪਣੇ ਪੱਲੇ ਦੇ ਵਿੱਚੋਂ 20 ਰੁਪਏ ਕੱਢ ਕੇ ਰੱਖਤੇ ਸੀ ਵੀ ਆਹ ਸਾਡਾ ਲੇਖਕ ਹੈ, ਇਹ ਸਾਡਾ, ਇਹ ਨਹੀਂ ਜਾਣਾ ਚਾਹੀਦਾ, ਇਹਨੂੰ ਮਰਨ ਨਹੀਂ ਦੇਣਾ। ਜਦ ਤੱਕ ਲੇਖਕ ਦੀ ਇਹ ਸਾਂਝ ਲੋਕਾਂ ਨਾਲ ਨਹੀਂ ਪੈਂਦੀ। ਮੈਂ ਤੁਹਾਨੂੰ ਇੱਕ ਘਟਨਾ ਸੁਣਾਣਾ। ਚੰਡੀਗੜ੍ਹ ਦੇ ਵਿੱਚ ਪੰਜਾਬੀ ਕਾਨਫਰੰਸ ਹੋਈ, ਉਸ ਵੇਲੇ CM ਸੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਮੁੱਖ ਮਹਿਮਾਨ ਸੱਦਿਆ ਗਿਆ, ਤੇ ਉਸ ਵੇਲੇ ਸੰਤੋਖ ਸਿੰਘ ਧੀਰ ਸੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ। ਉਹਨਾਂ ਨੇ ਸਟੇਜ ਤੋਂ ਮੰਗ ਰੱਖੀ ਵੀ ਸਾਡਾ ਇੱਕ ਦਫ਼ਤਰ ਨਹੀਂ ਹੈ ਕੇਂਦਰੀ ਪੰਜਾਬੀ ਲੇਖਕ ਸਭਾ ਦਾ, ਇੰਨੀ ਪੁਰਾਣੀ ਹੈ, ਸਾਨੂੰ ਦਫ਼ਤਰ ਲਈ ਤੁਸੀਂ ਪਲਾਟ ਦਿਓ, ਲੇਖਕ ਭਵਨ ਬਣਾਓ। ਹਾਂ, ਭਵਨ ਬਣਾਉਣ ਵੀ ਨਹੀਂ, ਉਹਨਾਂ ਨੇ ਕਿਹਾ ਇੱਕ ਪਲਾਟ ਦਿਓ। ਤੇ CM ਸਾਹਿਬ ਕਹਿੰਦੇ ਵੀ ਤੁਸੀਂ ਨੰਗ ਧੜੰਗ ਤਾਂ ਤੁਸੀਂ ਹੈਗੇ ਹੋ ਲੇਖਕ, ਹੈ ਨਾ, ਤੁਸੀਂ ਪਲਾਟ ਦਾ ਕੀ ਕਰੋਗੇ? ਨਹੀਂ, ਤੁਹਾਨੂੰ ਪਲਾਟ ਨਹੀਂ, ਮੇਰੀ ਸਰਕਾਰ ਨੂੰ ਥੋੜਾ ਕੈਮ ਹੋਣ ਦਿਓ, ਤੁਹਾਨੂੰ ਬਜਰੀ, ਰੇਤਾ, ਇੱਟਾਂ ਉਹ ਕਿੱਥੋਂ ਲਿਆਉਂਗੇ, ਤੁਹਾਨੂੰ ਭਵਨ ਬਣਾ ਕੇ ਦਊਂਗਾ। ਬਿਲਕੁਲ ਠੀਕ ਹੈ। ਉਹ ਨਹੀਂ ਬਣਿਆ, ਤੇ ਉਹ ਜਾਂਦੇ ਜਾਂਦੇ ਮਲਕੜੇ ਦੀ ਗੱਲ ਇਹ ਵੀ ਕਹਿ ਗਏ, ਹੈਨਾ, ਵੀ ਯਾਰ ਤੁਸੀਂ ਮਤਲਬ ਕਿ ਤੁਹਾਡੇ ਕੋਲ ਵੋਟਾਂ ਕਿੰਨੀਆਂ ਕਿ ਨੇ, ਵੀ ਇੱਥੇ ਤਾਂ ਵੋਟਾਂ ਦੇ ਸਿਰ ਤੇ ਚੱਲਦਾ ਸਾਰਾ ਕੁਝ। ਲੇਕਿਨ ਜੇ ਲੋਕ ਵੀ ਖੜ ਜਾਣ, ਲੋਕ ਇਹ ਕਹਿਣ ਯਾਰ ਇਹ ਸਾਡੇ ਲੇਖਕ ਹੈ, ਸੱਚੀ ਮੁੱਚੀ ਇਹਨਾਂ ਨੂੰ ਇੱਕ ਦਫ਼ਤਰ ਚਾਹੀਦਾ ਜਿੱਥੇ ਬੈਠ ਕੇ ਸਾਡੇ ਇਸ਼ੂ ਨੂੰ ਵੀ ਉਠਾਣੇ। ਆਪਾਂ ਮਟਕਾ ਚੌਂਕ ਤੇ ਜਾ ਕੇ ਧਰਨਾ ਮਾਰ ਦਿੰਦੇ ਆ ਕਿ ਪੰਜਾਬੀ ਬੋਲੀ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ, ਲੇਕਿਨ ਉਹ ਵੱਡੀ ਮੁਹਿੰਮ ਕਿਉਂ ਨਹੀਂ ਬਣਦੀ? ਇਸ ਕਰਕੇ ਨਹੀਂ ਬਣਦੀ। ਦੇਖੋ, ਤੁਸੀਂ ਪਿੰਡਾਂ 'ਚ ਜਾਂਦੇ ਜੇ, ਤੁਸੀਂ ਵੀ ਤੇ ਹੁਣ ਗਏ ਜੇ ਨਾ ਪਿੰਡਾਂ 'ਚ, ਲੋਕਾਂ ਨੂੰ ਅਵੇਅਰ ਕਰਨ ਗਏ ਜੇ, ਨਾਟਕ ਖੇਡਿਆ ਤੁਸੀਂ, ਕਿਤੇ ਉਹਦੀ ਜਾਣਕਾਰੀ ਦਿਓ। ਦੂਸਰੀ ਗੱਲ, ਕਹਿੰਦੇ ਸਾਹਿਤਕਾਰ ਕੋ, ਇੱਕ ਲੇਖਕ ਕੋਲ ਤੇ ਇੰਨੀ ਵੱਡੀ ਤਾਕਤ ਹੁੰਦੀ ਵੀ ਉਹ ਤੇ ਆਪਣੀ ਲਿਖਤ ਨਾਲ ਇਨਕਲਾਬ ਲਿਆ ਸਕਦਾ ਹੈ, ਵੱਡਾ ਤਬਦੀਲੀ ਲਿਆ ਸਕਦਾ। ਪਰ ਕਿਤੇ ਇਹ ਖੜਕਦੀ ਨਹੀਂ ਗੱਲ ਵੀ ਜਿਹੜੇ ਲੇਖਕ ਤੇ ਸਾਹਿਤਕਾਰ ਨੇ ਉਹ ਸੈਮੀਨਾਰਾਂ ਤੱਕ ਹੀ ਤੇ ਇੱਕ ਦੂਜੇ ਦੀ ਕਿਤਾਬ ਰਿਲੀਜ਼ ਕਰਕੇ ਤੇ ਇੱਕ ਦੂਜੇ ਨੂੰ ਗੁਲਦਸਤੇ ਦੇਣ ਤੱਕ ਸੀਮਤ ਰਹਿ ਗਏ। ਬਸ ਉਹੀ ਆ ਨਾ, ਅਸਲ ਦੇ ਵਿੱਚ ਅਸੀਂ ਲੋਕਾਂ ਦਾ ਜਿਹੜਾ ਇਨਕਲਾਬ ਲਿਆਉਣਾ ਸੀਗਾ, ਉਹਦੀ ਆਪਣਾ ਲੈ ਆਨੇ ਅਸੀਂ ਛੇਤੀ। ਜਦ ਸਾਡਾ ਆਪਣਾ ਆ ਜਾਂਦਾ ਫਿਰ ਕਹਿੰਦੇ ਸੰਤੁਸ਼ਟ ਹੋ ਜਾਂਦੇ ਵੀ ਸਾਡਾ ਤਾਂ ਆਇਆ ਪਿਆ ਹੁਣ, ਹੈ ਨਾ, ਸਾਨੂੰ ਉਹ ਪਦਮ ਸ਼੍ਰੀ ਵੀ ਮਿਲ ਗਿਆ, ਆ ਵੀ ਮਿਲ ਗਿਆ, ਉਹ ਵੀ ਮਿਲ ਗਿਆ, ਚੰਗਾ ਸਰ ਹੋ ਗਿਆ ਸਾਰਾ ਕੁਝ, ਹੈ ਨਾ, ਹੁਣ ਕੀ ਲੋੜ ਹੈ, 50 ਸੈਮੀਨਾਰ ਹੋ ਜਾਣੇ। ਪਰ ਇਦਾਂ ਗੱਲ ਬਣਦੀ ਨਹੀਂ ਨਾ। ਫਿਰ ਲੇਖਕ ਦੀ ਸੱਚੀ ਮੁੱਚੀ ਲੇਖਕ ਕੋਲ ਤਾਕਤ ਹੁੰਦੀ ਹੈ। ਲੇਖਕ ਕੋਲ ਕਿੰਨੀ ਤਾਕਤ ਹੁੰਦੀ ਹੈ ਦੀ ਮੈਂ ਤੁਹਾਨੂੰ ਉਦਾਹਰਨ ਦਿੰਦਾ। ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਇੱਕ ਨਾਟਕ ਕੀਤਾ ਗੁਰਸ਼ਰਨ ਭਾਜੀ ਹੁਣਾਂ ਨਾਲ, ਸਮਾਜ। ਉਹਦੇ ਵਿੱਚ ਇੱਕ ਇਸ਼ੂ ਸੀ
ਕਿ ਬੱਚੇ ਨੂੰ ਜੰਮਦੀ ਮਾਂ ਹੈ, ਉਹਦਾ ਸਾਰਾ ਕੁਝ ਗੰਦਮੂਤ ਸੰਭਾਲਦੀ ਮਾਂ ਹੈ, ਲੇਕਿਨ ਜਦੋਂ ਸਰਟੀਫਿਕੇਟ ਬਣਦਾ ਹੈ ਤਾਂ ਸਰਟੀਫਿਕੇਟ ਤੇ ਨਾਮ ਉਹਦਾ ਨਹੀਂ ਹੁੰਦਾ ਮਾਤਾ ਦਾ, ਉਹਦਾ ਪਿਤਾ ਦਾ ਹੁੰਦਾ। ਇਹ ਗੱਲ ਬੜੇ ਜ਼ੋਰਦਾਰ ਤਰੀਕੇ ਨਾਲ ਉਸ ਨਾਟਕ ਨੇ ਉਠਾਈ। ਉੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੀ ਸਾਹਮਣੇ ਨਾਟਕ ਦੇਖ ਰਹੇ ਸੀ। ਉਹ ਜਦੋਂ ਚਾਹ ਪੀਤੀ ਉਹਨੇ ਗੱਲ ਕਿ ਵੀ ਤੁਸੀਂ ਇਹ ਮੁੱਦਾ ਉਠਾਇਆ, ਇਹਦਾ ਕੀ ਕਰੀਏ? ਭਾਜੀ ਕਹਿੰਦੇ ਵੀ ਤੁਸੀਂ ਕਰੋ। ਉਹ ਕਹਿੰਦੇ ਮੈਂ ਹੁਣ ਮੀਟਿੰਗ ਕਰਦਾ। ਮੀਟਿੰਗ ਕੀਤੀ, ਉਸ ਤੋਂ ਬਾਅਦ ਹੁਣ ਮਾਂ ਦਾ ਨਾਮ ਸਰਟੀਫਿਕੇਟ ਤੇ ਲਿਖਿਆ ਜਾਂਦਾ ਔਰ ਪਿਓ ਤੋਂ ਉੱਪਰ ਲਿਖਿਆ ਜਾਂਦਾ। ਇਹ ਹੈ ਤਾਕਤ ਸਾਹਿਤ ਦੀ, ਕਲਾ ਦੀ। ਪਰ ਇਹ ਤਾਂ ਹੋਊ ਜੇ ਅਸੀਂ ਫਿਕਰਮੰਦ ਹੋਵਾਂਗੇ, ਜਜ਼ਬਾਤੀ ਹੋਵਾਂਗੇ। ਸਾਹਿਬ ਸਿੰਘ ਜੀ, ਮੈਂ ਚਲੋ ਆਪਣੀ ਗੱਲ ਨਹੀਂ ਕਰਨੀ ਚਾਹੁੰਦੀ, ਮੈਂ ਇਹ ਕਹਿਣ ਦਾ ਮੇਰਾ ਭਾਵ ਇਹ ਹੈ ਵੀ ਜਦੋਂ ਤੁਸੀਂ ਬਿਲਕੁਲ ਨਿਸ਼ਕਾਮ ਹੋ ਕੇ ਗੱਲ ਕਰੋਗੇ, ਚਰਨਜੀਤ ਚੰਨੀ ਹੁਣੀ ਜਿਵੇਂ ਸੁਖਜੀਤ ਹੋਣਾ ਕਿਹਾ, ਜਦੋਂ ਆਜ਼ਾਦ MLA ਵਜੋਂ ਜਿੱਤੇ ਤੇ ਉਹ ਪੰਜਾਬੀ ਭਾਸ਼ਾ ਦੀ ਬਹੁਤ ਆਵਾਜ਼ ਉਠਾਉਂਦੇ ਸੀ ਵਿਧਾਨ ਸਭਾ 'ਚ, ਤੇ ਉਦੋਂ ਮੇਰੇ ਨਾਲ ਤਾਲਮੇਲ ਵੀ ਹੁੰਦਾ ਸੀ ਕਿਉਂਕਿ ਇਹ ਵੀ ਇੱਥੇ ਮਾੜੇ ਮੋਟਾ ਰੌਲਾ ਪਾਉਂਦੇ ਸੀ। ਜਦੋਂ ਮੁੱਖ ਮੰਤਰੀ ਬਣੇ, ਉਹਨਾਂ ਨੇ ਡਿਨਰ ਦਿੱਤਾ ਪੱਤਰਕਾਰਾਂ ਨੂੰ ਤੇ ਸਾਰੇ ਸਾਥੀ ਮਿਲ ਰਹੇ ਸੀ ਪੱਤਰਕਾਰ, ਤੇ ਮੈਂ ਕਿਹਾ ਵੀ ਚੰਨੀ ਸਾਹਿਬ ਇਹ 23 ਅਕਤੂਬਰ ਦੀ ਗੱਲ ਹੈ ਵੀ ਮੈਨੂੰ ਤੁਸੀਂ 15 ਮਿੰਟ ਚਾਹੀਦੇ ਤੁਹਾਡੇ ਬਤੌਰ ਮੁੱਖ ਮੰਤਰੀ। ਅੱਛਾ ਚਲੋ, ਉਹਨਾਂ ਦਾ ਜਿਵੇਂ ਰੌਂ ਸੀ, ਕਹਿੰਦੇ ਤਰਲੋਚਨ 5-7 ਮਿੰਟ ਤੇ ਹੁਣੇ ਗੱਲ ਕਰ ਲੈਂਦੇ। ਮੈਨੂੰ ਪਰੇ ਲੈ ਗਏ। ਮੈਂ ਕਿਹਾ ਮੈਂ ਤੁਹਾਡੇ ਕੋਲ ਕੁਛ ਨਹੀਂ ਮੰਗੂਗਾ ਆਪਣੇ ਲਈ, ਮਾਂ ਬੋਲੀ ਦੀ ਮੰਗਣਾ। ਤੁਸੀਂ ਵੀ ਬਹੁਤ ਬੋਲਦੇ ਰਹੇ ਜੇ। ਉਦੋਂ ਤੁਸੀਂ ਮੁੱਖ ਮੰਤਰੀ ਕੋਲੋਂ ਡਿਮਾਂਡ ਕਰਦੇ ਸੀ ਤੇ ਹੁਣ ਕਿਹਦੇ ਕੋਲ ਕਰਨੀ ਆ? ਹੁਣ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਕੋਲੋਂ ਕਰਨੀ ਹੈ। ਕਹਿੰਦੇ ਦੱਸ। ਮੈਂ ਕੁਛ ਨਹੀਂ ਕਰਨਾ, ਤੁਸੀਂ ਐਕਟ ਬਣਾਇਆ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ, ਲੇਖਕ ਹਤੈਸ਼ੀ ਇਹ ਜ਼ੋਰ ਲਾ ਰਹੇ ਨੇ, ਬੇਨਤੀ ਕਰ ਰਹੇ ਨੇ 2008 ਤੋਂ ਵੀ ਇਹਦੇ ਵਿੱਚ ਕੋਈ ਸਜ਼ਾ ਦੀ ਧਾਰਾ ਜੋੜ ਦਿਓ। ਜਿਹਨੇ ਸਸਪੈਂਡ ਕਰ ਦਾਂਗੇ ਜਿਹੜਾ ਨਹੀਂ ਅਧਿਕਾਰੀ ਜਾਂ ਮੁਲਾਜ਼ਮ ਕਰੂਗਾ ਪੰਜਾਬੀ 'ਚ ਕੰਮ। ਮੈਂ ਨਹੀਂ, ਸਸਪੈਂਡ ਨਹੀਂ, ਕੋਈ ਫਾਈਨ ਲਾ ਦਿਓ ਵੀ ਇੱਕ ਸੰਕੇਤ ਮਿਲੇ ਵੀ ਸਰਕਾਰ ਸਖਤ ਹੋ ਗਈ ਹੈ। ਇਸੇ ਤਰ੍ਹਾਂ ਸਕੂਲਾਂ 'ਚ ਕਰੋ। ਉਹ ਮੈਨੂੰ ਕਹਿੰਦੇ ਇੱਕ ਨੋਟ ਲਿਖ ਕੇ ਦੇ ਜੀ ਤੂੰ। ਮੈਂ ਨੋਟ ਦੇ ਕੇ ਤੇ ਮੈਂ ਤਾਂ ਭੁੱਲ ਗਿਆ। ਪਰ 23 ਅਕਤੂਬਰ ਨੂੰ ਨੋਟ ਦਿੱਤਾ ਤੇ 7 ਨਵੰਬਰ ਨੂੰ ਜਦੋਂ ਕੈਬਨਿਟ ਮੀਟਿੰਗ ਸੀ, ਬਾਅਦ ਚ ਪ੍ਰੈਸ ਕਾਨਫਰੰਸ ਸੀ ਪੰਜਾਬ ਭਵਨ 'ਚ, ਤੇ ਜਾਂਦਿਆਂ ਮੇਰੇ ਕੰਨ 'ਚ ਕਹਿ ਗਏ ਵੀ ਤੇਰਾ ਕੰਮ ਕਰਤਾ। ਮੈਂ ਫਿਰ ਵੀ ਮੈਂ ਸੋਚਿਆ, ਪਰ ਜਦੋਂ ਦਫ਼ਤਰ ਆਏ ਤੇ ਪ੍ਰੈਸ ਨੋਟ 'ਚ ਆ ਗਿਆ ਵੀ ਇਹ ਹੋ ਗਿਆ। ਮੇਰਾ ਮਤਲਬ ਜਦੋਂ ਤੁਸੀਂ ਸੰਜੀਦਗੀ ਨਾਲ ਗੱਲ ਪਹੁੰਚਾਓ ਤੇ ਗੱਲ ਹਾਕਮ ਸੁਣਦੇ ਵੀ ਹੈ। ਸੋ ਜੀ ਮੈਨੂੰ ਤੁਹਾਡੇ ਕੋਲ ਸਵਾਲ ਇੱਕ ਹੈ ਵੀ ਕਿੰਨੇ ਸੰਸਦ ਮੈਂਬਰ ਬਣੇ, ਕਿੰਨੇ ਨਵੇਂ, ਕਿੰਨੇ ਸਾਬਕਾ ਹੋ ਗਏ? ਇਹ ਜਿਹੜੇ ਚੰਡੀਗੜ੍ਹ ਦੇ ਸਿਆਸੀ ਲੀਡਰ ਨੇ, ਇਹਨਾਂ ਦਾ ਕੀ ਰੋਲ ਹੈ ਪੰਜਾਬੀ ਭਾਸ਼ਾ ਦੇ ਮੁੱਦੇ ਤੇ? ਦੇਖੋ, ਪਿੱਛੇ ਵੀ ਸੀ ਜਦੋਂ ਆਪਾਂ ਪੰਜਾਬੀ ਮੰਚ ਵੱਲੋਂ ਇਹਨਾਂ ਨੇ ਸਾਰਿਆਂ ਨੂੰ ਬੁਲਾਇਆ ਸੀ, ਇਹ ਬਿਲਕੁਲ ਹਾਮੀ ਭਰਦੇ ਆ ਵੀ ਹਾਂ ਇੱਥੇ ਪੰਜਾਬੀ ਬੋਲੀ ਪਹਿਲੀ ਭਾਸ਼ਾ ਹੋਣੀ ਚਾਹੀਦੀ, ਸਰਕਾਰੀ ਭਾਸ਼ਾ। ਵੋਟਾਂ ਦੇ ਨੇੜੇ ਬੁਲਾਇਆ ਸੀ। ਹਾਂ, ਵੋਟਾਂ ਦੇ ਨੇੜੇ, ਪਰ ਇਹ ਹਾਮੀ ਭਰਦੇ ਆ। ਉਦੋਂ ਕਿਰਨ ਖੇਰ ਤੋਂ ਚਾਹੇ ਸੱਚੇ ਬੋਲ ਹੋ ਗਿਆ, ਅੰਦਰੋਂ ਕਹਿ ਵੀ ਬੈਠੀ ਵੀ ਆ ਕਿਹਨੇ ਕਰਤਾ ਇੱਥੇ ਚੰਡੀਗੜ੍ਹ। ਘੰਟੇ ਬਾਅਦ ਕਲੈਰੀਫਿਕੇਸ਼ਨ ਦੇ ਦਿੱਤੀ ਉਹ ਕਿਉਂਕਿ ਸੈਂਟਰ ਤੋਂ ਡੰਡਾ ਆ ਗਿਆ। ਇਹੀ ਗੱਲ ਅਸੀਂ ਨਾ ਹੁਣੇ ਜਦੋਂ ਕੌਂਸਲਰ ਬਣੇ ਆ ਜੀ, ਅਸੀਂ ਸਾਰਿਆਂ ਨੂੰ ਚਿੱਠੀਆਂ ਭੇਜੀਆਂ। ਨਿਗਮ ਦੀ ਚੋੜੇ ਸਾਰਿਆਂ ਨੂੰ ਮੈਂ ਪੰਜਾਬੀ ਮੰਚ ਵੱਲੋਂ ਅਸੀਂ ਚਿੱਠੀਆਂ ਭੇਜੀਆਂ ਵੀ ਤੁਸੀਂ ਜੋ ਵੀ ਹੈ ਪੰਜਾਬੀ 'ਚ ਇੱਥੇ ਮਾਂ ਬੋਲੀ ਸਾਡੀ ਪੰਜਾਬੀ ਹੋਣੀ ਚਾਹੀਦੀ ਹੈ, ਪੰਜਾਬੀ ਨੂੰ ਲਾਗੂ ਕਰਾਓ। ਚਲੋ ਇਹ ਪਹਿਲੀ ਵਾਰੀ ਲੱਗਿਆ ਜੀ, ਚਾਹੇ ਆਪਣਾ ਪੰਜਾਬੀ ਮੰਚ ਦਾ ਕਹਿ ਲਓ ਗੱਲਬਾਤ ਚੱਲ ਰਹੀ ਸੀ ਜਾਂ ਸਾਡੀ ਲੈਟਰਾਂ ਦਾ ਵੀ ਐਤਕੀ ਹੋਈ ਵੀ ਵਧੀਆ ਗੱਲ ਹੈ ਵੀ ਜ਼ਿਆਦਾ ਪੰਜਾਬੀ ਆਏ ਨਿਗਮ 'ਚ, ਨਹੀਂ ਅੱਗੇ ਘੱਟ ਸੀਗੇ। ਤੇ ਇਹ ਖੁਸ਼ੀ ਹੈ 15-16 ਬੰਦਿਆਂ ਨੇ ਪੰਜਾਬੀ 'ਚ ਸਹੁੰ ਚੁੱਕੀ ਹੈ ਜੀ। ਔਰ ਇਹ ਵੀ ਵੱਡੀ ਗੱਲ ਹੋਈ ਵੀ ਚਾਹੇ ਮੇਅਰ ਉਹ BJP ਦੀ ਹੈ, ਪਰ ਉਹਨੇ ਜਿਹੜਾ ਬਜਟ ਭਰਿਆ ਉਹ ਵੀ ਪੰਜਾਬੀ 'ਚ ਭਰਿਆ, ਕਿਉਂਕਿ ਆਪ ਖੁਦ ਪੰਜਾਬੀ ਹੈ। ਮੈਂ ਤਾਂ ਇਹੀ ਹੈ ਵੀ ਜਿਹੜੇ ਪੰਜਾਬੀ ਆਪਣੇ ਲੀਡਰ ਵੀ ਹੈ, ਪੰਜਾਬ ਤੋਂ ਵੋਟਾਂ ਮੰਗ ਕੇ ਜਾ ਰਹੇ ਆ, ਉਹ ਜਦੋਂ ਚੰਡੀਗੜ੍ਹ ਆਉਂਦੇ ਆ ਵੀ ਤੁਸੀਂ ਪੰਜਾਬੀ ਨਾ ਭੁੱਲੋ, ਤੁਸੀਂ ਪੰਜਾਬੀ ਦੀ ਗੱਲ ਕਰੋ, ਖਾਸ ਕਰ ਚੰਡੀਗੜ੍ਹ ਦੀ ਗੱਲ ਕਰੋ। ਜੇ ਚੰਡੀਗੜ੍ਹ 'ਚ ਪੰਜਾਬੀ ਲਾਗੂ ਹੋਊਗੀ, ਕੋਈ ਮਾਈ ਦਾ ਲਾਲ ਨਹੀਂ ਵੀ ਸਾਡੇ ਪੰਜਾਬ 'ਚ ਪੰਜਾਬੀ ਨੂੰ ਧੱਕਾ ਦਿਓ, ਕਿਉਂਕਿ ਪੰਜਾਬ ਦੀ ਪੰਜਾਬੀ ਦੀ ਜੜੇ ਚੰਡੀਗੜ੍ਹ ਬੈਠ ਕੇ ਵੱਢੀ ਜਾ ਰਹੀ ਹੈ ਜੀ। ਪੰਜਾਬੀ ਨੂੰ ਖਤਮ ਕਰਦੇ ਮਨਸੂਬੇ ਹੀ ਇੱਥੇ ਹੀ ਘੜੇ ਜਾ ਰਹੇ ਆ। ਫਿਰ ਮੈਨੂੰ ਇਹ ਗੱਲ ਥੋੜੀ ਸਪਸ਼ਟ ਕਰੋ ਵੀ 55 ਸਾਲ ਤੋਂ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ, ਮਤਲਬ 1 ਨਵੰਬਰ 1966 ਤੋਂ 55 ਸਾਲ। ਸਕੂਲਾਂ ਦੀ ਹਾਲਤ ਇਹ ਹੈ ਵੀ ਬਾਬਾ ਸਾਧੂ ਸਿੰਘ ਜਿਹੜੇ ਸਾਬਕਾ ਸਰਪੰਚ ਨੇ ਸਾਰੰਗਪੁਰ ਦੇ, ਉਹ ਦੱਸਦੇ ਹੁੰਦੇ ਵੀ 10ਵੀਂ ਤੋਂ 12ਵੀਂ ਤੱਕ ਤੇ ਪੰਜਾਬੀ ਦੀਆਂ ਪੁਸਤਕਾਂ ਹੀ ਸਕੂਲਾਂ ਵਿੱਚ ਨਹੀਂ ਮਿਲਦੀਆਂ। ਇਹ ਸਾਰੀ ਸਥਿਤੀ 'ਚ ਜਿਹੜੇ ਤੁਹਾਡੀ ਨਵੀਂ ਜਨਰੇਸ਼ਨ ਹੈ, ਚੰਡੀਗੜ੍ਹ ਵਸਦੇ ਪਿੰਡਾਂ ਦੇ ਲੋਕਾਂ ਦੀ, ਪੰਜਾਬੀ ਲੋਕਾਂ ਦੀ ਮੈਂ ਕਹੂੰਗਾ, ਉਹਦੀ ਕੀ ਸਥਿਤੀ ਹੈ? ਦੇਖੋ, ਉਹਨਾਂ ਦੀ ਮਾਨਸਿਕਤਾ ਬਣਾਤੀ ਜਿਵੇਂ ਇਹਨਾਂ ਨੇ ਦੱਸਿਆ ਵੀ ਉਹ ਜਾਣਾ ਹੀ ਉਹ ਅੰਗਰੇਜ਼ੀ 'ਚ ਚਾਹ ਰਹੇ ਆ। ਪਰ ਜਦੋਂ ਅਸੀਂ ਸਰਕਾਰਾਂ ਇਹ ਕਰ ਲੈਂਗੀਆਂ ਜੀ ਅੱਗੇ, ਜੇ ਪੰਜਾਬੀ ਲਾਗੂ ਹੁੰਦੀ ਹੈ ਇੱਥੇ ਚੰਡੀਗੜ੍ਹ 'ਚ, ਤਾਂ ਆਟੋਮੈਟਿਕਲੀ ਹਰੇਕ ਦਾ ਮਨ ਕਰੂਗਾ। ਹੁਣ ਮੰਨ ਲਓ ਮੈਂ ਪੰਜਾਬੀ ਪੜ੍ਹਨਾ, ਮੈਂ ਆਪਣੇ ਬੱਚੇ ਨੂੰ ਪੰਜਾਬੀ ਲਾਣੀ ਹੈ, ਤਾਂ ਉੱਥੇ ਜੇ ਬੱਚਾ ਇਕੱਲਾ ਜਾ ਰਿਹਾ ਜੀ ਪੰਜਾਬੀ ਲੈਣ ਵਾਸਤੇ, ਉੱਥੇ ਫਿਰ ਉਹਨਾਂ ਦਾ ਹੈਗਾ ਜੀ ਅਸੀਂ ਤਾਂ ਪੰਜਾਬੀ ਦੇ ਰਹੇ ਹਾਂ, ਹੁਣ ਸਾਡੇ ਨਾਲ ਵੀ ਗੱਲਾਂ ਹੁੰਦੀਆਂ ਪੰਜਾਬੀ ਦੇ ਰਹੇ, ਤੁਸੀਂ ਬੱਚੇ ਲਿਆਓ। ਇੱਕ ਲੋਕਾਂ ਦੀ ਮਾਨਸਿਕਤਾ ਵੀ ਬਣਾਤੀ ਹੈ, ਲੀਡਰਾਂ ਨੇ ਬਣਾਤੀ ਹੈ, ਪ੍ਰਸ਼ਾਸਨ ਨੇ ਬਣਾਤੀ, ਜਿੱਦਾਂ ਵੀ ਹੈ ਵੀ ਇੱਥੇ ਹੈ ਹੀ ਨਹੀਂ ਪੰਜਾਬੀ, ਇੱਥੇ ਹਿੰਦੀ ਅੰਗਰੇਜ਼ੀ। ਇਹ ਪ੍ਰਭਾਵ ਤੇ
ਜਾਊਗਾ ਨਾ ਵੀ ਜਦੋਂ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਭਰਤੀ ਕਰਨੀ ਹੈ ਕਿਸੇ ਵੀ ਅਸਾਮੀ ਦੀ, ਤੇ ਉੱਥੇ ਪੰਜਾਬੀ ਵਾਲਿਆਂ ਨੂੰ ਤਾਂ ਤਰਜੀਹ ਨਹੀਂ ਮਿਲਣੀ, ਨੌਕਰੀ ਮਿਲਣੀ ਨਹੀਂ, ਤੇ ਫਿਰ ਇੱਕ ਪੰਜਾਬੀ ਆਪਣੇ ਬੱਚਿਆਂ ਨੂੰ ਪੰਜਾਬੀ 'ਚ ਕਿਉਂ ਪੜ੍ਹਾਊਗਾ? ਬਿਲਕੁਲ ਇਹ ਸਵਾਲ ਖੜਾ, ਇਹ ਸਵਾਲ ਖੜਾ ਹੋ ਰਿਹਾ। ਸਰ ਇੱਕ ਦੱਸੋ, ਤੁਸੀਂ ਬੜੇ ਨਾਟਕ ਲਿਖੇ ਤੇ ਬੜੇ ਨਾਟਕ ਤੁਸੀਂ ਕੀਤੇ, ਚੰਡੀਗੜ੍ਹ ਦੀ ਭਾਸ਼ਾ ਬਾਰੇ ਵੀ ਕਿਤੇ ਨਾਟਕ ਕਰਨ ਦਾ ਮਨ ਬਣੂਗਾ? ਨਹੀਂ, ਚੰਡੀਗੜ੍ਹ ਦੀ ਤਾਂ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਜੀ। ਪਰ ਅਸੀਂ ਕਿਸੇ ਖਿੱਤੇ ਪ੍ਰਤੀ ਸੰਜੀਦਾ ਨਹੀਂ ਹਾਂ ਅਸਲ ਵਿੱਚ। ਅਸੀਂ ਕੋਈ ਇਕੱਲੇ ਚੰਡੀਗੜ੍ਹ ਪ੍ਰਤੀ ਨਹੀਂ, ਅਸੀਂ ਪੰਜਾਬ ਪ੍ਰਤੀ ਜਾਂ ਬਾਕੀਆਂ ਸਟੇਟਸ ਦੇ ਪ੍ਰਤੀ ਵੀ ਕੋਈ ਸੰਜੀਦਾ ਆਪਾਂ ਨਹੀਂ ਹੈ। ਸਭ ਕੁਝ ਖਿੱਤਾ ਆਧਾਰਿਤ ਹੋਣਾ ਚਾਹੀਦਾ। ਖਿੱਤੇ ਦੇ ਵਿੱਚ ਰੁਜ਼ਗਾਰ ਦੇ ਵਸੀਲੇ ਵੀ ਉਦਾਂ ਦੇ ਹੋਣੇ ਚਾਹੀਦੇ ਜਿੱਦਾਂ ਦੇ ਉਸ ਖਿੱਤੇ ਦੀ ਲੋੜ ਹੈ। ਵਪਾਰ ਵੀ ਉਦਾਂ ਦਾ ਹੋਣਾ ਚਾਹੀਦਾ। ਵਪਾਰਕ ਅਦਾਰੇ ਉਹ ਹੋਣੇ ਚਾਹੀਦੇ ਜਿਹੜੇ ਉੱਥੋਂ ਦਾ ਕੱਚਾ ਮਾਲ ਵਰਤ ਸਕਣ ਤੇ ਉੱਥੋਂ ਦੀ ਤਾਕਤ, ਜਿਹੜੀ ਸਰੀਰਕ ਤਾਕਤ ਹੈ, ਉਹਨੂੰ ਵਰਤ ਸਕਣ। ਇੱਦਾਂ ਹੀ ਬਾਕੀ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਹੋਣੀਆਂ ਚਾਹੀਦੀਆਂ, ਲੇਕਿਨ ਇਹ ਕਦੇ ਹੋਇਆ ਹੀ ਨਹੀਂ। ਤੇ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ, ਜਦੋਂ ਆਪਣੇ ਖਿੱਤੇ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਵੀ ਸਾਨੂੰ ਵੱਧ ਅਧਿਕਾਰ ਚਾਹੀਦੇ, ਜਾਂ ਹੈ ਨਾ ਸਟੇਟ ਨੂੰ ਵੱਧ ਅਧਿਕਾਰ ਚਾਹੀਦੇ ਆ, ਵੱਧ ਅਧਿਕਾਰ ਦੀ ਮੰਗ ਕਰਦੇ ਆ। ਤੇ ਵੱਧ ਅਧਿਕਾਰ ਦੀ ਮੰਗਣ ਵੇਲੇ ਅਸੀਂ ਵੀ ਇੱਕ ਇਹੋ ਜਿਹਾ ਕੋਣ ਅਖਤਿਆਰ ਕਰਨ ਲੱਗਦੇ ਹਾਂ ਕਿ ਪੰਜਾਬ ਦਾ ਜਿਹੜਾ ਹਿੰਦੂ ਆ ਉਹ ਡਰਨ ਲੱਗ ਪੈਂਦਾ ਵੀ ਯਾਰ ਇਹ ਜਿਹੜੀ ਮੰਗ ਕਰ ਰਹੇ ਨਾ, ਇਹ ਤਾਂ ਕੁਝ ਇਦਾਂ ਦੀ ਹੋਣੀ, ਇਹਨਾਂ ਨੇ ਸਾਨੂੰ ਕੱਢ ਦੇਣਾ, ਵੀ ਪਤਾ ਨਹੀਂ ਗੱਲ। ਮਤਲਬ ਅਸੀਂ ਜਦੋਂ ਮੰਗ ਕਰਦੇ ਹਾਂ, ਪ੍ਰਭਾਵ ਇਹ ਅਸੀਂ ਦੇ ਦਿੰਦੇ, ਪ੍ਰਭਾਵ ਇਹਦਾ ਸਿਰਜ ਦਿੰਦੇ, ਪਰ ਇਹ ਨਹੀਂ ਹੈ। ਸਟੇਟ ਨੂੰ ਵੱਧ ਅਧਿਕਾਰ ਸਾਰੀ ਤਰ੍ਹਾਂ ਹੀ ਹੋਣੇ ਚਾਹੀਦੇ ਆ ਕਿ ਉਹ ਸਾਰੇ ਰੁਜ਼ਗਾਰ ਦੇ ਵਸੀਲੇ, ਉੱਥੇ ਕੀ ਕੁਝ ਹੋਣਾ, ਕਿਹੜੀ ਖੇਤੀ ਹੋਣੀ, ਉਹਦੀ ਖੇਤੀ 'ਚੋਂ ਕਿਹੜੇ ਪ੍ਰੋਡਕਟ ਨੇ, ਕਿੱਥੇ ਕਿਹੜੇ ਜਗ੍ਹਾ ਯੂਜ਼ ਹੋ ਸਕਦੇ ਨੇ, ਉੱਥੋਂ ਦੀ ਸਰੀਰਕ ਤਾਕਤ ਕਿੱਦਾਂ ਦੀ ਹੈ, ਉੱਥੇ ਦਾ ਵਾਤਾਵਰਨ ਕਿੱਦਾਂ ਦਾ ਹੈਗਾ, ਉਹਦੀ ਭਾਸ਼ਾ 'ਤੇ ਆਧਾਰਿਤ ਕਿਹੜਾ ਚੀਜ਼ ਕਿੱਦਾਂ ਦੀ ਕੀਤੀ ਜਾ ਸਕਦੀ, ਉਹ ਸਾਰੀ ਖਿੱਤੇ ਨੂੰ ਕੋਈ ਐਨਾਲਾਈਜ਼ ਕਰੇ, ਕੋਈ MS ਰੰਧਾਵਾ ਵਰਗੇ ਬੰਦੇ ਹੋਣ, ਬੈਠੇ ਹੋਣ, ਹੈ ਨਾ, ਉਹ ਤਾਂ ਗੱਲ ਬਣੂ। ਪਰ ਉਹ ਬਣਾਉਂਦੇ ਨਹੀਂ। ਉਹ ਇੱਕ ਜਨਰਲ ਸਪੈਕਟਰਮ ਖੜਾ ਕਰ ਲੈਂਦੇ ਆ ਜਿਹੜਾ ਕਿ ਕਾਰਪੋਰੇਟਸ ਦੇ ਮਾਡਲ 'ਚ ਆਇਆ ਹੁੰਦਾ। ਉਹ ਕਾਰਪੋਰੇਟ ਕਿੱਥੇ ਬੈਠਦੇ? ਕਾਰਪੋਰੇਟ ਬੈਠਦੇ ਏਸੀ ਕਮਰਿਆਂ ਦੇ ਵਿੱਚ, ਉਹ ਤਾਂ ਬਾਹਰ ਨਿਕਲਦੇ ਨਹੀਂ। ਜਿਹੜੇ ਉਹਨਾਂ ਦੇ CEO ਵਗੈਰਾ ਸਾਰੀ ਟੀਮ ਹੈਗੀ ਆ, ਉਹਨਾਂ ਨੇ ਭਾਸ਼ਾ ਤੋਂ ਕੀ ਲੈਣਾ? ਉਹਨਾਂ ਨੂੰ ਤਾਂ ਲੋੜ ਹੀ ਨਹੀਂ ਭਾਸ਼ਾ ਦੀ। ਤੇ ਜਦੋਂ ਪੰਜਾਬ ਦੇ ਜਿਹੜਾ ਪਿੰਡ 'ਚ ਬੈਠਾ ਬੰਦਾ ਹੈ, ਜਦੋਂ ਉਹ ਚੰਡੀਗੜ੍ਹ ਆਉਂਦਾ, ਆਪਣੇ ਆਪ ਨੂੰ ਕਿਉਂ ਓਪਰਾ ਸਮਝਦਾ? ਉਹ ਐਂ ਕਿਉਂ ਸਮਝਦਾ ਕਿ ਮੈਂ ਬਗਾਨੀ ਜਗ੍ਹਾ ਤੇ ਆ ਗਿਆ? ਉਹਦੀ ਤਾਂ ਜ਼ਮੀਨ ਹੈ, ਉਹ ਆਪਣੀ ਜ਼ਮੀਨ ਤੇ ਤਾਂ ਪੈਰ ਰੱਖ ਕੇ ਖੜਾ ਹੈ। ਦੁਕਾਨ ਤੇ ਇਹ ਹੈ ਨਾ, ਆਪਣੀ ਧਰਤੀ ਤੇ ਬਗਾਨਾ ਹੋ ਗਿਆ, ਉਹਨੂੰ ਦਿਖਾਇਆ ਗਿਆ। ਹੁਣ ਕਿੱਡੀ ਵਾਹੀਆਤ ਟਿੱਪਣੀ ਹੈ ਕਿ ਜਦੋਂ ਚੰਡੀਗੜ੍ਹ ਦੇ ਲੋਕਾਂ ਦੇ ਜ਼ਿਹਨ 'ਚ ਇਹ ਪਾਤਾ ਵੀ ਦੇਖੋ ਜੀ, ਜੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ, ਇਹਨਾਂ ਨੇ ਸੜਕਾਂ ਤੇ ਮੱਝਾਂ ਬੰਨ੍ਹ ਦੇਣੀਆਂ, ਦੈਟ ਮੀਨਸ ਪੰਜਾਬੀ ਬੇਵਕੂਫ ਨੇ, ਪੰਜਾਬੀ ਡੰਗਰ ਨੇ, ਜਾਨਵਰ ਨੇ। ਇਹ ਕਿੱਡੀ ਖਤਰਨਾਕ ਸਟੇਟਮੈਂਟ ਹੈ ਪੰਜਾਬੀਆਂ ਬਾਰੇ। ਪੰਜਾਬੀ ਤਹਿਜ਼ੀਬ ਵਾਲੇ ਬੰਦੇ ਨੇ, ਪੰਜਾਬੀ ਦੁਨੀਆ ਦੇ ਵਿੱਚ ਪਹੁੰਚੇ ਨੇ, ਐਡੇ ਐਡੇ ਵੱਡੇ ਕੰਮ ਕੀਤੇ ਨੇ, ਪੜ੍ਹੇ ਲਿਖੇ ਆ, ਸਾਇੰਸਦਾਨ ਹੈ, ਸਿਆਣੇ ਹੈ, ਪ੍ਰੋਫੈਸਰ ਹੈ, ਟੀਚਰ ਹੈ, ਖੇਤੀ ਕਰਦੇ, ਖੇਤੀ 'ਚ ਸਾਰਾ ਕੁਝ ਕਰਦੇ ਆ, ਪਰਿਵਾਰਾਂ ਵਾਲੇ, ਸਾਰੀਆਂ ਚੀਜ਼ਾਂ ਹੈਗੀਆਂ। ਡੰਗਰ ਬਣਾ ਕੇ ਰੱਖ ਦਿੱਤਾ ਵੀ ਚੰਡੀਗੜ੍ਹ ਦੇ ਵਿੱਚ ਮੱਝਾਂ ਬੰਨ੍ਹ ਦੇਣਗੇ। ਸੋ ਇਹੋ ਜਿਹੀਆਂ ਕਿੱਥੇ ਪਾ ਦਿੱਤੀਆਂ? ਸਾਡੇ ਸਿਸਟਮ ਨੇ ਪਾਈਆਂ, ਸਾਡੇ ਸਿਆਸਤਦਾਨਾਂ ਨੇ ਪਾਈਆਂ। ਕਿਉਂ? ਛੋਟੀ ਛੋਟੀ ਲੋੜ ਕਿ ਜੇ ਮੈਂ ਇੱਥੇ ਫਿੱਟ ਹੋਣਾ ਚੰਡੀਗੜ੍ਹ ਦੇ ਵਿੱਚ, ਤਾਂ ਮੈਂ ਕਿੱਦਾਂ ਫਿੱਟ ਹੋਣਾ? ਚੰਡੀਗੜ੍ਹ ਦੀ ਸਿਆਸਤ ਵਿੱਚ ਕਿਸੇ ਸਿਆਸਤਦਾਨ ਨੇ ਫਿੱਟ ਹੋਣਾ ਤਾਂ ਉਹਨੂੰ ਜੇ ਪੰਜਾਬੀ ਬੋਲੀ ਦਾ ਨਾਅਰਾ ਮਾਰੇਗਾ ਤਾਂ ਉਹਨੂੰ ਲੱਗਦਾ ਕਿ ਉਹ ਆਹ ਜਿਹੜੇ ਧਿਰ ਹੈ ਮੇਰੇ ਖਿਲਾਫ ਹੋ ਜਾਣੀ, ਆਹ ਧਿਰ ਹੈ। ਮਤਲਬ ਸਿਆਸਤਦਾਨਾਂ ਦੇ ਜਿਹੜੇ ਦਾਅ ਪੇਚ ਨੇ, ਗਿਣਤੀ ਮਿਣਤੀ ਆ, ਬਹੁਤ ਅਜੀਬ ਕਿਸਮ ਦੀ ਆ। ਲੋਕ ਨਹੀਂ ਏਜੰਡੇ ਤੇ ਰਹਿੰਦੇ। ਹੁਣ ਕੀ ਦਾਅ ਤੁਹਾਡੇ ਕੋਲ? ਕੀ ਲੱਗਦਾ ਭਵਿੱਖ ਕੀ ਹੈ? ਭਵਿੱਖ ਅਸੀਂ ਜੇ ਆਸ ਲਾਈ ਬੈਠੇ ਹਾਂ, ਪੰਜਾਬੀ ਜਿੱਤਾਂਗੇ ਜ਼ਰੂਰ, ਕਿਉਂਕਿ ਅਸੀਂ ਆਉਣ ਵਾਲੇ ਟਾਈਮ 'ਚ ਹੁਣ 31 ਮਾਰਚ ਦਾ ਸਾਡਾ 31 ਮਾਰਚ ਨੂੰ ਘਰੋਂ ਕਰਾਂਗੇ ਤੇ ਗਵਰਨਰ ਸਾਹਿਬ ਦਾ ਨਾਲ ਉਹਨੂੰ ਦੇਵਾਂਗੇ ਵੀ ਹਾਂ ਭਾਈ ਸਾਡੀ ਬੋਲੀ, ਕਿਉਂਕਿ ਉਹ ਕਦੇ ਨਾ ਨਹੀਂ ਕਰਦਾ ਕੋਈ ਅਫਸਰ। ਉਹ ਜਦੋਂ ਅਸੀਂ ਅਫਸਰਾਂ ਕੋਲ ਗੱਲ ਕਰਦੇ ਹਾਂ, ਉਹ ਕਹਿੰਦੇ ਵੀ ਹਾਂ ਤੁਹਾਡਾ ਰਾਈਟ ਹੈ, ਪਰ ਜਦੋਂ ਲਾਗੂ ਕਰਨ ਤੇ ਗੱਲ ਆਉਂਦੀ ਹੈ, ਹੁਣ ਵੀ ਅਸੀਂ ਲੈਟਰ ਦਿੱਤਾ ਜੀ, ਪੱਤਰ ਦਿੱਤਾ ਉਹਨਾਂ ਨੂੰ, ਤੇ ਉਹ ਪੱਤਰ 'ਚ ਸਾਨੂੰ ਅਸੀਂ ਪੰਜਾਬੀ 'ਚ ਦਿੱਤਾ, ਉਹਨਾਂ ਨੇ ਅੰਗਰੇਜ਼ੀ ਭੇਜਿਆ ਸਾਡੇ ਕੋਲ ਵੀ ਹਾਂ ਤੁਹਾਡੇ 3 ਭਾਸ਼ਾ ਹੀ, ਤੁਸੀਂ ਕਿਸੇ ਵੀ ਕਰ ਸਕਦੇ, 3 ਭਾਸ਼ਾ ਹੀ ਹੈਗੇ, ਪਰ ਸਾਨੂੰ ਅੰਗਰੇਜ਼ੀ ਦਿੱਤਾ ਉਹਨਾਂ ਨੇ। ਵੀ ਹੁਣ ਇਹੀ ਗੱਲ ਹੈ, ਇਹੀ ਗੱਲ ਉਹਨਾਂ ਨੂੰ ਸਮਝਾਉਣੀ ਹੈ ਜੀ। ਸਮਝਣਗੇ, ਹੌਲੀ ਹੌਲੀ ਅਸੀਂ ਜਾਗਣਗੇ, ਲੋਕ ਜਾਗਣਗੇ। ਜਦੋਂ ਲੋਕ ਲਹਿਰ ਬਣੇਗੀ, ਅਸੀਂ ਤੁਹਾਡੇ ਚੈਨਲ ਰਾਹੀਂ ਬਾਰ-ਬਾਰ ਅਪੀਲ ਕਰਦੇ ਹਾਂ ਵੀ 31 ਮਾਰਚ ਨੂੰ, ਚਾਹੇ ਕਲਾਕਾਰ ਹੈ, ਲੇਖਕ ਹੈ, ਚਾਹੇ ਸਾਡੇ ਚੰਡੀਗੜ੍ਹ ਦੇ ਪਿੰਡ ਤਾਂ ਨਿਕਲਦੇ ਆ ਜੀ ਬਾਹਰ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਤੇ ਮੈਂ ਸਾਰੇ ਤੁਹਾਡੇ ਹੋਰ ਵੀ ਜਿਹੜੇ ਪੱਤਰਕਾਰ ਵੀਰ ਨੇ, ਉਹ ਹੋਰ ਚੈਨਲ ਵਾਲੇ, ਚਾਹੇ ਉਹ ਸੋਸ਼ਲ ਮੀਡੀਆ ਹੈ, ਉਹ ਸਾਰੇ ਅੱਗੇ ਆਉਣਗੇ ਤਾਂ ਇੱਕ ਲੋਕ ਆਵਾਜ਼, ਜਿਵੇਂ ਕਿਸਾਨ ਅੰਦੋਲਨ ਦੀ ਆਵਾਜ਼ ਬਣੀ ਹੈ, ਤਾਂ ਇੱਕ ਵਾਰੀ ਜ਼ਰੂਰ ਬਣੇਗੀ। ਕਿਉਂਕਿ ਪਿਛਲੇ ਵਾਰੀ ਰਾਜੇਵਾਲ ਨੇ ਵੀ ਸਾਨੂੰ ਵਾਅਦਾ ਕੀਤਾ ਸੀ, ਤੁਸੀਂ ਆਪਣੀ ਕਿਤਾਬ ਦੇ ਉੱਥੇ ਬੁਲਾਇਆ ਸੀ, ਉਹਨਾਂ ਨੇ ਵੀ ਕਿਹਾ ਸੀ ਵੀ ਅਗਲਾ ਸਾਡਾ ਜਿਹੜਾ ਟਾਰਗੇਟ ਹੈ ਉਹ ਚੰਡੀਗੜ੍ਹ ਹੋਏਗਾ। ਔਰ ਮੈਂ ਕਹਿੰਦਾ ਇਕੱਲੇ ਰਾਜੇਵਾਲ ਦਾ ਨਹੀਂ, ਸਾਰਿਆਂ ਦਾ ਟਾਰਗੇਟ ਚੰਡੀਗੜ੍ਹ ਹੋਣਾ ਚਾਹੀਦਾ। ਤੁਸੀਂ ਚੰਡੀਗੜ੍ਹ ਨੂੰ ਬਚਾ ਲਿਆ, ਚੰਡੀਗੜ੍ਹ 'ਚ ਮਾਂ ਬੋਲੀ ਨੂੰ ਬਚਾ ਲਿਆ, ਤਾਂ ਅਸੀਂ ਪੰਜਾਬ 'ਚ ਮਾਂ ਬੋਲੀ ਨੂੰ ਬਚਾ ਲਿਆ। ਡਾਕਟਰ ਸਾਹਿਬ, ਤੁਸੀਂ ਤਾਜ਼ੇ ਨਾਟਕ ਖੇਡ ਕੇ ਆਏ ਜੇ ਇਲੈਕਸ਼ਨ ਦੌਰ ਦੌਰਾਨ, ਪੰਜਾਬ ਦੇ ਲੋਕਾਂ ਨੂੰ ਅਵੇਅਰ ਕਰਕੇ ਆਏ ਜੇ, ਥੋੜ੍ਹਾ ਜਿਹਾ ਟੱਚ ਹੋਇਆ ਵੀ ਹੈ ਕਿਉਂਕਿ ਪੰਜਾਬੀ ਭਾਸ਼ਾ ਦੇ ਨਾਲ ਹੀ ਗੱਲ ਜੁੜੀ ਹੈ ਵੀ ਇਸ ਵਾਰ ਪੰਜਾਬੀ ਜਿਹੜੇ ਨੇ
ਕਿਹਨਾਂ ਨੂੰ ਵਿਧਾਨ ਸਭਾ 'ਚ ਭੇਜ ਰਹੇ ਤੁਹਾਨੂੰ ਕੀ ਲੱਗਦਾ? ਦੇਖੋ, ਇਹ ਜਦੋਂ ਮੈਂ ਪਿੰਡਾਂ 'ਚ ਗਿਆ, ਮੈਂ 11 ਦਿਨਾਂ ਵਿੱਚ 22 ਪਿੰਡਾਂ ਵਿੱਚ ਗਿਆ, ਹੈ ਨਾ। Okay. ਲੋਕਾਂ ਦੇ ਸਾਹਮਣੇ ਪਿੰਡਾਂ 'ਚ ਬਹੁਤ ਵੱਡੇ ਇਕੱਠ ਦੇ ਵਿੱਚ ਨਾਟਕ ਕੀਤਾ। ਪਹਿਲੀ ਗੱਲ ਤਾਂ ਕਿ ਨਾਟਕ ਟੋਟਲੀ ਪੰਜਾਬੀ 'ਚ ਸੀ, ਪੰਜਾਬੀ ਭਾਸ਼ਾ 'ਚ ਸੀ, ਉਹ ਵੀ ਉਹਨਾਂ ਦੀ ਸੀ ਜਿਹੜੀ ਉਹਨਾਂ ਨੂੰ ਸਮਝ ਵੀ ਆਉਂਦੀ ਸੀ। ਬਾਅਦ 'ਚ ਕਹਿੰਦੇ ਵੀ ਸੀ ਯਾਰ ਇਹ ਸਾਡੀਆਂ ਗੱਲਾਂ ਨੇ। ਨਾ ਕੀ ਸੀ? ਸੰਮਾਂ ਵਾਲੀ ਡਾਂਗ, Okay. ਹੈ ਨਾ, ਵੀ ਇਹ ਸਾਡੀ ਗੱਲ ਹੈ, ਸਾਡੀ ਗੱਲ, ਸਾਡੀਆਂ ਉਹ ਗੱਲਾਂ 47 ਤੋਂ ਲੈ ਕੇ ਹੁਣ ਤੱਕ ਦੀਆਂ ਜਿਹੜੇ ਦਰਦ ਕਿਸੇ ਨੇ ਬਿਆਨ ਨਹੀਂ ਸੀ ਕੀਤੇ, ਉਹ ਕਿਤੇ ਬਿਆਨ ਹੋਏ ਆ। ਪਹਿਲੀ ਗੱਲ ਤਾਂ ਇਹ। ਦੂਜੀ ਗੱਲ, ਲੋਕਾਂ ਦੇ ਵਿੱਚ ਜਿਹੜੀ ਕਿਸਾਨ ਮੋਰਚੇ ਤੋਂ ਜਿਹੜੀ ਚੇਤਨਾ ਹੈ, ਜਿਹੜੀ ਚੇਤਨਾ ਆਪਾਂ ਨੂੰ ਲੱਗਦਾ ਵੀ ਕਿਤੇ ਖਤਮ ਤਾਂ ਨਹੀਂ ਹੋ ਗਈ, ਉਹ ਪ੍ਰਵਾਹ ਚੇਤਨਾ ਦਾ ਲੋਕਾਂ ਦੇ ਚੱਲ ਰਿਹਾ। ਲੋਕਾਂ ਦੇ ਦਿਲ ਤੇ ਦਿਮਾਗ 'ਚ ਹਾਲੇ ਵੀ ਉਹ ਚੇਤਨਾ ਹੈਗੀ ਹੈ। ਲੋਕੀ ਬੈਠੇ ਨੇ, ਲੋਕੀ ਸਵਾਲ ਕਰਨ ਨੂੰ ਵੀ ਤਿਆਰ ਨੇ। ਲੋਕੀ ਇਹ ਵੀ ਜਾਣਦੇ ਆ ਕਿ ਯਾਰ ਫਲਾਣੀ ਪਾਰਟੀ ਕਿਹੜਾ ਮੁੱਦਾ ਉਠਾ ਰਹੀ, ਫਲਾਣੀ ਕਿਹੜੀ ਉਠਾ ਰਹੀ ਹੈ। ਅਖੀਰ ਦੇ ਵਿੱਚ ਜਦੋਂ ਗੱਲ ਕਰਦੇ ਕਹਿੰਦੇ ਵੀ ਸਾਡਾ ਮੁੱਦਾ ਤਾਂ ਕੋਈ ਉਠਾ ਹੀ ਨਹੀਂ ਰਿਹਾ, ਹੈ ਨਾ। ਲੋਕੀ ਘੇਰਦੇ ਵੀ ਹੈ, ਸਾਰਾ ਕੁਝ ਕਰਦੇ ਆ। ਇਸ ਕਰਕੇ ਉਸ ਸਾਰੇ ਕੁਝ ਦੇ ਵਿੱਚੋਂ ਆਪਾਂ ਇਹ ਵਿਸ਼ਲੇਸ਼ਣ ਨਹੀਂ ਕਰ ਸਕਦੇ ਵੀ ਪੰਜਾਬ ਦੇ ਲੋਕੀ ਵਿਧਾਨ ਸਭਾ 'ਚ ਕਿਹਨੂੰ ਲੈ ਕੇ ਆਉਣਾ ਚਾਹੁੰਦੇ ਆ, ਕਿਉਂਕਿ ਪੰਜਾਬ ਦੇ ਲੋਕੀ ਸੈਟੀਸਫਾਈ ਕਿਸੇ ਤੋਂ ਨਹੀਂ ਆ। ਉਸ ਚੇਤਨਾ ਨੂੰ ਨਾਲ ਲੈ ਕੇ ਜਦੋਂ ਤੁਰੇ ਹੋਏ ਨੇ, ਕਿਸੇ ਨਹੀਂ ਆ ਵੀ ਜੇ ਤਾਂ ਕੋਈ ਕਿਸਾਨਾਂ ਦੀ ਗੱਲ ਕਰਦਾ ਤਾਂ ਉਹ ਇਹ ਭੁੱਲ ਜਾਂਦਾ ਕਿ ਪੰਜਾਬ ਸਾਰਾ ਕਿਸਾਨਾਂ ਦਾ ਨਹੀਂ ਹੈ। ਪੰਜਾਬ ਦੇ ਵਿੱਚ ਵਪਾਰੀ ਵੀ ਹੈ, ਪੰਜਾਬ ਦੇ ਵਿੱਚ ਮਜ਼ਦੂਰ ਵੀ ਹੈ, ਪੰਜਾਬ 'ਚ ਹੋਰ ਵਰਗ ਨੇ, ਉਹਨਾਂ ਦੀ ਵੀ ਗੱਲ ਕਰਨੀ। ਜੇ ਤੁਸੀਂ ਸਿਆਸਤਦਾਨ ਬਣਨਾ, ਜੇ ਤੁਸੀਂ ਕਿਸੇ ਕੁਰਸੀ ਤੇ ਬੈਠਣਾ, ਤੁਸੀਂ ਇੱਕ ਧਿਰ ਨੂੰ ਨਹੀਂ ਰਿਪਰੈਜ਼ੈਂਟ ਕਰ ਸਕਦੇ, ਹੈ ਨਾ। ਤੇ ਜੇ ਇਹੋ ਜਿਹੇ ਸਿਆਸਤਦਾਨ ਨੇ ਜਿਹੜੇ ਪੰਜਾਬ ਦੇ ਵਿੱਚ ਮਤਲਬ ਕਿ ਇਹ ਗਲਤ ਪੰਜਾਬੀ ਬੋਲ ਰਹੇ ਨੇ, ਸਟੇਜਾਂ ਤੇ ਖੜ ਕੇ ਯੂਪੀ ਬਿਹਾਰ ਵਾਲਿਆਂ ਨੂੰ ਗਲਤ ਸ਼ਬਦ ਬੋਲ ਰਹੇ ਨੇ, ਉਹ ਵੀ ਲੋਕੀ ਰਿਐਕਟ ਕਰ ਰਹੇ ਨੇ ਕਿ ਯਾਰ ਅਸੀਂ ਇਦਾਂ ਦੇ ਨਹੀਂ ਆ, ਸਾਡੀ ਮੂੰਹ 'ਚੋਂ ਇਦਾਂ ਦੀ ਭਾਸ਼ਾ ਨਹੀਂ ਹੋਣੀ ਚਾਹੀਦੀ, ਹੈ ਨਾ। ਜਾਂ ਜਿਹੜੇ ਪੈਸੇ ਪੂਸੇ ਵੰਡ ਰਹੇ ਨੇ, ਲੋਕਾਂ ਨੂੰ ਇਹ ਨਹੀਂ ਚਾਹੀਦੇ। ਲੋਕ ਮੁੱਦਿਆਂ ਪ੍ਰਤੀ ਚੇਤੰਨ ਹੋਏ ਨੇ। ਲੋਕਾਂ ਨੂੰ ਸਮਝ ਆਈ ਹੈ ਕਿ ਸਾਡੀ ਲੁੱਟ ਕਿੱਥੋਂ ਸ਼ੁਰੂ ਹੋਈ ਹੈ। ਆਮ ਆਦਮੀ ਪਾਰਟੀ ਉਹ ਇਹ ਨਾਰਾ ਦੇ ਰਹੀ ਹੈ, ਇਹ ਵਿਸ਼ਵਾਸ ਦੇ ਰਹੀ ਹੈ ਵੀ ਤੁਸੀਂ ਇਹਨਾਂ ਨੂੰ ਤਾਂ ਦੇਖ ਲਿਆ ਰਵਾਇਤੀ ਪਾਰਟੀਆਂ ਨੂੰ, ਇਹਨਾਂ ਨੇ ਤਾਂ ਤੁਹਾਨੂੰ ਕਰਜ਼ੇ 'ਚ ਡੋਬਤਾ, ਡਰੱਗ 'ਚ ਡੋਬਤਾ ਤੇ ਬੇਰੁਜ਼ਗਾਰੀ 'ਚ ਤੁਹਾਨੂੰ ਧੱਸਤਾ ਇਹਨਾਂ ਨੇ, ਤੇ ਤੁਸੀਂ ਹੁਣ ਸਾਨੂੰ ਪਰਖ ਲਓ। ਉਹਦਾ ਕਿੰਨਾ ਕੁ ਅਸਰ ਹੋ ਰਿਹਾ? ਲੋਕ ਪਰਖ ਕੇ ਦੇਖ ਲੈਣਗੇ। ਪਰ ਉਹ ਮੇਰਾ ਸੰਮਾਂ ਵਾਲੀ ਡਾਂਗ ਨਾਟਕ ਨਾ ਸ਼ੁਰੂ ਹੀ ਹੁੰਦਾ ਇੱਕ ਛੋਟੀ ਜਿਹੀ ਕਹਾਣੀ ਤੋਂ। ਇੱਕ ਬੰਦਾ ਪਿੰਡ ਦੇ ਵਿੱਚ ਠੂਹੇ ਵੇਚਦਾ ਫਿਰਦਾ, ਤੇ ਉਹ ਕੋਈ ਛੋਟਾ ਜਿਹਾ, ਕੋਈ ਦਰਮਿਆਨਾ, ਕੋਈ ਠੂਹੇ ਵੇਚਦਾ ਫਿਰਦਾ ਨਾ, ਕੋਈ ਪਲਿਆ ਆ, ਕੋਈ ਕਾਲੇ ਰੰਗ ਦਾ, ਕੋਈ ਭੂਰੇ ਰੰਗ ਦਾ, ਤੇ ਕੀਮਤ ਸਾਰਿਆਂ ਦੀ ਇੱਕੋ ਰੱਖੀ, ਉਹ 5 ਰੁਪਏ। ਉਹ ਖਰੀਦਣ ਵਾਲਾ ਪੁੱਛਦਾ ਵੀ ਕਾਹਤੇ ਭਾਈ ਏਦਾਂ ਕਾਹਤੇ? ਕਹਿੰਦਾ ਹੱਥ ਲਾ ਕੇ ਦੇਖ ਲੈ, ਡੰਗ ਇੱਕੋ ਜਿਹਾ ਮਾਰਨਗੇ, ਇੱਕੋ ਜਿਹਾ ਚੂਸਣਗੇ। ਸਹੀ ਗੱਲ ਹੈ ਜੀ। ਜਦ ਤੱਕ ਸਿਸਟਮ ਨਹੀਂ ਨਾ ਚੇਂਜ ਹੁੰਦਾ, ਉਹ ਸਿਸਟਮ 'ਚ ਰਹਿ ਕੇ ਤੁਸੀਂ ਕਿਵੇਂ ਪਾਲਿਸੀਜ਼ ਨਵੀਆਂ ਲੈ ਆਓਗੇ? ਤੁਸੀਂ ਵੀ ਤਾਂ ਕਾਰਪੋਰੇਟ ਪੱਖੀ ਹੋ ਨਾ, ਤੁਸੀਂ ਖੇਤੀ ਦਾ ਮਾਡਲ ਕਾਰਪੋਰੇਟ ਪੱਖੀ ਦੇ ਰਹੇ ਹੋ ਨਾ। ਤੇ ਜਦੋਂ ਤੱਕ ਤੁਸੀਂ ਕੋਆਪਰੇਟਿਵ ਪੱਖੀ ਨਹੀਂ ਦਿੰਦੇ, ਤੁਸੀਂ ਲੋਕ ਪੱਖੀ ਮਾਡਲ ਨਹੀਂ ਖੇਤੀ ਦਾ ਦਿੰਦੇ, ਉਦੋਂ ਤੱਕ ਤੁਹਾਡੀ ਜ਼ਮੀਨਾਂ ਜ਼ਹਿਰ ਬਣਦੀਆਂ ਰਹਿਣਗੀਆਂ ਔਰ ਤੁਸੀਂ ਆਪ ਹੀ ਬਣਾਓਗੇ। ਤੁਸੀਂ ਉਹ ਸਾਰੇ ਜਾਲ ਦੇ ਵਿੱਚ ਫਸ ਕੇ ਪੰਜਾਬ ਦੀ ਜ਼ਮੀਨ ਨੂੰ ਜ਼ਹਿਰੀਲੀ ਖੁਦ ਹੀ ਬਣਾਇਆ ਹੈ। ਤੇ ਹੁਣ ਇਲਜ਼ਾਮ ਤੁਹਾਡੇ ਤੇ ਆਉਂਦਾ ਹੈ, ਲੋਕਾਂ ਤੇ ਆਉਂਦਾ। ਚਲੋ ਮੇਰਾ ਖਿਆਲ ਇੱਥੇ ਖਤਮ ਕਰਦੇ ਗੱਲ। ਠੂਹਿਆਂ ਤੇ ਆ ਕੇ ਮੈਨੂੰ ਲੱਗਦਾ ਵੀ ਸਾਮਪ ਹੋ ਜਾਂਦੀ। ਮੇਰਾ ਵੀ ਕਾਫੀ ਕੀ ਕਹਿੰਦੇ ਹੁੰਦੇ ਆ, ਭਾਰ ਹੌਲਾ ਹੋ ਗਿਆ ਵੀ ਜਦੋਂ ਠੂਹੇ ਇੱਕੋ ਜਿਹੇ ਹੋਣਗੇ, ਤੁਹਾਨੂੰ ਡੰਗ ਮਾਰਨ ਵਾਲੇ ਹੀ ਹੋਣਗੇ, ਤੇ ਫਿਰ ਪੰਜਾਬੀ ਭਾਸ਼ਾ ਤੁਹਾਨੂੰ ਕਿਵੇਂ ਮਿਲੇਗੀ? ਮੈਨੂੰ ਇਹੀ ਗੱਲ ਲੱਗਦੀ ਹੈ ਵੀ ਜਿਹੜੇ 55-56 ਸਾਲ ਦੁਖਾਂਤ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ 'ਚ ਵਸਦੇ ਪੰਜਾਬੀ ਜਿਹੜੇ ਨੇ ਉਹ ਭੋਗ ਰਹੇ ਨੇ। ਸ਼ਾਇਦ ਇਸੇ ਕਰਕੇ ਭੋਗ ਰਹੇ ਨੇ ਵੀ ਜਿਹੜੇ ਪੰਜਾਬ 'ਚ ਵਾਰਸ ਆਉਂਦੇ ਨੇ ਪੰਜਾਬੀਆਂ ਦੇ, ਉਹ ਵੀ ਠੂਹਿਆਂ ਵਾਂਗ ਡੰਗ ਹੀ ਮਾਰਦੇ ਨੇ। ਸ਼ਾਇਦ ਉਹ ਪਿਆਰ ਘੱਟ ਦਿੰਦੇ ਨੇ, ਤੇ ਸ਼ਾਇਦ ਇਹੀ ਕਾਰਨ ਹੈ ਵੀ ਅੱਜ ਚੰਡੀਗੜ੍ਹ ਔਰ ਖਾਸ ਕਰਕੇ ਪੰਜਾਬ ਦੀ ਧਰਤੀ ਜਿਹੜੀ ਹੈ, ਜਿਵੇਂ ਉੱਥੇ ਪੰਜਾਬੀ ਭਾਸ਼ਾ ਦਾ ਪ੍ਰਸਾਰ ਹੋਣਾ ਚਾਹੀਦਾ ਉੱਦਾਂ ਨਹੀਂ ਹੋ ਰਿਹਾ। ਹਾਲੇ ਵੀ ਅਦਾਲਤਾਂ ਅੰਗਰੇਜ਼ੀ ਬੋਲਦੀਆਂ ਨੇ, ਹਾਲੇ ਵੀ ਡਾਕਟਰੀ ਭਾਸ਼ਾ ਅੰਗਰੇਜ਼ੀ ਬੋਲਦੀ ਹੈ, ਹਾਲੇ ਵੀ ਇੰਜੀਨੀਅਰਿੰਗ ਭਾਸ਼ਾ ਜਿਹੜੀ ਅੰਗਰੇਜ਼ੀ ਬੋਲਦੀ ਹੈ, ਤੇ ਹਾਲੇ ਵੀ ਸੋ ਕਾਲਡ ਕਨਵੈਂਟ ਸਕੂਲ ਜਿਹੜੇ ਨੇ ਉਹ ਪੰਜਾਬ ਦੀ ਨਵੀਂ ਪੌਂਦ ਨੂੰ ਜੁਰਮਾਨੇ ਲਾਉਂਦੀ ਹੈ ਵੀ ਤੂੰ ਆਪਣੀ ਜ਼ੁਬਾਨ 'ਚ ਕਿਉਂ ਗੱਲ ਕਰ ਰਿਹਾ। ਪਰ ਆਸ ਕਰਦੇ ਹਾਂ ਕੌਮਾਂਤਰੀ ਮਾਂ ਬੋਲੀ ਦੇ ਦਿਹਾੜੇ 'ਤੇ ਵੀ ਇਹ ਦੁਖਾਂਤ ਜਲਦੀ ਦੂਰ ਹੋਣਗੇ। ਸੁਖਜੀਤ ਵਰਗੇ ਤੇ ਸਾਹਿਬ ਸਿੰਘ ਵਾਲੇ ਵਰਗੇ ਜਿਹੜੇ ਸ਼ਖਸੀਅਤਾਂ ਨੇ, ਇਹ ਪੰਜਾਬ ਨੂੰ ਜਗਾਉਂਦੀਆਂ ਰਹਿਣਗੀਆਂ।